ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਖੁੰਜੀ। ਲਾਈ ਲਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਘਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਖਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸਵਾਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਛਾਈਆਂ ਨੇ। ਤੇਰੀ ਦੀਦ ਦੇ ਕਈ ਤੇਰੇ ਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਸੜ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਝਣਾ ਫਰੋਲਿਆ ਵੇ। ਕਿਸੇ ਗੱਲਾਂ ਦੇ ਦੀਵੇ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਆਈਆਂ ਨਾ। ਕਿਸੇ ਦਿਲ ਦਾ ਰਾਂਗਲਾ ਪਲੰਘਦਾ ਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਇੱਕ ਪਲ ਜੇ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜੇ। ਭਾਈ ਦੇ ਹੱਥ ਵਿੱਚ ਸਿੰਘ ਪੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜੇ। ਪੰਡਤ ਹੂਰਾਂ ਦਾ ਰਹਿ ਜੇ ਸਿੰਦੂਰ ਕੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜੇ। ਕਲਮ ਟੈਪੇ ਹੱਥੋਂ ਫਿਲਾਸਫਰ ਦੀ ਮੁਨਕਰ ਤੱਕ ਦਾ ਤੇਰੀ ਨਿਹਾਰ ਰਹਿ ਜਾਏ। ਇੱਕ ਪਲ ਜੇ ਖੁੱਲਾ ਦੀਦਾਰ ਦੇ ਦੇ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ। ਆਪਣੇ ਯੂਸਫ ਪੰਜਾਬੀ ਦਾ ਜਾਵਾਂ ਭਰਿਆ, ਦੁਆਵਾਂ ਭਰਿਆ, ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ। ਆਸ ਹੈ ਸੱਚੇ ਸਾਈਂ ਕੋਲੋਂ ਜਿੱਥੇ ਵੀ ਹੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਸਦੇ ਰਹੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਦਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਏ। ਔਰ ਜਿਹੜੇ ਸੱਜਣ ਪਿਆਰੇ ਆਪਣੇ ਪਿਆਰਿਆਂ ਦੀ ਰਾਹ 'ਤੇ ਵੇਖਦੇ ਨੇ, ਉਹਨਾਂ ਨੂੰ ਉਡੀਕ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਸੱਚਾ ਸਾਈਂ ਸਾਨੂੰ ਹਵਾ ਜੀ ਹਸਤੀ ਔਰ ਪਾਣੀ ਜਿਹਾ ਸੁਭਾਅ ਅਤਾ ਕਰੇ। ਕੁਲ ਦਾ ਭਲਾ ਤੇ ਕੁਲ ਦੀ ਖੈਰ। ਸੱਜਣ ਪਿਆਰਿਓ, ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕਿ ਜ਼ਮੀਨ, ਇਹ ਧਰਤੀ, ਇਹ ਦੁਨੀਆ ਬਹੁਤ ਪਿਆਰੀ ਹੈ ਔਰ ਇੱਥੇ ਪਿਆਰ ਹੀ ਹੋਏਗਾ ਤੇ ਇਹਦੀ ਬਕਾ ਹੈ,
इत्थे रहने का मकसद मुहब्बत करना है। बहुत सारे लोग ने जो कहते हैं कि ताकत ही सब कुछ है और तुहाडी हुक्मरानी और तुसी अपने जोर ते अपनी गल मनवा सकते हो ते तुहाडे जीवन का मकसद पूरा हुंदा है और यही होना चाहिए। कुछ ऐसे लोग ने जो कहते हैं कि जो हुंदा है सो होना है और जो होना है सो हो के रहना है, लिहाजा ना कोई गुस्सा ना कोई गिला, बस ओदी करनी और ओदा कर्म समझ के कबूल कर लो। ठीक है, एक रंग सुनने आ ते फिर गल थोड़ा जगह बतावांगे क्योंकि असल विच दी गल तुहाडी सुननी हुंदी है। क्लासिक टाइम में सरकारी केड़ा ला
ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡੀ ਆਪਣੀ ਜੱਸੀ ਸੰਘਾ। ਸੁਣਦੇ ਰਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਉੱਚੇ ਸੁਣਦੇ ਰੱਬ ਰੇਡੀਓ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸਾਡੇ ਨਾਲ ਜਨਾਬ ਸਲਾਉਦੀਨ ਸਾਹਿਬ। ਬਹੁਤ ਮੁਹੱਬਤ, ਬਹੁਤ ਸ਼ੁਕਰੀਆ। ਸਲਾਮਤ ਰਹੋ, ਖੁਸ਼ ਰਹੋ। ਕਲਾਸਿਕ ਟਾਈਮ ਤੁਸੀਂ ਪੂਰੀ ਦੁਨੀਆ ਤੇ ਵੇਖ ਔਰ ਸੁਣ ਸਕਦੇ ਹੋ ਸਾਡੇ ਫੇਸਬੁੱਕ ਪੇਜ ਰਾਹੀਂ। ਉੱਥੇ ਜਾ ਕੇ ਤੁਸੀਂ ਸਾਨੂੰ ਵੇਖ ਔਰ ਸੁਣ ਸਕਦੇ ਹੋ। ਜਿੱਥੇ ਸਾਡੀ ਫ੍ਰੀਕੁਐਂਸੀ ਨਹੀਂ ਜਾ ਰਹੀ ਹੈ FM ਦੀ, ਰੇਡੀਓ ਦੀ, ਉੱਥੇ ਤੁਸੀਂ ਫੇਸਬੁੱਕ ਰਾਹੀਂ ਪੂਰੀ ਦੁਨੀਆ 'ਚ ਤੁਸੀਂ ਸਾਨੂੰ ਵੇਖ ਔਰ ਸੁਣ ਸਕਦੇ ਹੋ। ਹਾਂਜੀ, ਅਸੀਂ ਗੱਲ ਕਰ ਰਹੇ ਸੀ ਮੁਖਤਲਿਫ ਨਜ਼ਰੀਆਤ, ਮੁਖਤਲਿਫ ਸੋਚਾਂ ਦੀ। ਔਰ ਇਹ ਵੀ ਹਕੀਕਤ ਹੈ ਕਿ ਜਿੰਨੇ ਨਜ਼ਰੀਆਤ ਔਰ ਸੋਚਾਂ ਨੇ, ਇਹਨਾਂ ਨੇ ਆਪੋ ਆਪਣੇ ਵੇਲੇ ਵਿੱਚ ਹਕੂਮਤ ਵੀ ਕੀਤੀ ਔਰ ਇੱਕੋ ਵੇਲੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਰਹੀ ਹੈ। ਔਰ ਅੱਜ ਵੀ ਸਾਡੇ ਮੁਆਸ਼ਰੇ ਦੇ ਵਿੱਚ ਅਸੀਂ ਜਿੱਥੇ ਰੱਬ ਲੋਕਾਂ ਕੋਲ ਜਾਂ ਦਰਵੇਸ਼ਾਂ ਕੋਲ, ਫਕੀਰਾਂ ਕੋਲ ਜਾਂ ਕਿਸੇ ਭਲੇ ਮਾਨਸ ਦੇ ਕੋਲ ਜਾਂਦੇ ਆ ਜਾਂ ਉਹ ਸਾਡੇ ਕੋਲ ਆਉਂਦੇ ਨੇ, ਤੇ ਅਸੀਂ ਉਹਨਾਂ ਨਾਲ ਬਹੁਤ ਪਿਆਰ ਕਰਨੇ ਆ, ਬਹੁਤ ਮੁਹੱਬਤ ਕਰਨੇ ਆ। ਉਹਨਾਂ ਨਾਲ ਸਾਡੀ ਕਚਹਿਰੀ ਵੀ ਹੁੰਦੀ ਹੈ, ਅਸੀਂ ਉਹਨਾਂ ਦੀਆਂ ਗੱਲਾਂ ਵੀ ਸੁਣਨੇ ਆ। ਇਹਦਾ ਮਤਲਬ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਮਨ ਵਿੱਚ, ਸਾਡੇ ਦਿਲ ਵਿੱਚ, ਸਾਡੇ ਦਿਮਾਗ ਵਿੱਚ ਉਹਨਾਂ ਦੀ ਜਗ੍ਹਾ ਮੌਜੂਦ ਹੈ। ਕੁਝ ਐਸੀਆਂ ਸ਼ਖਸੀਅਤ ਹੁੰਦੀਆਂ ਨੇ ਜੋ ਤਾਕਤ ਨਾਲ ਚੰਗੀ ਜਾਂ ਮਾੜੀ ਆਪਣੀ ਥਾਂ ਤੇ ਬਣਾਉਂਦੇ ਨੇ, ਲੇਕਿਨ ਉਹ ਆਪਣੀ ਗੱਲ ਵੀ ਮਨਵਾ ਸਕਦੇ ਨੇ ਔਰ ਮਨਵਾਉਣ ਵਿੱਚ ਕਾਮਯਾਬੀ ਹੁੰਦੇ ਨੇ। ਉਹ ਵੀ ਮੌਜੂਦ ਹੁੰਦੇ ਨੇ ਇੱਕੋ ਵੇਲੇ ਉਸ ਟਾਈਮ ਦੇ ਵਿੱਚ। ਕੁਝ ਐਸੇ ਲੋਕ ਜਿਨ੍ਹਾਂ ਦੀ ਇਹਨਾਂ तमाम ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਔਰ ਉਹ ਆਪਣੇ ਕੰਮ ਨਾਲ ਕੰਮ ਰੱਖਦੇ ਨੇ। ਉਹ ਜੋ ਦਾਨਿਸਤਾ ਤੌਰ ਤੇ, ਜੋ ਜਾਣਦੇ ਬੁੱਝਦੇ ਨੇ, ਹਾਂ ਇਹ ਹੁੰਦਾ ਹੈ ਕਿ ਤੁਸੀਂ ਉਹਦੇ ਵਿੱਚ ਐਸੇ ਕਰ ਸਕਦੇ ਹੋ, ਤੁਸੀਂ ਇੰਝ ਕਰ ਸਕਦੇ ਹੋ। ਅਗਰ ਕਿਸੇ ਗੱਲ ਨੂੰ ਤੁਸੀਂ ਮਾੜਾ ਸਮਝਦੇ ਹੋ ਤੇ ਜਾਂ ਤੁਸੀਂ ਸਮਝਦੇ ਹੋ ਕਿ ਹੋਣ ਵਾਲੀ ਹੈ, ਇੰਨੇ ਤੁਸੀਂ ਗਿਆਨੀ ਹੋ ਔਰ ਉਹਦਾ ਗਿਆਨ ਰੱਖਦੇ ਹੋ, ਤੇ ਆਪਣੇ ਤਾਈਂ ਉਹਦੇ ਵਾਸਤੇ ਤੁਸੀਂ ਕੋਸ਼ਿਸ਼ ਕਰਦੇ ਹੋ, ਦੁਆ ਕਰਦੇ ਹੋ, ਜਾਂ ਜੋ ਤੁਹਾਡੇ ਕੋਲ ਸਰਪੁੱਜ ਹੁੰਦਾ ਤੁਸੀਂ ਕਰਦੇ ਹੋ। ਇੱਕ ਉਹ ਲੋਕ ਨੇ ਜੋ ਆਉਂਦੇ ਨੇ ਔਰ ਚਲੇ ਜਾਂਦੇ ਨੇ, ਨਾ ਉਹਨਾਂ ਦੇ ਆਇਆਂ ਦਾ ਪਤਾ ਹੁੰਦਾ, ਨਾ ਗਿਆਂ ਦਾ ਪਤਾ ਹੁੰਦਾ। ਬਹੁਤ ਚਿਰ ਪਹਿਲੇ ਅਸੀਂ ਇਹਦੇ ਤੇ ਕਾਫੀ ਗੱਲ ਕਰ ਚੁੱਕੇ ਹਾਂ ਕਿ ਕੁਝ ਲੋਕਾਂ ਦੀ ਖੁਆਇਸ਼ ਹੁੰਦੀ ਹੈ ਕਿ ਉਹਨਾਂ ਦਾ ਨਾਂ ਹੋਵੇ। ਬਹੁਤ ਸਾਰੇ ਜਿਵੇਂ ਅੱਜ ਕੱਲ੍ਹ ਸਾਡੇ ਸੱਜਣ ਪਿਆਰੇ ਨੇ, ਉਹ ਦਰਸ਼ਨੀ ਭਲਵਾਨ, ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਜਿੱਥੇ ਵੀ ਜਾਂਦੇ ਨੇ ਉਹਦੀ ਸੈਲਫੀ ਲਾਉਂਦੇ ਨੇ ਜਾਂ ਉਹਦੀ ਫੋਟੋ ਲਾਉਂਦੇ ਨੇ, ਕਿਉਂਕਿ ਕੈਮਰਾ ਨੇ ਔਰ ਸੋਸ਼ਲ ਮੀਡੀਆ ਨੇ तमाम ਚੀਜ਼ਾਂ ਆਸਾਨ ਕਰਤੀਆਂ ਨੇ। ਆਪਣਾ ਪਲ ਪਲ ਉਹ ਅਪਲੋਡ ਕਰਦੇ ਨੇ। ਫਿਰ ਬਹੁਤ ਸਾਰੇ ਲੋਕਾਂ ਨੂੰ ਇਹ ਚਾਅ ਹੁੰਦਾ ਹੈ ਕਿ ਕੋਈ ਸ਼ਖਸੀਅਤ ਕਿਸੇ ਦੇ ਨਾਲ ਸ਼ਾਮ ਹੈ ਜਾਂ ਕੋਈ ਆਇਆ ਹੋਇਆ ਕਿਤੇ, ਤੇ ਨਾ ਤੇ ਉਹਨਾਂ ਨੂੰ ਉਸ ਪ੍ਰੋਗਰਾਮ 'ਚ ਦਿਲਚਸਪੀ ਹੁੰਦੀ ਹੈ, ਨਾ ਕਿਸੇ ਆਏ ਦਾ ਪਤਾ ਹੁੰਦਾ ਹੈ। ਸਿਰਫ ਇਹਨਾਂ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਮਤਲਬ ਮਸ਼ਹੂਰ ਬੰਦਾ ਹੈ, ਨਾਮੀ ਬੰਦਾ ਹੈ, ਜਾਂ ਸ਼ਖਸੀਅਤ ਹੈ, ਜਾਂ ਬੀਬੀ ਹੈ, ਜਾਂ ਬੀਬਾ, ਜੋ ਵੀ ਹੈ।
ਸੋ ਔਖਿਆਂ ਹੋ ਕੇ ਜਾ ਕੇ ਉਹ ਤਸਵੀਰ ਲਵਾਉਣੀ ਉਹਨਾਂ ਨਾਲ, ਤੇ ਬਾਅਦ ਵਿੱਚ ਉਹ ਆਪਣੇ ਉਹ ਪ੍ਰੋਫਾਈਲ ਜਾਂ ਜੋ ਵੀ ਉਹਦੇ ਵਿੱਚ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨਾਲ ਵੀ ਸਾਡੀ ਮੁਲਾਕਾਤ ਹੈ। ਲੇਕਿਨ ਮੈਂ ਸਮਝਦਾ ਵਾਂ ਕਿ ਹਮੇਸ਼ਾ ਤੁਸੀਂ ਜ਼ਿੰਦਾ ਆਪਣੇ ਕੰਮ ਨਾਲ ਰਹਿ ਸਕਦੇ ਹੋ। ਜੋ ਤੁਸੀਂ ਕੀਤਾ ਕਤਰਿਆ ਹੁੰਦਾ ਹੈ, ਜਾਂ ਜਿਸ ਦੇ ਉੱਤੇ ਤੁਸੀਂ ਚੱਲ ਰਹੇ ਹੋ, ਜਾਂ ਜੋ ਸਮਝਦੇ ਹੋ ਕਿ ਇਹ ਕੰਮ ਹੈ, ਉਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਮਾੜਾ ਜਾਂ ਬਹੁਤ ਚੰਗਾ, ਤੁਹਾਨੂੰ ਲਗਾਓ ਹੈ ਉਸ ਕੰਮ ਦੇ ਨਾਲ। ਤੇ ਫਿਰ ਇਹ ਵੀ ਹੁੰਦਾ ਹੈ ਕਿ ਤੁਹਾਡਾ ਨਾਂ ਜ਼ਰੂਰ ਰਹਿੰਦਾ ਹੈ, ਉਹ ਚੰਗਾ ਹੋਵੇ ਜਾਂ ਮਾੜਾ ਹੋਵੇ। ਲਾਜ਼ਮੀ ਨਹੀਂ ਹੈ ਕਿਉਂਕਿ ਚੰਗੇ ਲਫ਼ਜ਼ਾਂ ਵਿੱਚ ਹੀ ਜ਼ਿੰਦਾ ਰਹਿੰਦਾ, ਬਹੁਤ ਸਾਰੇ ਐਸੇ ਵੀ ਹੁੰਦੇ ਨੇ ਬੁਰੇ ਲਫ਼ਜ਼ਾਂ 'ਚ ਵੀ ਜ਼ਿੰਦਾ, ਲੇਕਿਨ ਜ਼ਿੰਦਾ ਰਹਿੰਦੇ ਨੇ ਉਹ ਵੀ। ਅਸੀਂ ਸ਼ਾਇਦ ਜ਼ਿਆਦਾ ਇਹਦੇ ਲਈ ਇਸਤੇਮਾਲ ਕਰਨੇ ਆ ਲਫ਼ਜ਼ ਕੇ ਜੀ ਫਲਾਂ ਬੰਦਾ ਅਮਰ ਹੋ ਗਿਆ, ਔਰ ਲੇਕਿਨ ਦੋਵੇਂ ਤਾਕਤਾਂ ਮਾੜੀਆਂ ਔਰ ਚੰਗੀਆਂ ਇਹ ਨਾਲੋਂ ਨਾਲ ਚੱਲਦੀਆਂ ਨੇ, ਔਰ ਇਹਦੇ ਨੁਮਾਇੰਦੇ ਵੀ ਹਰ ਦੌਰ ਵਿੱਚ ਰਹੇ ਨੇ, ਔਰ ਜਿਹੜੇ ਗੁਜ਼ਰ ਗਏ ਨੇ ਉਹ ਇੱਕੋ ਤਰ੍ਹਾਂ ਹੀ ਡਿਸਕਸ ਹੁੰਦੇ ਨੇ। ਜਦੋਂ ਅਸੀਂ ਕਿਸੇ ਚੰਗੇ ਬੰਦੇ ਦੀ ਗੱਲ ਕਰ ਰਹੇ ਹੁੰਦੇ ਹਾਂ ਔਰ ਉਹਦੇ ਬਾਰੇ ਅਸੀਂ ਉਹਦੀਆਂ ਗੱਲਾਂ ਜਾਂ ਕੁਛ ਦੱਸਦੇ ਹਾਂ, ਤੇ ਉਹਦਾ ਜਿਹੜਾ ਆਪੋਜ਼ਿਟ ਹੁੰਦਾ ਹੈ ਉਹਦਾ ਜ਼ਿਕਰ ਵੀ ਲਾਜ਼ਮੀ ਨਾਲ ਆਉਂਦਾ ਹੈ। ਉਸ ਵੇਲੇ ਕਦੋਂ ਉਹ ਬੰਦਾ ਕਿਸ ਸਟੇਜ 'ਤੇ ਖਲੋਤਾ ਸੀ, ਕਿਸ ਜਗ੍ਹਾ 'ਤੇ ਖਲੋਤਾ ਸੀ, ਕੀ ਗੱਲ ਕਰ ਰਿਹਾ ਸੀ, ਔਰ ਉਹਦੀ ਮੁਖਾਲਫਤ ਕਿਹਦੇ ਨਾਲ ਸੀ। ਸੋ ਉਹ ਮੁਖਾਲਫ ਵੀ ਤੇ ਉਸੇ ਤਰ੍ਹਾਂ ਹੀ ਨਾਲ ਨਾਲ ਟੁਰਦਾ ਹੈ ਨਾ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਚੰਗਾਈ ਜਾਂ ਬੁਰਾਈ ਦੇ ਨਾਲ ਕੋਈ ਗਰਜ਼ ਨਹੀਂ ਹੈ, ਉਹਨਾਂ ਨੂੰ ਨਾਂ ਦੇ ਨਾਲ ਗਰਜ਼ ਹੈ। ਔਰ ਮਤਲਬ ਮੈਨੂੰ ਇਸ ਕਰਕੇ ਜ਼ਿਆਦਾ ਇਹਦਾ ਹੈ, ਜਿਹੜੇ ਦਰਸ਼ਨੀ ਭਲਵਾਨ ਨੇ ਫੋਟੋਆਂ ਲਵਾਉਣ ਵਾਲੇ, ਸੋ ਮੈਂ ਵੇਖ ਰਿਹਾ ਹੁੰਦਾ, ਮੈਂ ਕਿਸੇ ਸ਼ਖਸੀਅਤ ਨੂੰ ਬੁਲਾਉਣਾ ਹੈ ਜਾਂ ਕਿਸੇ ਨੂੰ, ਤੇ ਮੈਂ ਕੰਮ ਕਰਕੇ ਥੱਲੇ ਆ ਕੇ ਬਸ ਬੈਠ ਗਿਆ। ਪ੍ਰੋਗਰਾਮ ਖਤਮ ਹੋਇਆ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਬਸ ਠੀਕ ਹੈ, ਹੋ ਗਿਆ ਨਾ ਜਿਹੜਾ ਕੰਮ ਅਸੀਂ ਕਰਨਾ ਸੀ, ਉਹਦੇ 'ਤੇ ਕੁਦਰਤ ਦਾ ਸ਼ੁਕਰ ਅਦਾ ਕਰੀਦਾ ਕਿ ਬੜੇ ਅੱਛੇ ਤਰੀਕੇ ਨਾਲ ਹੋ ਗਿਆ। ਅਗਰ ਨਹੀਂ ਅੱਛਾ ਹੋਇਆ ਤਾਂ ਕਿਉਂ ਨਹੀਂ ਹੋਇਆ, ਇਹਦੇ 'ਤੇ ਥੋੜ੍ਹਾ ਸੋਚ ਵਿਚਾਰ ਕਰੀਦਾ। ਲੇਕਿਨ ਉੱਥੇ ਇੱਕ ਖਾਸੀ ਤਾਦਾਦ ਐਸੇ ਲੋਕਾਂ ਦੀ ਹੁੰਦੀ ਹੈ ਜੋ ਸਿਰਫ ਫੋਟੋ ਸੈਸ਼ਨ ਵਾਸਤੇ ਆਏ ਹੁੰਦੇ ਨੇ। ਸੋ ਮੇਰਾ ਖਿਆਲ ਹੈ ਕਿ ਵੇਖਣ ਵਾਲੇ ਵੀ ਇਸ ਚੀਜ਼ ਨੂੰ, ਭਾਵੇਂ ਉਹ ਖੁਦ ਵੀ ਦਰਸ਼ਨੀ ਭਲਵਾਨ ਹੋਣ, ਜਿਹੜੇ ਐਸੇ ਨੂੰ ਵੇਖਦੇ ਨੇ ਉਹ ਤੇ ਪਛਾਣ ਹੀ ਜਾਂਦੇ, ਲੇਕਿਨ ਬਹੁਤ ਸਾਰੇ ਲੋਕ ਉਹ ਕਹਿੰਦੇ ਯਾਰ ਇਸ ਬੰਦੇ ਨੂੰ ਹੋਰ ਦੁਨੀਆ 'ਚ ਕੋਈ ਕੰਮ ਨਹੀਂ ਹੈ, ਯਾਨੀ ਇੱਕ ਵਿਹਲਾ ਬੰਦਾ ਹੈ, ਇਹ ਸਿਰਫ ਔਰ ਸਿਰਫ ਇਹ ਕਰ ਰਿਹਾ। ਹੋ ਸਕਦਾ ਹੈ ਉਹਦਾ ਕੰਮ ਹੋਵੇ, ਲੇਕਿਨ ਇਸ ਤਰ੍ਹਾਂ ਨਹੀਂ। ਕੰਮ ਜ਼ਾਤੀ ਕਦੀ ਵੀ ਫੋਟੋਆਂ ਦਾ ਕੰਮ ਨਹੀਂ ਹੁੰਦਾ। ਗੱਲ ਹੋਰ ਕਿਸੇ ਪਾਸੇ ਜਾਣੀ ਹੈ, ਰਾਹ ਲੱਭ ਰਹੇ ਹਾਂ ਅਸੀਂ। ਉਹ ਪਗਡੰਡੀ, ਉਹ ਪੈਂਤਰਾ, ਉਹ ਫੁੱਟਪੈਰੀ, ਅਜੇ ਅਸੀਂ ਉਹਦੇ 'ਤੇ ਨਹੀਂ ਚੜ੍ਹੇ ਜਿੱਧਰ ਅਸੀਂ ਜਾਣਾ ਹੈ। ਇੱਕ ਰੰਗ ਸੁਣਨੇ ਆ, ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਆ ਸਜਣਾ ਰਲ ਇਕੱਠਿਆਂ ਬਈਏ ਤੇ ਵਿਛੋੜਿਆਂ ਨੂੰ ਅਗਲਾਏ, ਜਿੰਦੜੀ ਨੂੰ ਇੱਕੋ ਗਮ ਖਾਵੇ, ਕਿਤੇ ਵਿਛੜਿਆ ਨਾ ਮਰ ਜਾਏ। ਮਾਹੀ ਸਾਨੂੰ ਦੇ ਪੱਥਰੂ ਨਿਸ਼ਾਨੀਆਂ, ਮਾਹੀ ਸਾਨੂੰ ਦੇ ਗਏ ਪੱਥਰੂ ਨਿਸ਼ਾਨੀਆਂ, ਕਿੱਥੇ ਡੇਰੇ ਲਾ ਲੈਣੀ ਵੇ ਦਿਲ ਦੇ ਆ ਜਾਨੀਆਂ, ਮਾਹੀ ਸਾਨੂੰ ਦੇ
जदों याद तेरी कली बह के रोवां वे आवे जदों याद तेरी कली बह के रोवां वे लग गया पक्का दाग किवें नू तोवां वे तेरे नाल प्यार कीता मेरियां नादानियां किथे डेरे ला लेनी वे दिल दे आ जानियां माही सानू दे गया वेड़ा बूए कंदा जिंदड़ी नू खांदे ने सुंजा वेड़ा बूए कंदा जिंदड़ी नू खांदे ने प्यार दे ओ वादे चंगे वेले याद आंदे ने तेनू किवें भुल गईयां कसमां पुराणियां किथे डेरे ला लेनी वे दिल दे आ जानियां माही सानू दे गया मैला विच रहण वाले पहलों प्यार पाउंदे ने मैला विच रहण वाले पहलों प्यार पाउंदे ने फिर संग दिल होके जुल्म कमांदे ने कर जांदे दिलां उत्ते ऐसियां वीरानियां किथे डेरे ला लेनी वे दिल दे आ जानियां माही सानू दे गया अथरू निशानियां माही सानू दे गया अथरू निशानियां किथे डेरे ला लेनी वे दिल दे आ जानियां माही सानू दे गया ओ भैनों ते भराओ जरा रब दा रेडियो ते लाओ रब दा रेडियो सुनो ते टेंशना मुकाओ रब दा रेडियो सब दा रेडियो अस्सलामुअलैकुम
ਮੈਂ ਹਾਂ ਡਾਕਟਰ ਸੁਗਰਾ ਸਦਫ ਤੇ ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ। ਰੱਬ ਦੀ ਬਣਾਈ ਹੋਈ ਇਸ ਦੁਨੀਆ ਵਿੱਚ ਇਹ ਰੇਡੀਓ ਹਰ ਵੇਲੇ ਧਰਤੀ ਦੀ ਜ਼ਬਾਨ ਆਪਣੀ ਮਾਂ ਬੋਲੀ ਦੀ ਸੇਵਾ ਵਿੱਚ ਰੁੱਝਿਆ ਹੋਇਆ ਹੈ। ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਅਹਿਮੀਅਤ ਦਿੰਦੇ ਨੇ ਉਹ ਹੀ ਵੱਡੇ ਲੋਕ ਹੁੰਦੇ ਨੇ, ਕਿਉਂਕਿ ਸਾਰੀ ਦਾਨਿਸ਼ ਔਰ ਸਾਰੇ ਰਾਸ ਐਸੇ ਧਰਤੀ ਤੇ ਉਹਦੀ ਜ਼ਬਾਨ ਵਿੱਚ ਨੇ। ਇਸ ਲਈ ਜੁੜੇ ਰਹੋ ਰੱਬ ਦੇ ਰੇਡੀਓ ਨਾਲ, ਰੱਬ ਦੇ ਰੇਡੀਓ ਨਾਲ, ਰੱਬ ਦੇ ਰੇਡੀਓ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਸਾਰੇ ਸੱਜਣ ਪਿਆਰੇ ਮੇਰੇ ਨਾਲ, ਤੁਹਾਡੀਆਂ ਮੁਹੱਬਤਾਂ, ਤੁਹਾਡਾ ਪਿਆਰ। ਅੱਛਾ, ਇੱਕ ਹੋਰ ਵੀ ਜਦੋਂ ਇਹ ਕਿਸੇ ਏਜ ਵਿੱਚ ਵੀ ਇੱਕ ਮਾਮਲਾ ਹੁੰਦਾ ਹੈ, ਮੁਖਤਲਿਫ ਉਮਰ ਦੀਆਂ ਮੁਖਤਲਿਫ ਖਵਾਹਿਸ਼ਾਤ ਔਰ ਐਸੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ, ਜਾਂ ਜੋ ਅਸੀਂ ਬਣਨਾ ਚਾਹ ਰਹੇ ਹੁੰਦੇ ਹਾਂ ਉਹ ਨਹੀਂ ਅਸੀਂ ਬਣ ਪਾਏ ਹੁੰਦੇ। ਹਾਂ, ਅਸੀਂ ਐਸੇ ਕਿਰਦਾਰਾਂ ਤੋਂ ਬਹੁਤ ਮੁਤਾਸਰ ਹੁੰਦੇ ਹਾਂ ਜਿਨ੍ਹਾਂ ਵਰਗੇ ਅਸੀਂ ਬਣਨਾ ਚਾਹੁੰਦੇ ਹਾਂ। ਫਿਰ ਕੀ ਹੁੰਦਾ ਹੈ ਬਚਪਨੇ ਵਿੱਚ ਤੇ ਇਹ ਜਦੋਂ ਕੋਈ 18 ਸਾਲ ਤੋਂ ਉੱਤੇ ਦੀ ਉਮਰ ਹੁੰਦੀ ਹੈ ਤੇ 18 ਸਾਲ ਤੋਂ ਪਹਿਲੇ ਦੇ ਵੀ ਕਾਫੀ ਸਾਰੇ ਸੁਪਨੇ ਹੁੰਦੇ ਨੇ। ਹੁਣ ਤੇ ਬਹੁਤ ਤੇਜ਼ ਜ਼ਿੰਦਗੀ ਵੀ ਹੈ ਔਰ ਤੁਹਾਡੀ ਮਾਲੂਮਾਤ ਵੀ ਬਹੁਤ ਤੇਜ਼ ਹੈ ਔਰ ਹਰ ਬੰਦੇ ਦੇ ਹੱਥ ਵਾਸ ਹੈ ਕਿ ਜੋ ਉਹ ਸੁਣਨਾ ਵੇਖਣਾ ਚਾਹੁੰਦਾ ਵੇਖ ਸਕਦਾ ਹੈ। ਉਹਨਾਂ 'ਚ ਕੀ ਹੁੰਦਾ ਹੈ ਕਿ ਉਹ ਆਪਣੀ ਸ਼ਖਸੀਅਤ ਦਾ ਇਜ਼ਹਾਰ ਕਿਸ ਤਰ੍ਹਾਂ ਕਰਦੇ ਨੇ। ਉਹ ਜੋ ਨਹੀਂ ਬਣ ਸਕੇ ਹੁੰਦੇ ਜਾਂ ਜੋ ਨਹੀਂ ਕਰ ਸਕੇ ਹੁੰਦੇ, ਉਹ ਜਦੋਂ ਵੀ ਕੋਈ ਚਾਰ ਸੰਗੀ ਸਾਥੀਆਂ ਦੀ ਮਹਿਫਲ ਹੁੰਦੀ ਹੈ ਜਿਹੜੇ ਉਹਨੂੰ ਨਹੀਂ ਜਾਣਦੇ, ਜਾਂ ਉਹ ਜੋ ਦੱਸਣਾ ਚਾਹ ਰਿਹਾ ਉਹ ਕਿਸੇ ਹੋਰ ਜਗ੍ਹਾ ਦਾ ਵਾਕਿਆ ਬਣਾ ਕੇ ਦੱਸਦਾ ਜਿੱਥੇ ਉਹਨਾਂ ਦੀ ਪਹੁੰਚ ਨਹੀਂ ਹੈ। ਸੋ ਆਪਣੀ ਉਸ ਖਾਹਿਸ਼ ਦਾ ਗੱਲੀ ਬਾਤੀ ਉਹਦੇ ਵਿੱਚ ਉਹ ਹੀਰੋ, ਉਹ ਬਹੁਤ ਅੱਛਾ ਬੰਦਾ ਜਾਂ ਬਹੁਤ ਬੁਰਾ ਜਾਂ ਲੜਾਕਾ ਜੋ ਵੀ ਉਹ ਬਣ ਰਿਹਾ ਹੁੰਦਾ ਹੈ। ਦਾਨਿਸ਼ਤਾ ਤੌਰ ਤੇ ਮੇਰੇ ਖਿਆਲ ਬੁਰਾ ਕੋਈ ਵੀ ਨਹੀਂ ਬਣਦਾ, ਲੇਕਿਨ ਉਸ ਕੰਮ ਨੂੰ ਉਹ ਅੱਛਾ ਸਮਝ ਰਿਹਾ ਹੁੰਦਾ ਹੈ ਜਾਂ ਆਪਣੀ ਇੱਕ ਨੇਕ ਨਾਮੀ ਸਮਝ ਰਿਹਾ ਹੁੰਦਾ ਹੈ। ਫਰਜ਼ ਕਰੋ ਇੱਕ ਬੰਦੇ ਨੇ ਵੇਖ ਲਿਆ ਕਿ ਕੋਈ ਜੀਦਾਰ ਬੰਦਾ ਕਿਸੇ ਜਗ੍ਹਾ ਤੇ ਹੈ ਸੀ ਔਰ ਉਸ ਸ਼ਖਸੀਅਤ ਦੀ ਵੀ ਮੌਜੂਦਗੀ ਸੀ। ਕੋਈ ਉੱਥੇ ਐਸੀ ਗੱਲ ਹੋਈ ਕਿ ਕਿਸੇ ਮਾੜੇ ਬੰਦੇ ਨਾਲ ਕੋਈ ਧੱਕਾ ਕਰ ਰਿਹਾ ਤੇ ਉਸ ਬੰਦੇ ਨੇ ਅਗਾਂਹ ਵੱਧ ਕੇ ਉਹਦਾ ਹੱਥ ਵੀ ਡੱਕਿਆ ਜਾਂ ਉਹਨੂੰ ਸਬਕ ਵੀ ਸਿਖਾਤਾ। ਹੁਣ ਇਹ ਜਿਹੜਾ ਬੰਦਾ ਵੇਖ ਰਿਹਾ ਇਹ ਕਰ ਕੁਝ ਨਹੀਂ ਸਕਦਾ, ਲੇਕਿਨ ਇਹਦੇ ਦਿਲ ਵਿੱਚ ਇੱਕ ਖਵਾਹਿਸ਼ ਹੈ, ਇਹਦੇ ਦਿਲ ਵਿੱਚ ਇੱਕ ਚਾਹ ਹੈ ਕਿ ਯਾਰ ਮੈਂ ਵੀ ਇੰਜ ਦਾ ਹੁੰਦਾ। ਖਵਾਹਿਸ਼ ਤੇ ਬੜੀ ਨੇਕ ਹੈ, ਬੜੀ ਅੱਛੀ ਹੈ, ਲੇਕਿਨ ਉਹ ਕਿਸ ਤਰ੍ਹਾਂ ਉਹ ਬੰਦੇ ਨੇ ਜੋ ਕੀਤਾ ਇਹ ਨਹੀਂ ਹੈ ਉਹ। ਸੋ ਇਹ ਬਦਲ ਨਹੀਂ ਹੋ ਸਕਦਾ, ਜੋ ਤੁਸੀਂ ਹੈ ਉਹ ਹੀ ਹੋ। ਲਿਹਾਜ਼ਾ ਉਸ ਵਾਕਿਏ ਨੂੰ ਉਹਦੀ ਚਾਹਤ ਉਸ ਵਾਕਿਏ ਦੀ ਜਾਂ ਉਹਦਾ ਚੰਗਾ ਲੱਗਣਾ ਜਾਂ ਉਸ ਸ਼ਖਸ ਦਾ ਚੰਗਾ ਲੱਗਣਾ ਉਹਦੇ ਦਿਲ ਵਿੱਚ ਥਾਂ ਕਰ ਗਿਆ, ਉਹਦੇ ਦਿਮਾਗ 'ਚ ਥਾਂ ਕਰ ਗਿਆ। ਸੋ ਜਦੋਂ ਵੀ ਉਹਨੇ ਕਿਹਾ ਫਲਾਂ ਜਗ੍ਹਾ ਤੇ ਮੈਂ ਜਾ ਰਿਹਾ ਸਾਂ ਤੇ ਉੱਥੇ ਇਹ ਗੱਲ ਹੋਈ ਤੇ ਮੈਂ ਅਗਾਂਹ ਵੱਧ ਕੇ ਇਹ ਕੀਤਾ, ਇੰਜ ਕੀਤਾ, ਉਹਨੇ ਫਿਰ ਇੰਜ। ਅੱਛਾ, ਉਹ ਹੈ ਨਹੀਂ, ਲੇਕਿਨ ਆਪਣੀ ਤਸਕੀਨ ਵਾਸਤੇ, ਆਪਣੀ ਰਾਹਤ ਵਾਸਤੇ ਉਹ ਉਸ ਬੰਦੇ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਉਹ ਪੇਸ਼ ਕਰ ਰਿਹਾ ਹੈ। ਜਿਵੇਂ ਹੁਣ ਵੀ ਔਰ ਬਹੁਤ ਪਹਿਲੇ ਵੀ ਨੌਜਵਾਨ ਨਸਲ, ਮੈਂ ਅਕਸਰੀਅਤ ਦੀ ਗੱਲ ਕਰ ਰਿਹਾ,
ਉਹਨਾਂ ਦੇ ਹੀਰੋ ਔਰ ਆਈਡੀਅਲ ਫਿਲਮੀ ਹੀਰੋਜ਼ ਨੇ ਸਾਡੇ ਖਿੱਤੇ 'ਚ ਖਾਸ ਕਰਕੇ, ਕਿਉਂਕਿ ਤਾਰੀਖ ਤੋਂ ਬਹੁਤ ਦੂਰ ਹਾਂ ਖੈਰ ਨਾਲ ਅਸੀਂ, ਔਰ ਅਗਰ ਥੋੜੀ ਬਹੁਤੀ ਜਿਹੜੀ ਪੜ੍ਹਾਈ ਵੀ ਜਾਂਦੀ ਉਹ ਬਿਲਕੁਲ ਮਨ ਘੜਤ ਕਿਸਮ ਦੀ ਹੈ, ਉਹਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਹੈ। ਲਿਹਾਜ਼ਾ ਆ ਜਾ ਕੇ ਕੀ ਰਹਿੰਦਾ ਹੈ, ਐਂਟਰਟੇਨਮੈਂਟ ਦੇ ਵਿੱਚ ਫਿਲਮ ਵੇਖਣੀ ਹੈ, ਡਰਾਮਾ ਵੇਖਣਾ ਹੈ। ਅੱਜ ਕੱਲ੍ਹ ਤੇ ਖੈਰ ਘਰਾਂ ਦੇ ਵਿੱਚ ਡਰਾਮੇ ਸ਼ਰਾਮੇ ਸੁਣਿਆ ਬਹੁਤ ਜ਼ਿਆਦਾ ਵੇਖੇ ਜਾ ਰਹੇ ਨੇ, ਔਰ ਬੜੇ ਅੱਛੇ ਡਰਾਮੇ ਸ਼ੁਰੂ 'ਚ ਵੀ ਬਣਦੇ ਸਨ, ਹੁਣ ਵੀ ਬਣ ਰਹੇ ਨੇ, ਕਿਉਂਕਿ ਜ਼ਰਖੇਜ਼ ਹਿੱਤਾ ਹੈ, ਲਿਖਾਰੀ ਵੀ ਉਹਨੇ ਅੱਛੇ ਨੇ। ਸੋ ਉਹਨਾਂ ਵਾਸਤੇ, ਉਸ ਨੌਜਵਾਨ ਵਾਸਤੇ ਉਹਦਾ ਹੀਰੋ ਇੱਕ ਫਿਲਮੀ ਹੀਰੋ ਹੈ, ਫਿਲਮੀ ਕਰੈਕਟਰ ਹੈ, ਐਕਟਰ ਹੈ, ਜਿਹਨੂੰ ਉਹਨੇ ਆਪਣੇ ਮਨ 'ਚ ਵਸਾਇਆ, ਔਰ ਉਹ ਫਿਰ ਆਪਣੀ ਸ਼ਕਲੋ ਸ਼ਬਾਹਤ ਵੀ ਉਂਝ ਦੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਹਰ ਬੰਦੇ ਦਾ ਵੱਖੋ ਵੱਖਰਾ ਜ਼ਾਹਿਰ ਹੈ ਪਸੰਦੀਦਾ ਫਿਲਮ ਐਕਟਰ ਹੈ। ਇਸੇ ਤਰ੍ਹਾਂ ਹੀ ਨੌਜਵਾਨ ਬੱਚੀਆਂ, ਕੁੜੀਆਂ, ਕਿਉਂਕਿ ਬਹਿਸੀਅਤ ਇਨਸਾਨ ਸਾਡੀ ਖਵਾਹਿਸ਼ਾਤ, ਸਾਡੀਆਂ ਸੋਚਾਂ ਸਮਝਾਂ ਉਹ ਵੰਡੀਆਂ ਨਹੀਂ ਹੋਈਆਂ ਕਿ ਕੁੜੀਆਂ ਨੂੰ ਹੋਰ ਆਉਣੀਆਂ ਨੇ ਤੇ ਮੁੰਡਿਆਂ ਨੂੰ ਹੋਰ ਆਉਣੀਆਂ ਨੇ, ਉਹ ਸਾਂਝੀਆਂ ਹੁੰਦੀਆਂ। ਕੁੜੀਆਂ ਦੇ ਵਿੱਚ ਵੀ ਉਹੋ ਜਿਹੀ ਖਵਾਹਿਸ਼ ਹੁੰਦੀ ਹੈ ਕਿ ਅਗਰ ਉਹ ਕਿਸੇ ਤੋਂ ਬਹੁਤ ਜ਼ਿਆਦਾ ਮੁਤਾਸਰ ਨੇ, ਇੰਸਪਾਇਰ ਨੇ, ਤੇ ਉਹ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਇੰਝ ਕਿਉਂ ਨਹੀਂ। ਲੇਕਿਨ ਇੱਕ ਬੜੀ ਸੂਰਤ ਹਾਲ ਹਟ ਕੇ ਵੇ, ਕਿਉਂਕਿ ਉਹ ਜਿਹੜਾ ਬੰਦਾ ਅੱਛਾ ਕੰਮ ਕਰ ਰਿਹਾ ਹੈ ਜਾਂ ਜ਼ਾਲਮ ਦਾ ਹੱਥ ਟੱਕ ਰਿਹਾ ਹੈ, ਜਾਂ ਇੱਕ ਬੰਦਾ ਉਹਨੂੰ ਚਾਹੇ ਬਦਮਾਸ਼ ਬਣਨ ਦਾ, ਉਹ ਬੁਰਾ ਕੰਮ ਕਰ ਰਿਹਾ ਹੈ, ਉਹਦੇ 'ਚ ਸਮਝਦਾ ਕਿ ਮੈਂ ਇੱਕ ਤਾਕਤਵਰ ਹਾਂ, ਉਹਦੇ ਤੇ ਰਵਾਂ ਦਵਾਂ। ਕਿਆ ਇਹ ਇੰਸਪੀਰੇਸ਼ਨ ਦੇ ਨਾਲ ਉਹ ਸਭ ਕੁਝ ਹੋ ਸਕਦਾ, ਬਣ ਸਕਦਾ ਹੈ? ਔਰ ਕਈ ਲੋਕਾਂ ਦੇ ਪਿੱਛੇ ਮਤਲਬ ਥਾਪਨਾ, ਹਲਾਸ਼ੇਰੀ ਉਹਨਾਂ ਨੂੰ ਇਹਦੇ ਤੇ ਉਹ ਇਸ ਕਰਕੇ ਵੀ ਬਹੁਤ ਸਾਰੇ ਨਿਡਰ ਹੁੰਦੇ ਨੇ, ਉਹ ਸਮਝਦੇ ਨੇ ਕਿ ਅਸੀਂ ਜੋ ਵੀ ਕਰ ਲਿਆ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ। ਲੇਕਿਨ ਇਹ ਜਿਹੜੀ ਖਵਾਹਿਸ਼ਾਤ ਨੇ, ਕਿਉਂਕਿ ਅਸੀਂ ਕਹਿੰਦੇ ਕਿ ਸਾਡਾ ਇੱਕ ਕਹਿੰਦੇ ਨਹੀਂ ਬਲਕਿ ਯਕੀਨੀ ਤੌਰ ਤੇ ਸਾਡਾ ਜ਼ਰਖੇਜ਼ ਕੀਤਾ ਹੈ, ਔਰ ਜਿੱਥੋਂ ਦੀ ਮਿੱਟੀ ਬਹੁਤ ਅੱਛੀ ਫਸਲ ਦਿੰਦੀ ਹੋਵੇ, ਜਿੱਥੇ ਆਬੋ ਹਵਾ ਬਹੁਤ ਅੱਛੀ ਹੋਵੇ, ਜਿੱਥੇ ਤੰਦਰੁਸਤ ਫਿਜ਼ਾ ਹੋਵੇ, ਉੱਥੇ ਜ਼ਿਹਨ ਵੀ ਤੰਦਰੁਸਤ ਹੁੰਦੇ ਨੇ। ਲੇਕਿਨ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਉਹ ਤੰਦਰੁਸਤੀ ਕਿਉਂ ਨਹੀਂ ਲਿਆ ਸਕੇ? ਇਹਦੇ ਵਿੱਚ ਕਿਆ ਸਾਡੇ ਜਿਹੜਾ ਤਾਲੀਮੀ ਨਿਜ਼ਾਮ ਹੈ ਉਹਦਾ ਮਾਮਲਾ ਹੈ, ਜਾਂ ਸਾਡੀ ਰਹਿਤਲ ਦਾ ਜੋ ਸਾਡੇ ਕੋਲ ਇੱਕ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਉਹਦਾ ਮਾਮਲਾ ਹੈ ਕਿ ਭਜੋ ਭੱਜੀ ਔਰ ਨਸੋ ਨਸੀ ਪੈਸੇ ਦੇ ਪਿੱਛੇ ਦੌੜ ਲੱਗੀ ਹੋਈ ਹੈ, ਜਿਹਦੇ ਵਿੱਚ ਹਰ ਚੀਜ਼ ਅਸੀਂ ਭੁੱਲੇ ਹਾਂ, ਜੀਵਣਾ ਭੁੱਲੇ ਹੋਏ ਹਾਂ, ਜਿਉਂਦੇ ਜੀ ਅਸੀਂ ਵਡਾਵੇ ਬਣੇ ਹਾਂ। ਮਾਮਲੇ ਹੋਰ ਨੇ, ਇੱਕ ਰੰਗ ਸੁਣਨੇ ਆ, ਗੱਲ ਨੂੰ ਥੋੜਾ ਜਿਹਾ ਅਗਾਂਹ ਵਧਾਵਾਂਗੇ। ਸਾਨੂੰ ਉਹ ਰਾਹ ਲੱਭ ਗਿਆ ਜਿੱਧਰ ਅਸੀਂ ਜਾਣਾ ਸੀ, ਤੇ ਮੇਰੇ ਪਿਆਰੇ ਵੀ ਨਾਲ ਨਾਲ ਚੱਲਣ ਡੇ ਨੇ, ਟੁਰਨ ਡੇ ਨੇ, ਔਰ ਉਹਨਾਂ ਨੇ ਵੀ ਉਂਗਲ ਫੜੀ ਹੈ। ਤੇ ਆਸ ਮੈਨੂੰ ਉਹਨਾਂ ਦੇ ਹੈ ਜਿਹੜੇ ਸੱਜਣ ਹੈ ਨੇ, ਮੈਂ ਤਾਂ ਚਾਹ ਰਿਹਾ ਇਹਨਾਂ ਨੇ ਦੱਸਣਾ ਹੈ ਕਿ ਇਹ ਆ ਕੇ ਮੋੜ ਤੇ ਕਿਹੜੇ ਪਾਸੇ ਜਾਣਾ ਹੈ। ਲੰਮੀ ਸਿੱਟੀ ਮਾਰ ਮਿੱਤਰਾ, ਘਰ ਭੁੱਲ ਗਈ ਮੋੜ ਤੇ ਆ ਕੇ। ਪਹਿਲੇ ਮੋੜ ਤੇ ਗੁਰੂਦੁਆਰਾ, ਦੂਜੇ ਮੋੜ ਤੇ ਠਾਕੁਰ ਦੁਆਰਾ, ਤੀਜੇ ਮੋੜ ਤੇ ਮਸਜਿਦ ਮੰਦਰ, ਜਾਵਾਂ ਕਿਹਦੇ ਅੰਦਰ? ਵੇ ਲੰਮੀ ਸੀਟੀ ਮਾਰ ਮਿੱਤਰਾ, ਘਰ ਭੁੱਲ ਗਈ ਮੋੜ ਤੇ ਆ ਕੇ। ਰੰਗ ਰਾਂਝਣ ਨੂੰ ਮੈਂ ਢੂੰਢਣ ਚੱਲਿਆ, ਮੈਨੂੰ ਰਾਂਝਣ ਮਿਲਿਆ।
वर्गा नाही मैनू रंग दे जोगिया रंग रंग वे मैनू रंग दे जोगिया रंग रंग वे इश्क दा दरिया काठा मारे इश्क दा दरिया काठा मारे हुण पार जावे केड़ा लंघ वे जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे यार ललारी नदियों पारे नदी सुने दी खूनी यारे यार ललारी नदियों पारे नदी सुने दी खूनी यारे असा करना प्यारे दा संग वे जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे सारे जलसा सारे जलसा बेसानी प सा गा मा पानी नी सा दा नी सा सने जलसा सने जलसा पानी सा गा मा मा रंगपुर सारा पाप दुकाने तख्त हजारा कुल जाने रंगपुर सारा पाप दुकाने तख्त हजारा कुल जाने मैं ते अजला तो जोगी ते मंग जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे रंग जोगी मेरा नैन पराणे रंग जोगी मेरा दीन ईमाने रंग जोगी मेरा नैन पराणे रंग जोगी मेरा दीन ईमाने कोई सूहित सावे तो तंग वे जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे इश्क दा दरिया काठा मारे इश्क दा दरिया काठा मारे हुण पार जावे केड़ा लंघ वे जोगिया रंग रंग वे मैनू रंग दे जोगिया रंग रंग वे ओ मैनू रंग दे जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे ਮਾਹੀ ਦਿਆਂ ਬਾਗਾਂ ਵਿੱਚ
ਬੂਟਾ ਖਿਲਿਆ ਚੰਬੇਲੀ ਦਾ ਖੋਲ ਕੇ ਬੈਠੀ ਹਾਂ ਬੂਹਾ ਦਿਲ ਦੀ ਹਵੇਲੀ ਦਾ। ਮੈਂ ਰਫੀ ਅਖਤਰ, ਰੱਬ ਦਾ ਰੇਡੀਓ, ਸਭ ਦਾ ਰੇਡੀਓ, ਸੁਣਦੇ ਰਹੋ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬ ਦੀ ਮੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਰੱਬ ਦੇ ਬੰਦੇ, ਰੱਬ ਦਾ ਰੇਡੀਓ, ਸੁਣਦੇ ਰਹੋ ਰੱਬ ਦਾ ਰੇਡੀਓ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਅੱਛਾ, ਇਹ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਹਸਤੀਆਂ ਐਸੀਆਂ ਜਿਨ੍ਹਾਂ ਦੀ ਤੁਹਾਨੂੰ ਕੁਰਬਤ ਨਸੀਬ ਹੋਈ ਹੋਵੇ ਔਰ ਉਹ ਅੰਦਰੋਂ ਬਾਹਰੋਂ ਇੱਕੋ ਜਿਹੀਆਂ ਹੋਣ। ਤੁਹਾਨੂੰ ਇਹ ਜਾਣਨ ਦਾ ਵੀ ਮੌਕਾ ਮਿਲਿਆ ਹੋਵੇ ਕਿ ਇੰਨਾ ਟਾਈਮ ਮਿਲਿਆ ਹੋਵੇ, ਜਿਵੇਂ ਸਿਆਣੇ ਕਹਿੰਦੇ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ, ਔਰ ਉਹ ਸ਼ਖਸੀਅਤ ਬਿਲਕੁਲ ਇੰਝ ਜੋ ਬਾਹਰੋਂ ਉਂਝੀ ਅੰਦਰੋਂ, ਜੋ ਆਹਾ ਸੋ ਆਹਾ, ਜੋ ਹੈ ਸੋ ਹੈ। ਉਹਨਾਂ ਚੋਂ ਇੱਕ ਸਾਈਂ ਅਤਰ ਲਾਹੌਰੀ, ਬਹੁਤ ਪਿਆਰ ਔਰ ਉਹਨਾਂ ਦੀ ਮੁਹੱਬਤ ਕਿ ਮੇਰੇ ਕੋਲ ਆਪ ਤਸ਼ਰੀਫ ਲਿਆਂਦੇ ਹੁੰਦੇ ਸਨ ਔਰ ਸਾਰਾ ਦਿਨ ਬੈਠਣਾ, ਗੱਪਸ਼ਪ ਲੱਗਣੀ। ਉਹਨਾਂ ਦਾ ਮੈਨੂੰ ਅੱਜ ਕਿਸੇ ਨੇ ਸ਼ੇਅਰਿੰਗ ਕੀਤੀ ਸੀ। ਉਹਨਾਂ ਦੀ ਨਜ਼ਮ, ਉਹਨਾਂ ਦੀ ਕਿਤਾਬ ਵੀ ਇਸੇ ਨਾਂ ਤੋਂ ਹੀ ਛਪੀ ਹੈ ਔਰ ਬੜਾ ਇਹਦੇ ਤੇ ਪਹਿਲੇ ਸੋਚ ਵਿਚਾਰ ਹੁੰਦਾ ਰਿਹਾ ਕਿ ਇਸ ਨਾਂ ਤੋਂ ਕਿਤਾਬ ਛਾਪੀਏ ਕਿ ਨਾ ਛਾਪੀਏ, ਕੋਈ ਮਸਲਾ ਨਹੀਂ, ਲੇਕਿਨ ਚਲੋ ਸ਼ੁਕਰ ਹੈ ਉਹ ਕਿਤਾਬ ਉਸੇ ਨਾਂ ਤੋਂ ਛਪ ਗਈ ਔਰ ਲੋਕਾਂ ਤੱਕ ਪਹੁੰਚੀ। ਔਰ महफूज हो गया उन्होंने कलाम। अजय काफ़ी सारा ऐसा कलाम है जड़ा नहीं छपिया। नज़म है अल्लाह मियाँ थल्लिया, लेकिन जी मेरे को अज किसी ने भेजी वो उन्होंने तलफुज दी या लफ्ज़ों की कुछ घाटा वधाई हेर फेर सी, या शायद अल्लाह मियाँ थल्लिया अपनी दुनिया वेंदा जा, या आसमानो रिज़्क वरा। अल्लाह मियाँ थल्लिया वड़ जांदों तू सब्जी मंडी, फड़िए मिलदे नाल पखंडी, तोल दिंदे तेनू मार के डंडी, वेच दिंदे तेनू सस्ते पा। अल्लाह मियाँ थल्लिया तेरा कोठा चुंदा रहिंदा, भेजदा रहनू उठदा बहिंदा, दिसदा ना तेनू चढ़दा लहिंदा, उग पैंदा हर पासे का। अल्लाह मियाँ थल्लिया तेरा मां ते प्यो ना हुंदा, घर विच आटा घ्यो ना हुंदा, जो चाहनो तू सो ना हुंदा, वेंदा विकदी किस किस पा। अल्लाह मियाँ थल्लिया भुख नंग मैनू जिउण ना दिंदी, वोटी मैनू कूण ना दिंदी, घर विच लगी माशाअल्लाह। अल्लाह मियाँ थल्लिया
ਤੈਨੂੰ ਧੀ ਵਿਆਹਣੀ ਪੈਂਦੀ, ਨਾਨਕੀ ਚੱਕ ਬਣਾਉਣੀ ਪੈਂਦੀ, ਰੁੱਸੀ ਭੈਣ ਮਨਾਣੀ ਪੈਂਦੀ, ਲੱਥ ਜਾਂਦੇ ਸਭ ਤੇਰੇ ਚਾਅ। ਅੱਲਾ ਮੀਆਂ ਥੱਲੇ ਆ। ਵੇਖ ਸ਼ੀਆ ਤੇ ਵਾਬੀ ਲੜ ਪਏ, ਸੁੰਨੀ ਲੈ ਕੇ ਡਾਂਗਾਂ ਚੜ ਪਏ, ਇੱਕ ਦੂਜੇ ਨੂੰ ਕਤਲ ਕਰਿੰਦੇ, ਆਖਣ ਸਾਡਾ ਇੱਕ ਖੁਦਾ। ਅੱਲਾ ਮੀਆਂ ਥੱਲੇ ਆ। ਵੇਖ ਮਸੀਤ ਲਈ ਚੰਦਾ ਮੰਗਦੇ, ਕੋਲੋਂ ਬਾਊ ਦੇ ਡਰਦੇ ਲੰਘਦੇ, ਪੁੱਛ ਗਿੱਛ ਵਾਲੇ ਜਾਂ ਪੁਲਿਸ ਵਾਲੇ। ਵੇਖ ਮਸੀਤ ਲਈ ਚੰਦਾ ਮੰਗਦੇ, ਕੋਲੋਂ ਬਾਊ ਦੇ ਡਰਦੇ ਲੰਘਦੇ, ਮੈਨੂੰ ਘਰ ਤੇ ਦੇ ਨਹੀਂ ਸਕਦਾ, ਆਪਣਾ ਘਰ ਤੇ ਆਪ ਬਣਾ। ਅੱਲਾ ਮੀਆਂ ਥੱਲੇ ਆ। ਅੱਛਾ, ਫਿਰ ਵੀ ਇਹਦੇ ਵਿੱਚ ਸਾਈਂ ਹੋਰਾਂ ਨੇ ਕਿ ਮੈਂ ਹਮੇਸ਼ਾ ਤਕਲੀਫਾਂ ਵੀ ਜਾਰਨਾ ਵਾ, ਦੁੱਖ ਵੀ ਜਾਰਨਾ, ਲੇਕਿਨ ਫਿਰ ਵੀ ਸਜਦੇ ਤੈਨੂੰ ਕਰਨਾ ਵਾ, ਤੇਰਾ ਨਾਂ ਹੀ ਜਪਣਾ ਵਾ। ਸੋ ਇੱਕ ਮਾੜਾ ਜਿਹਦੀ ਮੁਹੱਬਤ ਹੈ ਰੱਬ ਸੱਚੇ ਨਾਲ, ਜਿਹੜਾ ਕਹਿੰਦਾ ਕਿ ਮੇਰਾ ਉਸ ਤੋਂ ਇਲਾਵਾ ਸਹਾਰਾ ਹੀ ਕੋਈ ਨਹੀਂ, ਤੇ ਯਕੀਨੀ ਤੌਰ ਤੇ ਜੋ ਦੁੱਖੜੇ ਹੁੰਦੇ ਨੇ ਹਮੇਸ਼ਾ ਬੰਦਾ ਉਹਨੂੰ ਹੀ ਸੁਣਾਉਂਦਾ ਹੈ ਜਿਹੜਾ ਉਹਦਾ ਮਦਾਵਾ ਕਰ ਸਕੇ, ਜਿਹੜਾ ਉਹਦਾ ਹੱਲ ਕਰ ਸਕੇ। ਤੇ ਜਿਹੜੇ ਵਿਚਾਰੇ ਨਿਮਾਣੇ ਨਤਾਣੇ ਲਾਚਾਰ, ਯਕੀਨੀ ਤੌਰ ਤੇ ਸਾਈਂ ਹੋਰੀ ਸੁਸਾਇਟੀ ਵਿੱਚ ਵੀ ਔਰ ਦਿਲੋਂ ਵੀ ਉਹਨਾਂ ਲੋਕਾਂ ਦੇ ਨੁਮਾਇੰਦੇ ਸਨ ਜਿਹੜੇ ਮਜ਼ਲੂਮ ਨੇ, ਮਾੜੇ ਨੇ, ਮਾਤੜ ਨੇ, ਉਹਨਾਂ ਦੀ ਨੁਮਾਇੰਦਗੀ ਕਰਦੇ ਸਨ, ਉਹਨਾਂ ਵਾਸਤੇ ਹੀ ਲਿਖਦੇ ਸਨ। ਔਰ ਏਜੀ ਆਫਿਸ ਵਿੱਚ ਮੁਲਾਜ਼ਮ ਸਨ। ਸ਼ਾਹਦਰੇ ਅੱਗੇ ਸ਼ਾਹਦਰਾ ਟਾਊਨ ਉਹਨਾਂ ਦਾ ਇਮਾਮੀਆਂ ਕਲੋਨੀ ਦੇ ਬਿਲਕੁਲ ਨਾਲ ਉਹਨਾਂ ਦਾ ਘਰ। ਪੈਦਲ ਆਣਾ ਔਰ ਜਾਣਾ ਉਹਨਾਂ ਨੇ। ਸੋ ਹਸਪੀਟਲ 'ਚ ਦਾਖਲ ਸਨ। ਮੈਂ ਪਹਿਲੇ ਵੀ ਜਦੋਂ ਹਯਾਤ ਸਨ ਤੇ ਮੈਂ ਦੱਸਿਆ ਸੀ ਕਿ ਉਹਨਾਂ ਵਾਸਤੇ ਨਾ ਕਿਸੇ ਗਵਰਨਮੈਂਟ ਦੀ ਆਰਗੇਨਾਈਜੇਸ਼ਨ ਨੇ 50,000 ਰੁਪਇਆ ਭੇਜਿਆ। ਉਹਨਾਂ ਨੇ ਕਿਹਾ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ, ਮੇਰਾ ਬਸ ਇਲਾਜ ਕਰਵਾ ਦਿਓ। ਸੋ ਅਸੀਂ ਕਿੱਡੇ ਵੱਡੇ ਲੋਕ ਜਿਹੜੇ ਸੁੱਚੇ ਹੀਰੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਦੀ ਕਹਾਣੀ ਸੁਣਦੇ ਹਾਂ ਜੀ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ, ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ, ਬਦਲੇ ਚ ਭਾਵੇਂ ਮੇਰੀ ਜਾਨ ਲੈਂਦਾ ਜਾ, ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ, ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ।
दिल तेरे किस कम आवेगा। निका जिहा दिल तेरे किस कम आवेगा। निका जिहा दिल तेरे किस कम आवेगा। सारी मेरे दिल दी दुकान लेंदा जा। प्यार नाल एक वारी जान कहंदा जा। प्यार नाल एक वारी जान कहंदा जा। ਸੋ ਮੈਨੂੰ ਪੰਜਾਂ ਨਾਲੇ ਪਰਾਂ ਦੀ ਵੇ ਸੋਹਣਿਆ। ਸੋ ਮੈਨੂੰ ਪੰਜਾਂ ਨਾਲੇ ਪਰਾਂ ਦੀ ਵੇ ਸੋਹਣਿਆ। ਸੋ ਮੈਨੂੰ ਪੰਜਾਂ ਨਾਲੇ ਪਰਾਂ ਦੀ ਵੇ ਸੋਹਣਿਆ। ਸੋ ਮੈਨੂੰ ਪੰਜਾਂ ਨਾਲੇ ਬਾਰਾਂ ਦੀ ਵੇ ਸੋਹਣਿਆ। ਜਿਵੇਂ ਦਿਲ ਆਖੀ ਪੈ ਮਾਨ ਲੈਂਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਪਿਆਰ ਦੀ ਮੈਦੇ ਵਿੱਚ ਕੋਈ ਕਸਤੂਰੀ ਏ। 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 ਚਾਵਾਂ ਦਾ ਬਣਾਇਆ ਹੋਇਆ ਪਾਨ ਲੈਂਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਬਦਲੇ ਚ ਭਾਵੇਂ ਮੇਰੀ ਜਾਨ ਲੈਂਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਪਿਆਰ ਨਾਲ ਇੱਕ ਵਾਰੀ ਜਾਨ ਕਹਿੰਦਾ ਜਾ। ਜੋ ਰੱਬ ਦਾ ਉਹ ਸਭ ਦਾ ਇਸੇ ਲਈ ਤੇ ਰੱਬ ਦਾ ਰੇਡੀਓ ਸਭ ਦਾ ਰੇਡੀਓ ਸੁਣਦੇ ਰਹੋ। ਉਹ ਭੈਣੋ ਤੇ ਭਰਾਓ ਜ਼ਰਾ ਰੱਬ ਦਾ ਰੇਡੀਓ ਤੇ ਲਾਓ। ਰੱਬ ਦਾ ਰੇਡੀਓ ਸੁਣੋ ਤੇ ਟੈਨਸ਼ਨਾਂ ਮੁਕਾਓ। ਰੱਬ ਦਾ ਰੇਡੀਓ ਸਭ ਦਾ ਰੇਡੀਓ।
ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਤੁਸੀਂ ਸਾਰੇ ਮੇਰੇ ਨਾਲ ਹੋ। ਮੈਨੂੰ ਯਕੀਨ ਹੈ ਤੁਹਾਡੀ ਮੁਹੱਬਤ ਦੀ ਖੁਸ਼ਬੂ ਮੇਰੇ ਤੱਕ ਪਹੁੰਚਦੀ ਹੈ। ਅੱਛਾ, ਅਸੀਂ ਵੇਖਿਆ ਕਿ ਜਦੋਂ ਤਾਰੀਖ ਨੂੰ ਵੇਖਦੇ ਹਾਂ ਤੇ ਇਹਨਾਂ ਚੋਂ ਖਾਸ ਕਰਕੇ ਸਾਇੰਟਿਸਟ ਔਰ ਜਿਨ੍ਹਾਂ ਨੇ ਇਜਾਦਾਤ ਕੀਤੀਆਂ, ਉਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ 5 ਤੋਂ 10 ਸਾਲ ਕੰਮ ਕਰਨ ਵਾਸਤੇ ਮਿਲੇ, ਔਰ ਉਸ ਤੋਂ ਪਹਿਲੇ ਉਹਨਾਂ ਨੇ ਬਹੁਤ ਭੈੜੇ ਜਿਹੇ ਹਾਲਾਤ ਗੁਜ਼ਾਰੇ ਆਪਣੀ ਜ਼ਿੰਦਗੀ ਦੇ, ਤਕਲੀਫ ਵਿੱਚ। ਜਾਂ ਇਹਨਾਂ ਚੋਂ ਅਕਸਰੀਅਤ ਉਹਨਾਂ ਦੀ ਵੀ ਹੈ ਜਿਹੜੇ ਖਾਸ ਕਰਕੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਵਿੱਚ ਤੁਸੀਂ ਕਹਿੰਦੇ ਹੋ ਨਾ ਕਿ ਉਹ ਇੰਨੇ ਚੰਗੇ ਨਹੀਂ ਸਨ, ਲੇਕਿਨ ਉਹਨਾਂ ਨੂੰ ਆਪਣੇ ਕੰਮ ਵੱਲ ਬੜੀ ਧਿਆਨ ਔਰ ਤਵੱਜੋ ਸੀ। ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਵੀ ਇੱਥੇ ਜਿਹੜੇ ਆਪਣੇ ਤੌਰ 'ਤੇ ਕੰਮ ਹੋਏ ਨੇ, ਜਿਨ੍ਹਾਂ ਨੇ ਕੁਝ ਪਾਵਰ ਸਟੇਸ਼ਨਸ ਵੀ ਬਣਾਏ ਨੇ, ਉਹਨਾਂ ਨੇ ਉਸ ਤਰ੍ਹਾਂ ਸਕੂਲਿੰਗ ਜਾਂ ਉਹਦੇ ਵਿੱਚ ਕੋਈ ਡਿਪਲੋਮਾਸ ਵਗੈਰਾ ਕੋਈ ਨਹੀਂ ਕੀਤੇ ਹੋਏ, ਆਪਣੇ ਧਿਆਨ ਨਾਲ ਆਪਣੀ ਤਵੱਜੋ ਦੇ ਨਾਲ ਉਹ ਲੱਗੇ ਰਹੇ ਨੇ ਔਰ ਕਾਮਯਾਬੀ ਹਾਸਿਲ ਕੀਤੀ। ਮੈਨੂੰ ਇੱਕ ਚੀਜ਼ ਨਹੀਂ ਸਮਝ ਆ ਰਹੀ ਕਿ ਸਾਡੀ ਸ਼ਖਸੀਅਤ ਦੇ ਬਣਾਉਣ ਵਿੱਚ ਕਿਆ ਸ਼ਖਸੀਅਤ ਬਣਦੀ ਹੈ, ਬਣੀ ਬਣਾਤੀ ਆਉਂਦੀ ਹੈ ਬਾਈ ਬਰਥ, ਬਾਈ ਡਿਫਾਲਟ। ਇਸ ਤਰ੍ਹਾਂ ਦਾ ਹੁੰਦਾ ਹੈ ਮਾਮਲਾ ਕਿ ਜਿਹਨੇ ਜੋ ਬਣਿਆ ਹੋਣਾ ਹੈ ਜਾਂ ਜੋ ਹੈ ਵੀ ਉਹ ਹੁੰਦਾ ਹੈ, ਜਾਂ ਤੁਹਾਡਾ ਆਲ ਦੁਆਲ ਇਹਦੇ ਵਿੱਚ ਕੋਈ ਕਿਰਦਾਰ ਅਦਾ ਕਰਦਾ ਹੈ। ਅਗਰ ਕਿਰਦਾਰ ਅਦਾ ਕਰਦਾ ਹੈ ਤੇ ਇਹਦੇ 'ਚ 2-3 ਸਵਾਲ ਬਣਦੇ ਨੇ, ਲੇਕਿਨ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਇਹਦੇ ਵਿੱਚ ਸਾਂਝ ਪਾ ਸਕਦੇ ਹੋ ਕਿ ਇੱਕ ਕਲਾਸ ਦੇ ਵਿੱਚ ਬਹੁਤ ਸਾਰੇ ਬੱਚੇ ਪੜ੍ਹ ਰਹੇ ਹੁੰਦੇ, ਲੇਕਿਨ ਉਹਨਾਂ ਵਿੱਚੋਂ ਕੋਈ ਇੱਕ ਹੁੰਦਾ ਹੈ, ਜਾਂ ਪੂਰੇ ਸਕੂਲ 'ਚੋਂ ਕੋਈ ਇੱਕ ਹੁੰਦਾ ਹੈ, 2 ਹੁੰਦੇ ਨੇ ਜੋ ਕਿ ਆਪਣਾ ਨਾਮ ਬਣਾਉਂਦੇ ਨੇ, ਬਹੁਤ ਅੱਛਾ ਜਾਂ ਬਹੁਤ ਬੁਰਾ ਬਹਰਹਾਲ। ਲੇਕਿਨ ਇਹ ਅਗਰ ਅਸੀਂ ਕਹੀਏ ਕਿ ਇਹਦੇ ਵਿੱਚ ਤੁਹਾਡੇ ਆਲ ਦੁਆਲ ਦਾ ਇੱਕ ਅਸਰ ਹੁੰਦਾ, ਤੇ ਆਲ ਦੁਆਲ ਦੇ ਵਿੱਚ ਤੇ ਬਹੁਤ ਸਾਰੇ ਬੱਚੇ ਵੀ ਹੁੰਦੇ ਨੇ, ਵੱਡੇ ਵੀ ਹੁੰਦੇ ਨੇ, ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਫਿਰ ਉਹਨਾਂ 'ਚੋਂ 1-2 ਹੀ ਕਿਉਂ ਇਸ ਤਰ੍ਹਾਂ ਦੇ ਹੁੰਦੇ ਨੇ? ਆਪੋ ਆਪਣੀ ਸਕਿੱਲ ਹੁੰਦੀ ਹੈ ਕਿ ਜਮਾਂਦਰੂ ਤੌਰ ਤੇ ਜੀ ਉਹ ਬਹਾਦਰ ਹੈ। ਅਗਰ ਸੁਸਾਇਟੀ ਨੇ ਉਹਨੂੰ ਬਣਾਇਆ ਜਾਂ ਉਹਦੇ ਪਿੱਛੇ ਕਿਸੇ ਦਾ ਹੱਥ, ਤੇ ਉਹ ਕਿਆ ਉਂਝ ਦਾ ਹੀ ਬਹਾਦਰ ਹੁੰਦਾ ਹੈ ਜਾਂ ਜਿਹੜਾ ਜਮਾਂਦਰੂ ਤੌਰ ਤੇ ਬਾਈ ਡਿਫਾਲਟ ਹੋਵੇ, ਜਾਂ ਇੱਕ ਬਹੁਤ ਜ਼ਹੀਨ ਹੈ ਪੈਦਾਇਸ਼ੀ ਤੌਰ ਤੇ ਅਸੀਂ ਟ੍ਰੇਨਿੰਗ ਕਰਕੇ ਕਿਸੇ ਹੋਰ ਨੂੰ ਉਹਦੇ ਨਾਲੋਂ ਜ਼ਿਆਦਾ ਜ਼ਹੀਨ ਜਾਂ ਅੱਛਾ ਕਰ ਸਕਦੇ ਹਾਂ? ਕਿਆ ਸਾਡੇ ਇਹ ਸਾਰੇ ਜਿਹੜੇ ਮਾਮਲਾਤ ਹੁੰਦੇ ਨੇ ਇਹਦੇ ਵਿੱਚ ਤੁਸੀਂ ਵੇਖਦੇ ਹੋ ਕਿ ਮੇਰਾ ਇੱਕ ਹੀ ਸਵਾਲ ਹੈ ਕਿ ਕਿਆ ਇਹ ਜਿਹੜੇ ਜ਼ਹੀਨ ਜਾਂ ਹਟ ਕੇ ਅਲੱਗਾ ਤੋਂ ਲੋਕ ਹੁੰਦੇ ਨੇ, ਬਾਈ ਜੀਨਸ ਹੁੰਦੇ ਨੇ ਜਾਂ ਬਾਈ ਡਿਫਾਲਟ ਹੁੰਦੇ ਨੇ, ਜਾਂ ਇਹਨਾਂ ਨੂੰ ਬਣਾਉਣ ਸਵਾਰਨ ਵਿੱਚ ਤੁਹਾਡੇ ਮੁਆਸ਼ਰੇ ਦਾ, ਤੁਹਾਡੀ ਸੁਸਾਇਟੀ ਦਾ ਜਾਂ ਤੁਹਾਡੇ ਘਰ ਦਾ, ਦਰਸਗਾਹ ਦਾ ਕੋਈ ਹੱਥ ਹੁੰਦਾ ਹੈ? 3 ਸਵਾਲ ਨੇ ਮੇਰੇ। ਸ਼ਖਸੀਅਤ ਇੱਕ ਹੈ, ਸਵਾਲ 3 ਨੇ। ਇਹਦੇ ਵਿੱਚ ਤੁਸੀਂ ਮੇਰੀ ਰਹਿਨੁਮਾਈ ਫਰਮਾਣੀ ਹੈ ਕਿ ਇਹ ਮਾਮਲਾ ਕੀ ਹੈ, ਕਿਉਂਕਿ ਇਹ ਸਾਰੀ ਸੁਸਾਇਟੀ ਤੁਹਾਨੂੰ ਬਹੁਤ ਸਾਰੇ ਨਾਮ ਮਿਲ ਸਕਦੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਲੋਕ ਸਨ, ਲੇਕਿਨ ਉਹ ਹੀ ਕਿਉਂ? ਉਹ ਵੀ ਉੱਥੇ ਜਨਮੇ, ਉਸੇ ਖਿੱਤੇ ਦੇ ਵਿੱਚ ਹੀ ਉਹਨਾਂ ਦੀ ਪਰਵਰਿਸ਼ ਹੋਈ, ਉਹਨਾਂ ਦੇ ਨਾਲ ਹੀ ਹੱਸੇ ਖੇਡੇ, ਉਹਨਾਂ ਦੇ ਨਾਲ ਹੀ ਪੜ੍ਹੇ, ਉਹਨਾਂ ਦੇ ਨਾਲ ਜਵਾਨ ਹੋਏ, ਫਿਰ ਉਹਨਾਂ ਚੋਂ ਇੱਕ ਕਿਉਂ? ਇਹ ਮੈਨੂੰ ਗੱਲ ਥੋੜੀ ਜੀ ਜ਼ਰਾ ਕੇ ਸਮਝਾਓਗੇ ਤੇ ਤੁਹਾਡੀ ਬੜੀ ਮੁਹੱਬਤ, ਬੜੀ ਮਿਹਰਬਾਨੀ। ਔਰ ਮੈਂ ਫਿਰ ਵੀ ਹਮੇਸ਼ਾ ਦੀ ਤਰ੍ਹਾਂ ਅਰਜ਼ੋਈ ਤੇ ਇਹੀ ਕਰਨੀ ਹੈ ਕਿ ਉਹ ਦੋਸਤਾਨ ਜੋ ਇਸ ਮਾਮਲੇ 'ਚ ਸਮਝਦੇ ਨੇ ਜਾਂ ਇਨਵੋਲਵਮੈਂਟ ਹੈ ਉਹਨਾਂ ਦੀ, ਜਾਂ ਜ਼ਿਹਨੀ ਤੌਰ ਤੇ ਉਹ ਇਹ ਸਮਝਦੇ ਨੇ ਕਿ ਯਾਰ ਇਹਦੇ ਤੇ ਮੈਂ ਕੋਈ ਗੱਲ ਕਰ ਸਕਦਾ ਹੈ। ਦੂਸਰੇ ਦੋਸਤ ਜਿਹੜੇ ਦੁਆ ਸਲਾਮ ਵਾਲੇ ਨੇ, ਤੁਹਾਡੀ ਦੁਆ ਵੀ ਪਹੁੰਚ ਗਈ, ਸਲਾਮ ਵੀ ਪਹੁੰਚ ਗਿਆ, ਲੇਕਿਨ ਬਾਸ ਤੁਸੀਂ ਮੈਨੂੰ ਪਤਾ ਨਹੀਂ ਆਉਣਾ, ਲੇਕਿਨ ਮੈਂ ਫਿਰ ਵੀ ਮੇਰੀ ਅਰਜ਼ ਹੈਗੀ ਹੈ ਜੀ ਮੰਨ ਲਵੋ ਤੇ ਮੈਂ ਵੀ ਹਮੇਸ਼ਾ ਦੀ ਤਰ੍ਹਾਂ ਉਹੀ ਕਰਨਾ ਹੈ ਤੇ ਤੁਸੀਂ ਵੀ ਹਮੇਸ਼ਾ ਦੀ ਤਰ੍ਹਾਂ ਉਹੀ ਕਰਨਾ ਹੈ।
ਤੇ ਵੇਖਨੇ ਆ ਸੱਜਣ ਪਿਆਰੇ ਕੀ ਫਰਮਾ ਰਹੇ ਸਾਡੀ ਅੱਜ ਦੀ ਗੱਲਬਾਤ ਦੇ ਬਾਰੇ। ਜੀ अस्सलाम वालेकुम जनाब अली। ठीक हो जी? जी मेहरबानी, शुक्रिया जी। अपना नाम दसो। मैं जी तफैल बोल रहा तुफैल जी, बिस्मिल्लाह बिस्मिल्लाह जी। आए नु जी, मैं बड़े दिनों की ट्राई कर रहा जी, ਤੁਹਾਨੂੰ अच्छा जी, बिस्मिल्लाह, खैर होवे जी। जी आए नु, जी आए नु। अच्छा बाबियो, मैनू ये दसो, प्रोग्राम सुन रहे हो, मैं सवाल दोहरा इस करके रहा कि दूसरे नਵੇਂ दोस्त भी कि ਇਹ ਜਿਹੜੇ ਵੱਡੇ ਨਾਂ ਹੁੰਦੇ ਨੇ ਉਹਦੇ ਚ ਮੈਂ ਨਹੀਂ ਕਹਿ ਰਿਹਾ ਕੋਈ ਚੰਗੇ ਕੰਮ ਵਿੱਚ ਨੇ ਜਾਂ ਮੰਦੇ ਚ ਨੇ, ਹੈ ਹਟ ਕੇ ਨੇ। ਹਾਂਜੀ, ਉਹ ਪੈਦਾਇਸ਼ੀ ਤੌਰ ਤੇ ਹੁੰਦੇ ਨੇ ਜਾਂ ਉਹਨਾਂ ਦੇ ਵਟਕੇ ਉਵੇਂ ਦੇ ਹੁੰਦੇ ਨੇ ਤੇ ਤਾਂ ਇਹ ਮੈਂ ਪੰਜਾਬੀ ਸੌਖੀ ਪੰਜਾਬੀ ਦੱਸ ਰਿਹਾ, ਵਟਕੇ ਉਵੇਂ ਦੇ ਹੁੰਦੇ ਨੇ ਤੇ ਉਹ ਤਾਂ ਹੁੰਦੇ ਨੇ ਜਾਂ ਉਥੋਂ ਦੀ ਰਹਿਤ ਬਹਿਤ ਉਹਨਾਂ ਨੂੰ ਉਹ ਬਣਾਉਂਦੀ ਹੈ। ਦੇਖੋ ਨਾ ਜੀ, ਇਹਦੇ ਵਿੱਚ ਦੋ ਗੱਲਾਂ ਨੇ। ਇੱਕ ਤੇ ਆ ਕਿ ਜਿਸ ਕੰਮ ਦੀ ਅੱਲਾਹ ਪਾਕ ਨੇ ਬੰਦੇ ਨੂੰ ਡਿਊਟੀ ਲਾਈ ਹੈ ਨਾ, ਤੇ ਉਹਦੇ ਵਾਸਤੇ ਅੱਲਾਹ ਪਾਕ ਉਹ ਰਾਹ ਆਪੇ ਕ੍ਰੀਏਟ ਕੀਤੀ ਜਾਏਗਾ। ਠੀਕ ਹੈ, ਮਤਲਬ ਰਾਹ ਬਣਾ ਦਿੰਦਾ। ਹਾਂਜੀ, ਉਦੋਂ ਨੂੰ ਤੁਰੇ ਜਾਂਦੇ ਤੇ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਜਾਂਦੀਆਂ ਤੇ ਉਹ ਆਪਣੀ ਜਿਹੜੀ ਡਿਊਟੀ ਲੱਗੀ ਉਹਦੇ ਉੱਤੇ ਪੂਰੇ ਹੋ ਜਾਂਦੇ। ਠੀਕ ਹੈ, ਠੀਕ ਹੈ ਨਾ ਜੀ। ਦੂਸਰਾ ਹੁੰਦਾ ਹੈ ਕਿ ਕੁਝ ਬੰਦੇ ਹੁੰਦੇ ਨੇ ਕਿ ਜੀ ਉਹ ਬੰਦਾ ਜਿਹੜਾ ਮੇਰੇ ਤੋਂ ਵੱਧ ਗਿਆ ਤੇ ਮੈਂ ਮਿਹਨਤ ਕਰਾਂ ਤੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਾਂ ਤੇ ਉਹ ਹਿਰਸ ਵਿੱਚ ਆ ਕੇ ਵੀ ਇਹ ਕੰਮ ਜਿਹੜਾ ਉਹ ਬਣ ਸਕਦਾ। ਠੀਕ ਹੈ, ਉਹਦੇ ਮੁਕਾਬਲੇ ਤੇ ਆ ਕੇ ਵੀ ਉਹ ਬਣ ਸਕਦਾ ਹੈ। ਹਾਂਜੀ। ਦੂਸਰਾ ਹੁੰਦਾ ਹੈ ਕਿ ਜਿਹੜਾ ਮਿਸਾਲ ਤੌਰ ਉੱਤੇ ਪਿਓ ਹੈ, ਉਹ ਅੱਛਾ ਕੰਮ ਕਰਦਾ ਪਿਆ, ਉਹਨੇ ਆਪਣੇ ਬਾਲ ਬੱਚਿਆਂ ਨੂੰ ਹਲਾਲ ਦੀ ਅੱਛੀ ਕਮਾਈ ਖਵਾਈ ਹੈ ਤੇ ਉਹਦੇ ਵਿੱਚ ਉਹ ਜੇਨਸ ਆ ਜਾਂਦੇ ਅੱਛੇ ਬਣਨ ਦੇ। ਠੀਕ ਹੈ, ਤੇ ਉਹ ਕੋਸ਼ਿਸ਼ ਕਰੇਗਾ ਤੇ ਫਿਰ ਵੀ ਉਹ ਮਾਸ਼ਰੇ ਨੂੰ ਵੇਖ ਕੇ ਜਾਂ ਆਪਣੀ ਮਿਹਨਤ ਕਰਕੇ ਉਹ ਅੱਛੀ ਜਿਹੜੀ ਨਾ ਆਪਣਾ ਨਾਂ ਆਪਣੀ ਰੈਪੂਟੇਸ਼ਨ ਉਹ ਅੱਛੀ। ਠੀਕ ਹੈ। ਤੁਫੈਲ ਸਾਹਿਬ, ਇਹ ਤਿੰਨ ਤੁਸੀਂ ਗੱਲਾਂ ਕੀਤੀਆਂ ਨੇ, ਮੈਂ ਤੁਹਾਡੇ ਕੋਲ ਜਵਾਬ ਨਹੀਂ ਮੰਗਾਂਗਾ, ਸਿਰਫ ਮੈਂ ਕਹਾਂਗਾ ਇੱਕ ਪਿਓ ਦੇ 4-5 ਪੁੱਤਰ ਨੇ ਔਰ 4-5 ਦੀ ਵੱਖੋ ਵੱਖਰੀ ਤਬੀਅਤ ਹੈ। ਠੀਕ ਹੈ, ਉਹ ਫਿਰ ਜੀਨਸ ਤੇ ਸਾਰਿਆਂ ਦੇ ਵਿੱਚ ਹੀ ਹੁੰਦਾ ਨਾ, ਬਾਈ ਜੀਨਸ ਅਗਰ ਤੁਸੀਂ ਕਹੋ ਤੇ ਉਹ ਉਹਨਾਂ ਨੂੰ ਫਿਰ ਇੱਕੋ ਜਿਹਾ ਹੋਣਾ ਚਾਹੀਦਾ, ਇੱਕੋ ਜਿਹੇ ਨਹੀਂ ਹੁੰਦੇ। ਤੁਸੀਂ ਫਰਮਾਇਆ ਕਿ ਇੱਕ ਬੰਦਾ ਹੈ ਜਿਹਨੂੰ ਰੱਬ ਸੋਹਣਾ ਜੋ ਡਿਊਟੀ ਲੱਗੀ ਹੈ ਉਹ ਰਾਹ ਵਿਖਾ ਰਿਹਾ। ਡਿਊਟੀ ਲੱਗਣ ਤੋਂ ਮੁਰਾਦ ਹੈ ਕਿ ਸਾਰਿਆਂ ਦੀ ਉੱਥੇ ਸਾਰੇ ਜੰਮੇ ਨੇ ਤੇ ਉਹਨਾਂ ਸਾਰਿਆਂ ਦੀ ਡਿਊਟੀ ਕਿਉਂ ਨਹੀਂ ਲੱਗੀ? ਉਹ ਵੀ ਰੱਬ ਦੇ ਹੀ ਬੰਦੇ ਨੇ, ਅੱਲਾ ਦੇ ਬੰਦੇ ਨੇ। ਇੱਕ ਬੰਦੇ ਦੀ ਜਿਹੜੀ ਕਿਸਮਤ ਹੈ ਨਾ, ਉਹਦਾ ਸਤਾਰਾ ਉਹਦੀ ਕਿਸਮਤ ਉਹਨੇ ਉਸ ਪਾਸੇ ਨੂੰ ਅੱਲਾ ਨੇ ਉਹਦੇ ਕੋਲੋਂ ਆਪਣਾ ਕੰਮ ਲੈਣਾ ਹੁੰਦਾ। ਹੁਣ ਸਾਰੀ ਦੁਨੀਆ ਤੇ ਵਜ਼ੀਰ ਆਜ਼ਮ ਨਹੀਂ ਬਣ ਸਕਦਾ। ਤੇ ਫਿਰ ਇਹ ਅਸੀਂ ਕਹੀਏ ਕਿ ਇਸ ਤਰ੍ਹਾਂ ਬਾਈ ਜੀਨਸ ਨਹੀਂ ਹੈ, ਇਹਨੂੰ ਤੇ ਕਾਟਾ ਫਿਰ ਗਿਆ ਨਾ। ਤੁਹਾਡੇ ਸਵਾਲ ਦਾ ਇਹੀ ਮਤਲਬ ਬਣਦਾ ਹੈ ਕਿ ਤੁਸੀਂ ਜਿਹੜਾ ਬਾਈ ਜੀਨਸ ਕਿਹਾ ਹੈ ਨਾ, ਉਹ ਬਾਈ ਜੀਨਸ ਨਹੀਂ ਹੈ। ਠੀਕ ਹੈ ਜੀ। ਤੇ ਫਿਰ ਅਗਰ ਅੱਲਾ ਨੇ ਡਿਊਟੀ ਲਾਈ ਹੈ ਤੇ ਅੱਲਾ ਦੇ ਸਾਰੇ ਬੰਦੇ ਨੇ, ਉਹ ਤੇ ਸਾਰਿਆਂ ਨੂੰ ਪਿਆਰ ਕਰਦਾ ਜੀ। ਠੀਕ ਹੈ, ਅੱਲਾ ਦੇ ਸਾਰੇ ਬੰਦੇ ਨੇ, ਪਰ ਸਾਰੇ ਜਿਹੜੇ ਨੇ ਉਹ ਇੱਕੋ ਹੀ ਤਰੀਕੇ ਦੇ ਕੰਮ ਨਹੀਂ ਕਰ ਸਕਦੇ। ਹਰ ਬੰਦੇ ਦੀ ਅਲੱਗ ਜੀ ਵੱਖਰੇ ਵੱਖਰੇ, ਲੇਕਿਨ ਨਾਮ ਹੀ ਹੋਣਾ ਚਾਹੀਦਾ ਸਾਰਿਆਂ ਨੂੰ, ਸਾਰਿਆਂ ਦਾ ਨਾਂ ਹੋਣਾ ਚਾਹੀਦਾ। ਨਾਂ ਫਿਰ ਇੱਕ ਅੱਧੇ ਦਾ ਹੀ ਹੁੰਦਾ ਹੈ। ਰਾਤ ਇੱਕ ਨਹੀਂ ਹੋਣਾ ਨਾ ਜੀ, ਸਾਰੇ ਬੰਦੇ ਤੇ ਵਜ਼ੀਰ ਆਜ਼ਮ ਨਹੀਂ ਨਾ ਹੋ ਸਕਦੇ। ਨਹੀਂ ਬਾਬੇ, ਉਹ ਵਜ਼ੀਰ ਆਜ਼ਮ ਨੂੰ ਵਿਚਾਰੇ ਨੂੰ ਛੱਡ ਦਿਓ ਨਾ ਇੱਕ ਪਾਸੇ। ਲਾਜ਼ਮੀ ਨਹੀਂ ਵਜ਼ੀਰ ਆਜ਼ਮ ਦਾ ਹੀ ਨਾਮ, ਬਹੁਤ ਸਾਰੇ ਹਜ਼ਾਰਾਂ ਲੱਖਾਂ ਵਜ਼ੀਰ ਆਜ਼ਮ ਆਏ, ਕਿਸੇ ਦਾ ਨਾਮ ਘੱਟ ਹੀ ਹੈ, ਕਿਸੇ ਨੂੰ ਪਤਾ ਹੈ। ਠੀਕ ਹੈ, ਹੁਣ ਅਸੀਂ ਪਾਕਿਸਤਾਨ ਜਦੋਂ ਦਾ ਬਣਿਆ ਉਦੋਂ ਦੇ ਪੁੱਛਣ ਲੱਗੇ ਤੇ ਇੱਕ ਦੋ ਵਜ਼ੀਰ ਆਜ਼ਮ ਦੇ ਨਾਂ ਇਹਨਾਂ ਨੂੰ ਆਣੇ ਨੇ, ਲੁਕਾਈ ਨੂੰ, ਸਾਰਿਆਂ ਦੇ ਨਹੀਂ ਆਣੇ। ਤੇ ਇਹਦਾ ਮਤਲਬ ਨਹੀਂ ਕਿ ਉਹਨਾਂ ਦਾ ਨਾਂ ਆ ਰਿਹਾ ਹੈ। ਠੀਕ ਹੈ, ਪੋਰਸ ਨੂੰ ਸਾਰੀ ਦੁਨੀਆ ਜਾਣਦੀ ਹੈ, ਸਿਕੰਦਰ ਨੂੰ ਜਾਣਦੀ ਹੈ, ਬਾਬੇ ਬੁੱਲੇ ਨੂੰ ਜਾਣਦੀ, ਬਾਬੇ ਫਰੀਦ ਨੂੰ ਜਾਣਦੀ ਹੈ, ਖਵਾਜਾ ਫਰੀਦ ਨੂੰ ਜਾਣਦੀ ਹੈ, ਹਜ਼ਰਤ ਸੁਲਤਾਨ ਬਾਹੂ ਨੂੰ ਜਾਣਦੀ ਹੈ। ਠੀਕ ਹੈ, ਉਧਰੋਂ ਆਪਣਾ ਹਿਟਲਰ ਨੂੰ ਜਾਣਦੀ ਹੈ। ਠੀਕ ਹੈ, ਫਿਰ ਇਸੇ ਤਰ੍ਹਾਂ ਮਤਲਬ ਮੈਂ ਇਹ ਥੋੜੇ ਜਿਹੇ ਨਾਂ ਲਏ ਨੇ ਤੇ ਜ਼ਾਹਿਰ ਇਹਨਾਂ ਦੇ ਆਲੇ ਦੁਆਲੇ ਹੋਰ ਵੀ ਐ ਸਨ। ਤੁਫੈਲ ਸਾਹਿਬ ਬਹੁਤ ਮਿਹਰਬਾਨੀ, ਸ਼ੁਕਰੀਆ, ਸਲਾਮਤ ਰਹੋ, ਖੁਸ਼ ਰਹੋ, ਬਹੁਤ ਮਿਹਰਬਾਨੀ, ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਜੀ। अस्सलाम वालेकुम। वालेकुम जनाब जी। सर फारूक गल कर रहे हैं लाहौर तो। जी फारूक साहब। सर जो तुसीं टॉपिक रखा सवाल रखा मैं इस हवाले नाल गल करांगा कि सलाहियत हर इंसान विच अल्लाह पाक ने रखी है, लेकिन मुख्तलिफ रखी है। ठीक है, जो लोग अपनी सलाहियत, अपनी खाबीदा सलाहियत वर्क करके, मेहनत करके, कोशिश करके उस सलाहियत को उजागर कर लेंदे। ठीक है, वो यूनीक बन जाते हैं, वो मुनफरिद बन जाते हैं। और जेडे लोग अपनी खाबीदा सलाहियत को नहीं पहचान सकते, गलत साइड से मेहनत करते रहते हैं, वो यूनीक नहीं होंगे, वो मुनफरिद नहीं होंगे। अच्छा, गलत साइड से भी मेहनत कर रहे हैं फारूक साहब जी? मेहनत तो कर रहे हैं, उन्होंने उधर कामयाबी मिलनी चाहिए, भावें गलत साइड से मेहनत तो कर रहे हैं ना वो।
ਜੀ ਜੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਬੰਦਾ ਜਿਸ ਗੱਲ ਦੀ ਜੁਸਤਜੂ ਕਰਦਾ ਹੈ, ਮਿਹਨਤ ਕਰਦਾ, ਉਹਨੂੰ ਉਹ ਹਾਸਲ ਹੋ ਜਾਂਦਾ ਹੈ। 100% ਨਹੀਂ ਹੈ। ਹੂੰ, ਇਹ ਜਿਹੜਾ ਕਾਨੂੰਨ ਹੈ, ਕੁਦਰਤ ਹੈ ਨਾ, ਮਤਲਬ ਮਿਹਨਤ ਕਰਨ ਵਾਲੇ ਨੂੰ ਵੀ 100% ਨਹੀਂ ਮਿਲਦਾ, ਤੇ ਕਿਹਨੂੰ ਮਿਲਦਾ ਫਿਰ? ਇਹ ਜਿਹੜਾ ਬੰਦਾ ਸਹੀ ਡਾਇਰੈਕਸ਼ਨ 'ਚ ਮਿਹਨਤ ਕਰਦਾ। 100 ਬੰਦੇ ਸਹੀ ਡਾਇਰੈਕਸ਼ਨ 'ਚ ਮਿਹਨਤ ਕਰ ਰਹੇ ਨੇ, ਫਰਜ਼ ਕਰੋ ਉਹਨਾਂ 'ਚੋਂ ਬੰਦਾ ਇੱਕ ਅੱਧਾ ਹੀ ਜਿਹੜਾ ਨਾ ਉਹ ਅੱਗੇ ਜਾਣਾ ਹੈ। ਇਹ 50% ਹੈ ਨਾ, 100 ਬੰਦੇ ਮਿਹਨਤ ਕਰ ਰਹੇ ਨੇ ਤੇ 50% ਕਿਸਮਤ ਦਾ ਔਰ ਤਕਦੀਰ ਦਾ ਵੀ ਅਮਲ ਦਖਲ ਹੈ। ਅੱਛਾ, ਕਿਸਮਤ ਔਰ ਤਕਦੀਰ ਦਾ ਵੀ ਅਮਲ ਦਖਲ ਹੈ। 50% ਯਾਨੀ 50 ਦੀ ਬਣਾਇਆ ਤੇ ਵੇਖੋ ਉਸ ਸੱਚੇ ਨੇ ਬਣਾਈ ਉਹ ਸਾਰੀ ਸੂਰਤ, ਉਹ ਪੈਦਾ ਉਹਨੇ ਕੀਤਾ, ਫਿਰ ਉਸ ਮਾੜੇ ਦਾ ਕੀ ਕਸੂਰ ਜਿਹਦੀ ਕਿਸਮਤ ਮਾੜੀ ਬਣਾਤੀ? ਨਹੀਂ, ਕਿਸਮਤ 100% ਨਹੀਂ ਮਾੜੀ ਹੁੰਦੀ। 50% ਅੱਲਾਹ ਪਾਕ ਨੇ ਇਖਤਿਆਰ ਆਪਣੇ ਕੋਲ ਰੱਖਿਆ। ਸਰ ਮੈਂ ਉਹੀ ਕਹਿ ਰਿਹਾ, 50% ਇਖਤਿਆਰਾਤ ਜਦੋਂ ਬੰਦੇ ਕੋਲ ਹੈ ਵੇ ਫਾਰੂਕ ਸਾਹਿਬ, ਤੇ ਉਹ 50% ਤੇ ਮਿਹਨਤ ਕਰ ਰਿਹਾ, ਤੇ 100 ਬੰਦਾ 50% ਮਿਹਨਤ ਕਰ ਲਈ ਉਹਨਾਂ ਨੇ, ਜੀ ਜੀ 50% ਉਹਨਾਂ ਦੀ ਕਿਸਮਤ ਰਲ ਗਈ। ਜੀ ਉਹ 100 ਬੰਦੇ ਕਿਉਂ ਨਹੀਂ ਕਾਮਯਾਬ ਹੁੰਦੇ? ਉਹਨਾਂ ਚੋਂ ਇੱਕ ਦੋ ਹੀ ਹੁੰਦੇ ਨੇ ਜਿਨ੍ਹਾਂ ਦਾ, ਬਲਕਿ ਕਦੀ ਕਦੀ 100 ਦੇ ਵਿੱਚ 100 ਵਿੱਚੋਂ ਹੀ ਕੋਈ ਨਹੀਂ ਹੁੰਦਾ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਜਿਹੜਾ ਬੰਦਾ ਆਪਣੀ ਸਹੀ ਡਾਇਰੈਕਸ਼ਨ 'ਚ ਮਿਹਨਤ ਕਰੇਗਾ ਔਰ ਬਾਕੀ ਅੱਲਾਹ ਪਾਕ ਦੀ ਮਦਦ ਵੀ ਨਾਲ ਸ਼ਾਮਿਲ ਹਾਲ ਹੋਏਗੀ, ਉਹ ਫਿਰ 100 ਦੇ, ਚਲੋ 100 ਦੇ 100 ਕਿਉਂ ਨਹੀਂ ਕਾਮਯਾਬ ਹੁੰਦੇ? ਚਲੋ ਇਹ ਦੱਸੋ। ਉਹ ਇਹ ਹੀ ਹੈ ਨਾ ਕਿ ਉਹਨਾਂ ਨੂੰ ਤਕਦੀਰ ਦੀ ਤਰਫੋਂ ਨਹੀਂ ਸਪੋਰਟ। ਚਲੋ ਤੁਸੀਂ ਆਪੇ ਕਹਿ ਰਹੇ ਹੋ ਨਹੀਂ 50 ਤਕਦੀਰ ਦੀ ਤਰਫੋਂ ਸਪੋਰਟ, ਤਾਂ ਫਿਰ ਕੀ ਹੋਇਆ ਬਈ? ਤੁਸੀਂ ਕਹਿੰਦੇ 50% ਉਹਨਾਂ ਦੀ ਹੁੰਦੀ ਏ, 50% ਉਹਨਾਂ ਨੇ ਆਪਣੀ ਮਿਹਨਤ ਕਰਨੀ ਹੁੰਦੀ ਹੈ। ਸਾਰਿਆਂ ਦੀ ਤੁਸੀਂ ਕਹਿ ਨਾ ਸਾਰਿਆਂ ਕੋਲ ਹੈ ਵੀ। ਹਾਂਜੀ, ਤੇ ਫਿਰ ਉਹ 50 ਦੀ ਠੁੱਸ ਕਿਉਂ ਹੋ ਗਈ? ਪੰਚਰ ਕਿਉਂ ਹੋ ਜਾਂਦੀ ਤਕਦੀਰ? ਮੈਂ ਇਹ ਤੇ ਜਵਾਬ ਦੇ ਦੇਣਾ ਕਿ 50% ਠੋਸ ਇਸ ਵਾਸਤੇ ਹੋਈ ਹੈ ਕਿ ਤਕਦੀਰ ਦੇ ਵਿੱਚ ਨਹੀਂ ਸੀ ਉਹਨਾਂ ਦੀ ਮਿਹਨਤ। ਨਾ ਕਰੋ ਨਾ, ਤੁਸੀਂ ਆਪਣੇ ਜਵਾਬ ਨੂੰ ਆਪੇ ਹੀ ਉਲਟ ਕਰੀ ਜਾ ਰਹੇ ਹੋ। ਤੁਸੀਂ ਕਹਿ ਰਹੇ ਕਿ ਹਰ ਬੰਦੇ ਨੂੰ ਕੁਦਰਤ ਨੇ ਤਕਦੀਰ ਦੇ ਕੇ ਭੇਜੀ ਹੈ, ਠੀਕ ਹੈ, 50% ਉਹਨੇ ਮਿਹਨਤ ਕਰਨੀ ਹੈ, ਜੀ ਠੀਕ ਹੈ। ਮੈਂ ਕਿਹਾ ਜੀ 100 ਬੰਦੇ ਕੋਲ ਠੀਕ ਹੈ, ਉਹ ਮਿਹਨਤ ਕਰ ਰਹੇ ਨੇ, ਤਕਦੀਰ ਵੀ ਹੈ ਵੇ। ਫਿਰ 100 ਦੇ ਵਿੱਚੋਂ ਕੁਝ ਬੰਦੇ ਅੱਗੇ ਜਾਂਦੇ ਨੇ, ਬਾਕੀ ਵਿਚਾਰਿਆਂ ਦਾ ਕੀ ਕਸੂਰ ਹੈ? ਫਿਰ ਤੁਸੀਂ ਕਹਿੰਦੇ ਕਿ ਨਹੀਂ ਤਕਦੀਰ ਦਾ ਉਹਨਾਂ ਦਾ ਮਾਮਲਾ, ਤਕਦੀਰ ਤੇ ਤੁਸੀਂ ਉਹ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੈਗੀ ਹੈ। 50% ਕਿਹਾ ਨਾ ਤਕਦੀਰ ਤੁਸੀਂ ਕਹਿ ਰਹੇ ਹੋ, ਹਾਂਜੀ, ਤੇ 50% ਸਾਰਿਆਂ ਦੇ ਕੋਲ ਸੀ। ਮਿਹਨਤ ਵੀ ਉਹਨਾਂ 100 ਦੇ 100 ਨੇ ਕੀਤੀ, ਮਿਹਨਤ ਵੀ ਸਾਰਿਆਂ ਨੇ ਕੀਤੀ। ਟ੍ਰੇਨਿੰਗ ਸੈਸ਼ਨ ਦੇ ਵਿੱਚ ਜਦੋਂ ਜਾਂਦੇ ਨੇ ਉਹ ਮਿਹਨਤ ਵੀ ਸਾਰੇ ਉਹੀ ਕਰ ਰਹੇ ਹੁੰਦੇ ਨੇ, ਟ੍ਰੇਨਰ ਵੀ ਉਹਨਾਂ ਦਾ ਉਹੀ ਹੁੰਦਾ ਹੈ। ਫਿਰ ਕੀ ਹੁੰਦਾ ਹੈ? ਖੈਰ ਹੋ ਗਈ ਤੁਹਾਡੀ। ਓਕੇ ਓਕੇ ਜੀ, ਓਕੇ, ਰੱਬ ਰੱਖਾ ਜੀ। अस्सलाम वालेकुम। वालेकुम अस्सलाम, की हाल ने भाईजान? जनाब अली, अपना नाम दसो। मोहम्मद साजिद। कितों गल कर रहे हो? जिला उकाड़ा, तहसील दीपालपुर। अच्छा ठीक है जी, की फरमाओगे? सर गाना एक सुना दो। चलो ठीक है, ओके जी, ओके। अस्सलाम वालेकुम। वालेकुम अस्सलाम, जिंदे वास्ते जी। जी बिस्मिल्लाह, अपना नाम दसो। सर मेरा ते करनो एक कोई सलाम ही है ते एक ही जवाब है। अच्छा सर, मेरे ख्याल सवाल तो बहुत ही अच्छा है, लेकिन मन लगता है कि यूसुफ पंजाबी तो यूसुफ है तो बाकी दुनिया बाकी है। अल्लाह ताला ने हर एक इंसान का अलग एक मकाम बनाया है। तो दुनिया के बड़े सारे वली आए ने जिन्होंने फकर दिलायन के अल्लाह पाक के हुक्म के चल के मुख्तलिफ सारे काम कीते, तबलीग कीता, इस्लाम फैलाया। उसी तरह अल्लाह ताला बाकी इंसानों दी भी ड्यूटियां लाइया ने। तो पैदाइशी अकलमंद दानिशमंद होंदे ने, अल्लाह ताला की जात उन्हां दी पैदाइशी उन्हां नूं अता कर दिंदा है, तो दुनियादारी तो सीख जांदे ने। मेरा ख्याल है कि अल्लाह ताला ने सब की ड्यूटियां लाइया ने, उन्होंने इस काबिल बनाया कि किसी का किसी दी ड्यूटी लाई है कि उन्हें सवेरे जाना है फैक्ट्री, वो काम करना है और घर आ जाना है, ਉਹਦੇ ਸਾਰੀ ਜ਼ਿੰਦਗੀ ਇਹ ਗੁਜ਼ਰ ਜਾਂਦੀ, ਉਹਦੀ ਡਿਊਟੀ ਇਹੀ ਹੈ। बिल्कुल वो ड्यूटी ये नहीं है, वो करना कोई और चाहे तो कर भी सकता, लेकिन अपने शौक ਨੂੰ ਇਸਤੇਮਾਲ ਵੀ ਤਾਂ ਕਰੇ ਨਾ। ਬਸ ਵੇਖੋ ਗੱਲ ਇਹੀ ਹੈ। छोड़ दे ਦਿੱਤਾ। ਹਾਂ, ਤੁਸੀਂ ਆਪਣਾ ਮਾਡਲ ਟਾਊਨ ਤੋਂ ਹੋ ਨਾ? जी बिल्कुल, मोना बात कर रहे जी, मोना गल कर रहे हो। चलो जी, बहुत मेहरबानी, शुक्रिया जी, सलामत रहो मोना जी, बहुत मेहरबानी। मन लगता है यूसुफ पंजाबी वर्गा ते कोई नहीं। खैर होवे ਤੁਹਾਡੀ, ਤੁਹਾਡੇ ਵਰਗਾ ਵੀ ਕੋਈ ਨਹੀਂ। बिस्मिल्लाह, सलामत रहो जी। अस्सलाम वालेकुम जी। वालेकुम अस्सलाम रहमतुल्लाह बरकातहू जी। बिस्मिल्लाह जी, आए नो जी। सर ਤੁਹਾਡੇ ਟੌਪਿਕ ਤੋਂ ਬਾਅਦ ਦੀ ਗੱਲ ਇਸ ਲਈ ਮੈਂ ਖਾਲਿਦ ਬੱਟ ਨਹੀਂ ਗੱਲ ਕਰ ਰਿਹਾ, ਮੈਸੇਂਜਰ ਆਫ ਜ਼ਕੀ ਮਲਕ ਮੇਜਰ ਸਾਹਿਬ। अच्छा अच्छा अच्छा, ठीक है। ਉਹਨਾਂ ਦਾ ਖਾਸ ਤੌਰ ਤੇ ਮੈਨੂੰ ਫੋਨ ਆਇਆ ਸੀ
ਉਹਨਾਂ ਨੇ ਕੁਝ ਮੈਸੇजेस ਦਿੱਤੇ ਸਨ, ਪੈਗਾਮ ਦਿੱਤਾ ਸੀ। ਉਹਨਾਂ ਨੇ ਕਿਹਾ ਜੀ ਹੋ ਸਕਦਾ ਬਾਜ਼ ਔਕਾਤ ਮੈਂ ਸੌਰੀ ਚ ਹੋਣਾ ਕਿ ਮੇਰੇ ਸਿਗਨਲ ਦਾ ਮਸਲਾ ਹੁੰਦਾ ਹੈ। ਹਾਂ ਤੇ ਅਗਰ ਮੇਰੀ ਕਾਲ ਨਾ ਮਿਲੀ ਤੁਹਾਡੀ ਤੇ ਇਹ ਉੱਥੇ ਔਨ ਏਅਰ ਇਹ ਗੱਲ ਕਹਿ ਦੇਣਾ। ਜੀ ਜੀ। ਤੇ ਮੈਂ ਸਰ ਕੋਟ ਐਂਡ ਕੋਟ ਉਹ ਜੋ ਉਹਨਾਂ ਨੇ ਫਰਮਾਇਆ ਸਰ, ਉਹਨਾਂ ਨੇ ਕਿਹਾ ਕਿ 95 ਨਾਲ ਮੈਨੂੰ ਬਹੁਤ ਅਰਸਾ ਹੋ ਗਿਆ ਔਰ ਮਾਸ਼ਾਅੱਲਾ ਬੜੇ ਬੜੇ ਅੱਛੇ ਪ੍ਰੈਜ਼ੈਂਟਰ ਜਿਨ੍ਹਾਂ ਚ ਉਹਨਾਂ ਨੇ ਤੁਹਾਡਾ ਨਾਂ ਲਿੱਤਾ, ਕਾਜੀ ਸਾਹਿਬ ਦਾ ਨਾਂ ਲਿੱਤਾ, ਜਾਬਰ ਸਾਹਿਬ ਦਾ ਲਿੱਤਾ, ਮਲਕ ਮੁਮਤਾਜ਼ ਦਾ ਲਿੱਤਾ, ਹੋਰ ਯਾਨੀ ਲੇਡੀਜ਼ ਦੇ ਵਿੱਚੋਂ ਬੀਨਾ ਗੋਇੰਦੀ, ਨਾਈ ਤਾਲਬ ਤੇ ਆਪਣਾ ਬੀਨਾ ਫਾਰੂਕ ਸਾਹਿਬਾ ਉਹਦਾ ਨਾਂ ਲਿੱਤਾ। ਮਗਰ ਕਹਿੰਦੇ ਨੇ ਕਿ ਅੱਜ ਇੱਕ ਐਸਾ ਪ੍ਰੈਜ਼ੈਂਟਰ, ਹੁਣ ਮੈਂ ਪਤਾ ਨਹੀਂ ਉਹਨੂੰ ਕਹਿੰਦੇ ਮੈਨੂੰ ਨਹੀਂ ਪਤਾ ਕਿ ਮੁਫੱਕਰ ਦੀ ਮੋਨਸ ਕੀ ਹੁੰਦੀ ਹੈ। ਇੱਕ ਮੁਫੱਕਰਾ ਦਾ ਮੈਂ ਸ਼ੋਅ ਸੁਣਿਆ ਸੁਬਾਹ 8 ਤੋਂ ਲੈ ਕੇ 10 ਵਜੇ ਤੇ ਉਹਨਾਂ ਦੇ ਮੈਂ ਕੁਛ ਜਿਹੜੇ ਉਹਨਾਂ ਨੇ ਜੋ ਮੈਨੂੰ ਮੈਸੇਜ ਤੋਂ ਮੈਂ ਤੁਹਾਡੇ ਦੀ ਖਿਦਮਤ ਵਿੱਚ ਪੇਸ਼ ਕਰਨਾ ਚਾਹੁੰਦਾ ਵਾਂ ਕਿ ਮਾਸ਼ਾਅੱਲਾ ਬੜੀਆਂ ਜ਼ਹੀਨ ਸਨ। ਉਹ ਪਾਕਿਸਤਾਨ ਦੇ ਸ਼ਹਿਰਾਂ ਦੇ ਖਾਸੀਅਤਾਂ ਦੱਸਣੀਆਂ ਹਨ ਕਿ ਫਲਾਣਾ ਸ਼ਹਿਰ ਫਲਾਣਾ ਸ਼ਹਿਰ ਫਲਾਣਾ ਸ਼ਹਿਰ ਕਿਸ ਵਜ੍ਹਾ ਤੋਂ ਮਸ਼ਹੂਰ ਹੈ, ਉਹਦੀ ਤਾਰੀਖ ਦੇ ਬਾਰੇ ਦੱਸ ਰਹੀਆਂ ਕਿਉਂਕਿ ਉਹਨਾਂ ਨੂੰ ਕਹਿੰਦੇ ਨੇ ਮੇਰਾ ਤਾਲੁਕ ਜਿਹੜਾ ਉਹ ਸਿਆਲਕੋਟ ਨਾਲ ਹੈ। ਜੀ ਜੀ। ਔਰ ਜਿਸ ਨੇ ਮੇਰੇ ਸ਼ਹਿਰ ਦੇ ਚਾਹੀਆਂ ਤੇ ਮੇਰੇ ਕੰਨ ਖੜੇ ਹੋ ਗਏ ਤੇ ਜਿਹੜੀ ਚੀਜ਼ ਉਹਨਾਂ ਨੇ ਫਰਮਾਈ ਉਹ ਉਹਨਾਂ ਨੂੰ ਮੈਨੂੰ ਜ਼ਰਾ ਖਿਆਲ ਆ ਰਿਹਾ ਕਿ ਉਹਨਾਂ ਨੇ ਕਿਹਾ ਜੀ ਸਿਆਲਕੋਟੀ ਕੋਟ ਐਂਡ ਕੋਟ ਉਹ ਕਹਿੰਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ ਉਹ ਸ਼ੋਅ ਰਿਕਾਰਡ ਹੈ ਉਹ ਦੇਖ ਸਕਦੇ ਹੋ। ਉਹਨਾਂ ਨੇ ਫਰਮਾਇਆ ਕਿ ਇੱਕ ਸੱਪ ਹੋਵੇ ਤੇ ਨਾਲ ਸਿਆਲਕੋਟੀ ਹੋਵੇ ਤੇ ਸਿਆਲਕੋਟੀ ਨੂੰ ਮਾਰ ਦਿਓ, ਸੱਪ ਨੂੰ ਛੱਡ ਦਿਓ। ਨਹੀਂ ਮੇਰੇ ਖਿਆਲ ਬਹੁਤ ਬੁਰੀ ਗੱਲ ਹੈ ਅਗਰ ਇਸ ਤਰ੍ਹਾਂ ਦੀ ਕਿਸੇ ਵੀ ਮਤਲਬ ਦੁਨੀਆ ਦੇ ਵਿੱਚ ਮੈਂ ਕਿਸੇ ਲੋਕ ਇਹ ਸਾਡਾ ਆਪਣਾ ਪੰਜਾਬ ਔਰ ਸਿਆਲਕੋਟ ਨਾਲ ਪੂਰਨ ਭਗਤ ਔਰ ਬਹੁਤ ਵੱਡੀਆਂ ਜੀ ਜੀ ਬਹੁਤ ਵੱਡੀਆਂ ਸ਼ਖਸੀਅਤ ਤਾਰੀਖੀ ਤੌਰ ਤੇ ਉਹ ਮੋਹਤਰਮਾ ਦਾ ਨਾਮ ਹੀ ਉਹਨਾਂ ਨੇ ਕਿਹਾ ਕਿ ਦੱਸਣਾ ਉਹ ਨੇ ਜੀ ਭਾਈਕਾ ਅਨਵਰ ਸਾਹਿਬਾ ਮੰਗਲ ਵਾਲੇ ਦਿਨ ਅੱਜ ਹੀ ਉਹਨਾਂ ਨੇ ਸੁਬਾਹ 8 ਤੋਂ 10 ਸ਼ੋਅ ਕੀਤਾ। ਕਹਿੰਦੇ ਨੇ ਕਿ ਚਲੋ ਇਹ ਸਾਡਾ ਸ਼ੋਅ ਜਿਹੜਾ ਹੈ ਨਾ ਪਹਿਲੇ ਤੇ ਚਲੋ ਹੋਗਾ ਸੀ ਕਿ ਪੰਜਾਬ ਹੀ ਸੀ ਜਾਂ ਲਾਹੌਰ ਹੀ ਸੀ, ਹੁਣ ਪੂਰੇ ਆਲ ਓਵਰ ਦਾ ਵਰਲਡ ਹੈ ਸੁਣਿਆ ਜੀ, ਪੂਰੀ ਦੁਨੀਆ ਸੁਣਿਆ ਜਾਂਦਾ। ਅੱਛਾ ਮੈਂ WhatsApp ਇੱਕ ਨਾ ਅਰਜ਼ ਕਰਾਂਗਾ ਕਿ ਜ਼ਾਹਿਰ ਮੇਰੇ ਕੋਲੋਂ ਵੀ ਮੈਂ ਆਮ ਬੰਦਾ ਵਾਂ ਕੋਈ ਮੇਰਾ ਕਿਆ ਹਰਫ ਆਖਰ ਨਹੀਂ ਹੁੰਦਾ ਜਾਂ ਮੈਂ ਅਕਲੇ ਕੁਲ ਨਹੀਂ ਹੈਗਾ, ਮੇਰੇ ਕੋਲੋਂ ਵੀ ਬਹੁਤ ਸਾਰੀਆਂ ਗਲਤੀਆਂ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹੁੰਦਾ ਬਹੁਤ ਸਾਰੇ ਦੋਸਤਾਂ ਦਾ ਜਦੋਂ ਇਸਲਾਹ ਕਰਦੇ ਨੇ ਦੱਸਦੇ ਨੇ। ਮੈਂ ਸਮਝਦਾ ਕਿ ਮੇਰੀ ਵੀ ਅਗਰ ਕੋਈ ਗਲਤੀ ਹੋਵੇ ਨਾ ਤੇ ਬਜਾਏ ਹੁਣ ਜ਼ਾਹਿਰ ਹੀ ਅਸੀਂ ਲਿਸਨਰਸ ਸਾਡੇ ਸੁਣ ਰਹੇ ਨੇ ਔਰ ਜਿੰਨੇ ਵੀ ਸਿਆਲਕੋਟ ਨਾਲ ਤਲਕ ਹੈ ਉਹਨਾਂ ਦਾ ਤੇ ਬਲਕਿ ਮੇਰੀ ਵੀ ਜ਼ਾਤੀ ਤੌਰ ਤੇ ਦਿਲ ਆਜ਼ਾਰੀ ਹੋਈ ਹੈ ਇਸ ਲਫ਼ਜ਼ ਤੋਂ। ਅੱਛਾ ਦੂਸਰਾ ਮੈਂ ਰਿਕੁਐਸਟ ਕਰਨਾ ਚਾਹ ਰਿਹਾ ਕਿਉਂਕਿ ਤੁਸੀਂ ਮਾਸ਼ਾਅੱਲਾ ਲਾਹੌਰ 'ਚ ਔਰ ਮੇਜਰ ਸਾਹਿਬ ਵੀ ਸਾਡੀ 95 ਦੀ ਤਮਾਮ ਇੰਤਜ਼ਾਮੀਆਂ ਨੂੰ ਜਾਣਦੇ ਨੇ, ਠੀਕ ਹੈ ਜੀ ਜੀ। ਅਗਰ ਕੋਈ ਇਸ ਤਰ੍ਹਾਂ ਦਾ ਮਸਲਾ ਮੇਰਾ ਖਿਆਲ ਹੈ ਕਿ ਪਹਿਲੇ ਤੇ ਉਹਨਾਂ ਨੂੰ ਖੁਦ ਖਿਆਲ ਕਰਨਾ ਚਾਹੀਦਾ, ਜਿਹੜੇ ਪ੍ਰੋਗਰਾਮ ਕਰਨ ਵਾਲੇ ਨੇ ਨਾ ਉਹਨਾਂ ਨੂੰ ਲਫ਼ਜ਼ਾਂ ਦਾ ਬਹੁਤ ਜ਼ਿਆਦਾ ਤਕੱਦੁਸ ਔਰ ਇਹਤਰਾਮ ਔਰ ਖਾਸ ਕਰਕੇ ਸੁਣਨ ਵਾਲਿਆਂ ਦਾ। ਅਸੀਂ ਪ੍ਰੋਗਰਾਮ ਸੁਣਨ ਵਾਲਿਆਂ ਵਾਸਤੇ ਕਰਨੇ, ਆਪਣੇ ਵਾਸਤੇ ਨਹੀਂ ਕਰਦੇ ਔਰ ਅਸੀਂ ਆਪਣੀ ਚਾਤਰੀ ਐਸੀ ਨਹੀਂ ਕਰ ਸਕਦੇ ਕਿ ਕਿਸੇ ਦੀ ਦਿਲ ਦੁਖਾ ਕੇ ਅਸੀਂ ਚਾਤਰ ਬਣ ਜਾਈਏ। ਸੋ ਮੇਰੇ ਖਿਆਲ ਹੈ ਕਿ ਇਹ ਤੁਹਾਡੀ ਰਸਾਈ ਵੀ ਹੈ, ਤੁਹਾਡੀ ਪਹੁੰਚ ਵੀ ਹੈ ਤੇ ਮੇਰੇ ਖਿਆਲ ਹੈ ਕਿ ਮੇਰੀ ਗੱਲ ਨਹੀਂ ਹੋਈ। ਉਹਨਾਂ ਨੇ ਜੋ ਪ੍ਰੋਗਰਾਮ ਕੀਤਾ ਉਹਨਾਂ ਨੇ ਕਿਹਾ ਜੀ ਮੈਨੂੰ ਉਹਨਾਂ ਦਾ ਨੰਬਰ ਜਿਹੜੇ ਅੱਜ ਕੱਲ ਉਹ ਮਤਲਬ ਨੇ ਰਾਏ ਸਾਹਿਬਾ ਉਹਨਾਂ ਦਾ ਨੰਬਰ ਲੈ ਕੇ ਪਲੀਜ਼ ਮੈਨੂੰ ਦਿਓ, ਮੈਂ ਡਾਇਰੈਕਟ ਕਰਾਂਗਾ ਤੇ ਥੋੜਾ ਦਿਨਾਂ ਤੱਕ ਮੈਂ ਆ ਰਿਹਾ ਹਾਂ ਤੇ ਤੁਸੀਂ ਮੈਂ ਉਹ ਚੰਦ ਜਿਹੜੇ ਚਲੋ ਸ਼ੁਕਰ ਉਹਨਾਂ ਨੇ ਮੈਂ ਇਸ ਕਾਬਲ ਸਮਝਿਆ ਹੋਰ 2-4 ਲੈ ਕੇ ਤੇ ਅਸੀਂ ਗਰੁੱਪ ਦੀ ਸੂਰਤ ਵਿੱਚ ਸੁਮਨ ਰਾਏ ਸਾਹਿਬਾਂ ਨੂੰ ਮਿਲਾਂਗੇ। ਇਹ ਜਿਹੜੇ ਨੇ ਮਤਲਬ ਕਿਆ ਇਹਦੇ ਤੇ ਪੈਮਰਾ ਦਾ ਇਹ ਉਹਨਾਂ ਦੇ ਸਰ ਉਹ ਮੈਂ ਮਤਲਬ ਮੇਰੀ ਰਾਏ ਜ਼ਰੂਰ ਹੋ ਸਕਦੀ। ਅੱਛਾ ਉਹਦੇ ਚ ਮੇਰੀ ਗੱਲ ਸੁਣੋ ਨਾ ਇਹਦੇ ਤੇ ਬਾਕੀ ਗੱਲ ਕਰਨ ਵਾਲੀ ਹੁਣ ਆਪਾਂ ਨਾ ਇਹਦੇ ਤੇ ਗੱਲ ਕਰੀਏ ਤਾਂ ਕਿ ਉਹ ਪੈਗਾਮ ਬਹੁਤ ਭਰਵਾਂ ਔਰ ਪਾਵਰਫੁਲ ਤੁਹਾਡਾ ਪਹੁੰਚ ਗਿਆ, ਠੀਕ ਹੈ ਔਰ ਯਕੀਨੀ ਤੌਰ ਤੇ ਇੰਤਜ਼ਾਮੀਆਂ ਵੀ ਸੁਣ ਰਹੀ ਹੈ, ਉਹਨਾਂ ਤੱਕ ਵੀ ਪਹੁੰਚ ਗਿਆ। ਸੋ ਅੱਗੇ ਹੁਣ ਅਸੀਂ ਇਹਦੀ ਗੱਲ ਕਰੀਏ। ਅੱਗੇ ਦੂਸਰੀ ਵਾਰੀ ਕਰਾਂ ਹੁਣ ਮੈਂ ਕਰਨਾ ਥੋੜੀ ਦੇਰ ਬਾਅਦ ਮੇਰਾ ਮਾਈਂਡ ਜਿਹੜਾ ਨਾ ਮੈਂ ਕਰਨਾ। ਓਕੇ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇੱਕ ਕਾਰ ਲਵਾਂਗੇ, ਉਸ ਤੋਂ ਬਾਅਦ ਅਸੀਂ ਰੰਗ ਸੁਣਾਂਗੇ। ਜੀ अस्सलाम वालेकुम। अस्सलाम वालेकुम जी। वालेकुम अस्सलाम। मोहम्मद हिजाज जफर शुक्र जी बिस्मिल्लाह जनाब, बिस्मिल्लाह जी, की हाल है, ठीक हो जी? अल्हम्दुलिल्लाह शुक्र अल्हम्दुलिल्लाह जी। बाबियो की फरमाओगे सरनामे थे? अच्छा वो इस तरह है जी कि ना एक दफा मैं घर विच इस तरह परेशान बैठा था ना ते वालिद साहब मैनू पूछन लगे कि की गल है बेटा एडा परेशान क्यों? मैं जी
ਮੈਨੂੰ 4-5 ਦਿਨ ਹੋ ਗਏ ਨੇ ਕਿ ਮੈਂ ਕੰਮ ਤੇ ਜਾ ਰਿਹਾ, ਲੇਕਿਨ ਦੁਕਾਨ ਖੋਲਣਾ ਹੈ ਤੇ ਕੰਮ ਨਹੀਂ ਹੈ। ਵਾਲਦ ਸਾਹਿਬ ਨੇ ਕਿਹਾ ਕਿ ਬੇਟਾ ਜਿਹੜਾ ਨਾ ਤੁਹਾਡਾ ਕੰਮ ਹੈ ਕਿ ਸੁਬਹ ਰਿਜ਼ਕ ਵਾਸਤੇ ਨਿਕਲਣਾ ਜੀ, ਤੇ ਫਿਰ ਜਿਹੜਾ ਨਾ ਅੱਗੋਂ ਮਾਲਕ ਦਾ ਕੰਮ ਹੈ ਕਿ ਕਦੋਂ ਔਰ ਕਿਸ ਟਾਈਮ ਤੇ ਜਿਹੜਾ ਨਾ ਰਿਜ਼ਕ ਦੇਣਾ ਜੀ। ਮਾਲੀ ਦਾ ਕੰਮ ਪਾਣੀ ਦੇਣਾ, ਪਰ ਮੁਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਨਾ ਹੋਵੇ ਜਾਂ ਨਾ ਲਾਵੇ। ਇਸੇ ਤਰ੍ਹਾਂ ਇਸ ਗੱਲ ਦੇ ਉੱਤੇ ਮੈਂ ਕਹਾਂਗਾ ਕਿ ਕੋਈ ਵੀ ਇਨਸਾਨ ਹੈ ਨਾ, ਉਹ ਅਗਰ ਕਿਸੇ ਵੀ ਚੀਜ਼ ਵੱਲ ਜਾਂਦਾ ਹੈ ਨਾ, ਬੁਰਾਈ ਜਾਂ ਅੱਛਾਈ, ਉਹ ਅਗਰ ਕਿਸੇ ਵੀ ਚੀਜ਼ ਦੇ ਉੱਤੇ ਅੱਛਾ ਮੈਂ ਇੱਕ ਮਿੰਟ ਜੈਸਾ ਮੇਰੀ ਨਾ ਇੱਕ ਗੱਲ ਸੁਣਨਾ। ਮੈਂ 3 ਸਵਾਲ ਕੀਤੇ ਨੇ ਕਿ ਕਿਆ ਕੋਈ ਪੈਦਾਇਸ਼ੀ ਤੌਰ ਤੇ ਹੀ ਜ਼ਹੀਨ ਹੁੰਦਾ ਹੈ ਜਾਂ ਉਹਦੇ ਵਿੱਚ ਉਹ ਖਾਸੀਅਤ ਹੁੰਦੀ ਹੈ, ਜਾਂ ਉਹਦੇ ਵਟਕੇ ਅਗਰ ਜ਼ਹੀਨ ਜਾਂ ਬਹਾਦਰ ਜਾਂ ਉਹ ਨੈਗੇਟਿਵ ਬੁਰੇ ਨੇ ਤੇ ਉਹ ਹੁੰਦਾ ਹੈ, ਜਾਂ ਇੱਥੋਂ ਦੀ ਸੁਸਾਇਟੀ। ਇਹ ਤਿੰਨਾਂ ਸਵਾਲਾਂ ਚੋਂ ਨਾ ਤੁਸੀਂ ਮੈਨੂੰ ਕੋਈ ਤਿੰਨਾਂ ਦੀ ਜਾਂ ਤੁਸੀਂ ਦੱਸ ਸਕਦੇ ਹੋ ਜਾਂ ਕੋਈ ਇੱਕ ਦੱਸ ਸਕਦੇ ਹੋ ਕੀ ਹੁੰਦਾ ਹੈ? ਮਤਲਬ ਪੈਦਾਇਸ਼ੀ ਤੌਰ ਤੇ ਹੁੰਦਾ ਹੈ ਜਾਂ ਉਸ ਤਰ੍ਹਾਂ ਦੇ ਹੋਣ ਤੇ ਇਹਦਾ ਹੁੰਦਾ ਹੈ, ਜਾਂ ਸਾਡਾ ਮੁਆਸ਼ਰਾ ਉਹ ਨੋਚਦਾ ਬਣਾਉਂਦਾ ਹੈ ਜੋ ਉਹ ਅੱਗੇ ਜਾ ਕੇ ਆਪਣਾ ਨਾਮ ਬਣਾਉਂਦਾ ਹੈ? ਨਹੀਂ ਜੀ, ਮੁਆਸ਼ਰੇ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਮੁਆਸ਼ਰਾ ਬਣਾਉਂਦਾ ਹੈ। ਕਿ ਇਨਸਾਨ ਜਿਹੜਾ ਨਾ ਜੀ, ਉਹਨੂੰ ਅੱਲਾ ਨੇ ਸ਼ਊਰ ਅਕਲ ਦਿੱਤੀ ਹੈ। ਸਾਰਿਆਂ ਨੂੰ ਦਿੱਤੀ ਹੈ, ਸਾਰਿਆਂ ਨੂੰ ਦਿੱਤੀ। ਮੈਂ ਤੇ ਸਵਾਲ ਹੀ ਸੌਖਾ ਕਰਤਾ ਹੈ, ਮੈਂ ਸਵਾਲ ਸੌਖਾ ਕਰਤਾ ਹੈ। ਮੈਨੂੰ ਇਹ ਦੱਸੋ ਮਤਲਬ ਇਹਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੀ ਕਾਲ ਲੈ ਸਕਦੇ ਹਾਂ ਕਿ ਪੈਦਾਇਸ਼ੀ ਤੌਰ ਤੇ ਵੇ ਜਾਂ ਉਹਦੇ ਜੋ ਬਾਈ ਜੀਨਸ ਯਾਨੀ ਵਟਕੇ ਨੇ ਤੇ ਉਹ ਉਹਨਾਂ ਦੀਆਂ ਆਦਤਾਂ ਉਹਦੇ ਚ ਆ ਗਈਆਂ ਨੇ, ਜਾਂ ਇੱਥੋਂ ਦੀ ਸੁਸਾਇਟੀ ਨੂੰ ਤੁਸੀਂ ਛੱਡਤਾ ਹੁਣ ਦੋ ਆ ਜਾਓ, ਜਮਾਂਦਰੂ ਹੁੰਦਾ ਹੈ ਜਾਂ ਵਟਕੇ ਜਿਵੇਂ ਦੇ ਹੋਣ ਉਵੇਂ ਦਾ ਹੁੰਦਾ ਹੈ? ਨਹੀਂ ਜੀ, ਇਹ ਵਟਕੇ ਵੀ ਨਹੀਂ ਤੇ ਉਹ ਆਪਣੀ ਜ਼ਾਤ ਹੀ ਉਹਦੀ ਕਿ ਉਹ ਜਿਹੜਾ ਨਾ ਉਹ ਕਿਸ ਪਾਸੇ ਜਾਣਾ ਚਾਹੁੰਦਾ ਹੈ। ਅਗਰ ਉਹ ਮਤਲਬ ਜਮਾਂਦਰੂ ਤੁਸੀਂ ਤਿੰਨੇ ਚੀਜ਼ਾਂ ਨੂੰ ਰਿਜੈਕਟ ਕਰਤਾ। ਹਾਂਜੀ, ਉਹ ਅਗਰ ਕੋਈ ਵੀ ਅਮਲ ਕਰਦਾ ਨਾ, ਉਹਦੇ ਵਿੱਚ ਅਗਰ ਕਮਾਲ ਹਾਸਲ ਕਰੇ ਤੇ ਫਿਰ ਜਿਹੜਾ ਨਾ ਉਹ ਸਰ ਕਮਾਲ ਕਿਵੇਂ ਹਾਸਲ ਕਰੇ? ਅਮਲ ਕਰਕੇ ਕਿਵੇਂ ਕਮਾਲ ਹਾਸਲ ਕਰੇ? ਇਸ ਤਰ੍ਹਾਂ ਕਮਾਲ ਨਹੀਂ ਹਾਸਲ ਕਰ ਸਕਦਾ। ਵੇਖੋ ਮੇਰੀ ਗੱਲ ਸੁਣੋ, ਇਸ ਤਰ੍ਹਾਂ ਨਹੀਂ ਹੈ। ਇਹ ਤਿੰਨੇ ਚੀਜ਼ਾਂ ਤੋਂ ਅੱਗੇ ਬੰਦਾ ਜਾਂਦਾ ਹੀ ਨਹੀਂ। ਮੈਂ ਤੇ ਬਹੁਤ ਸੌਖਾ ਕਰਤਾ ਹੈ ਸਵਾਲ ਨੂੰ। ਇਸ ਤੋਂ ਇਹਨਾਂ ਤਿੰਨਾਂ ਤੋਂ ਬਾਹਰ ਨਹੀਂ ਨਿਕਲਦਾ। ਇਹਨਾਂ ਤਿੰਨਾਂ ਚੋਂ ਇੱਕ ਦੱਸੋ ਕਮਾਲ ਹਾਸਲ ਕਰੇ। ਇਹਦਾ ਮਤਲਬ ਹੈ ਕਿ ਸੁਸਾਇਟੀ ਉਹਨੂੰ ਸਿਖਾ ਰਹੀ ਹੈ, ਤੁਸੀਂ ਉਹ ਪਹਿਲੇ ਹੀ ਉਹਦੀ ਨਾ ਕਰਤੀ ਹੈ। ਇਹਦਾ ਮਤਲਬ ਹੈ ਕਿ ਉੱਥੇ ਜਿੱਥੇ ਉਹ ਪਲਦਾ ਹੈ, ਜਿੱਥੇ ਉਹਦੀ ਤਰਬੀਅਤ ਹੁੰਦੀ ਹੈ, ਤੁਸੀਂ ਉਹਨੂੰ ਉਹਦੇ ਤੇ ਕਹਿ ਰਹੇ ਹੋ ਕਿ ਉਹ ਕਰਦਾ ਉਹਨੂੰ। ਇਹੀ ਹੈ ਨਾ, ਉਹ ਜ਼ਾਹਿਰ ਉੱਥੇ ਰਹਿ ਕੇ ਮਿਹਨਤ ਕਰੇਗਾ ਨਾ। ਬਿਲਕੁਲ ਜ਼ਾਹਿਰ ਹੈ ਜੀ। ਤੇ ਬਸ ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸੁਸਾਇਟੀ ਹੈ, ਤੁਹਾਡਾ ਵੋਟ ਸੁਸਾਇਟੀ ਵੱਲ ਹੈ। ਠੀਕ ਹੈ, ਓਕੇ ਜੀ, ਓਕੇ, ਰੱਬ ਰੱਖ। FM 95 ਪੰਜਾਬ ਰੰਗ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇੱਕ ਰੰਗ ਸੁਣਾਂਗੇ ਤੇ ਫਿਰ ਗੱਲ ਨੂੰ ਤੁਹਾਡੇ ਕੋਲੋਂ ਅਸੀਂ ਸੁਣਾਂਗੇ ਔਰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਯਈਆਂ ਨਾ ਓ ਯਾਰੀਆਂ ਓ ਯਾਰ ਨਾ ਰਹੇ, ਦਿਲ ਨਾ ਰਹੇ ਓ ਦਿਲਦਾਰ ਨਾ ਰਹੇ। ਨੈਣਾ 'ਚ ਮੁਹੱਬਤਾਂ ਤੇ ਦਿਲਾਂ ਵਿੱਚ ਖਾਰ ਨਹੀਂ ਬਣਾਉਣੇ ਯਾਰ, ਨਵੇਂ ਨਹੀਂ ਬਣਾਉਣੇ ਯਾਰ। ਬਸ ਛੱਡ ਦਿੱਤੇ ਯਾਰ, ਨਹੀਂ ਬਣਾਉਣੇ ਯਾਰ। ਬਸ ਛੱਡ ਦਿੱਤੇ ਯਾਰ, ਛੱਡ ਦਿੱਤੇ ਯਾਰ। ਨਹੀਂ ਉਹ ਦਿਲ ਉੱਤੇ ਬੋਝ ਰੱਖਣਾ, ਛੱਡ ਗਿਆ ਜਿਹੜਾ ਉਹਦਾ ਰਾਨੀ ਤੱਕਣਾ। ਹੁਣ ਨਹੀਂ ਉਹ ਦਿਲ ਉੱਤੇ ਬੋਝ ਰੱਖਣਾ, ਛੱਡ ਗਿਆ ਜਿਹੜਾ ਉਹਦਾ ਰਾਨੀ ਤੱਕਣਾ। ਅੱਖਾਂ ਵਿੱਚੋਂ ਬੜੇ ਹੰਝੂ ਖਾਰੇ ਸੁੱਟਦੇ, ਹੌਲੀ ਹੌਲੀ ਨਜ਼ਰਾਂ ਚੋਂ ਸਾਰੇ ਸੁੱਟਦੇ। ਵੇਲਾ ਬਿਤਾ ਕੇ ਕਦੀ ਲੈਂਦੇ ਨਹੀਂ ਉਹ ਸਾਹ,
नहीं बनाने यार, नवे नहीं बनाने यार, बस छड़ दिते यार, नहीं बनाने यार, बस छड़ दिते यार, छड़ दिते यार। बुरा वक्त सहार लवांगे, कल्ले आई जिंदगी गुजार लवांगे। ओ हुने बुरा वक्त सहार लवांगे, कल्ले आई जिंदगी गुजार लवांगे। दिल दा नहीं किसे नूं वी हाल दसना, कल्ले आई रोना, कल्ले आई हंसना। घर जीने चेहरे दिखावे दाए प्यार, नहीं बनोने यार, नवे नहीं बनोने यार, बस छड़ दिते यार, नहीं बनोने यार, बस छड़ दिते यार, छड़ दिते यार। अस्सलाम वालेकुम, सत श्री अकाल। मैं ताहिरा असरा ते तुसी सुन रहे हो रब दा रेडियो। फरीदा खालिक वसे खल्क में, खल्क बसे रब मां। किसनू मंदा आखिए जे तिस बिन कोई ना। अस्सलाम वालेकुम, मैं अनाही तालिब। सुनते रहो रब दा रेडियो, रब दा रेडियो। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਵੱਡੀਆਂ ਸ਼ਖਸੀਅਤ ਨੇ ਕਿ ਉਹ ਪੈਦਾਇਸ਼ੀ ਤੌਰ 'ਤੇ ਹੁੰਦੀਆਂ ਨੇ ਜਾਂ ਉਹਨਾਂ ਦੇ ਵਟਕੇ ਉਂਝਦੇ ਹੋਣ 'ਤੇ ਉਹ ਉਹਨਾਂ ਦਾ ਅਸਰ ਉਹਦੇ 'ਚ ਹੁੰਦਾ ਹੈ, ਜਾਂ ਜਿੱਥੇ ਅਸੀਂ ਰਹਿੰਦੇ ਬਹਿੰਦੇ ਹਾਂ ਉਹ ਮੁਆਸ਼ਰਾ ਸਾਨੂੰ ਉਂਝਦਾ ਬਣਾਉਂਦਾ। ਵੇਖਦੇ ਹਾਂ ਸੱਜਣ ਪਿਆਰੇ ਕੀ ਫਰਮਾ ਰਹੇ। ਜੀ अस्सलाम वालेकुम। हेलो अस्सलाम वालेकुम। जी वालेकुम अस्सलाम। सोनिया की हाल है, ठीक हो? जी तुसी ठीक हो? जी मैं ठीक हाँ। तुसी दुबई गए हो इस वक्त? जी मैं दुबई रहनी है ना। अच्छा अच्छा हो गया जी ठीक हो ना? जी 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 करम करम ਤੇ ਮੈਂ ਤੁਹਾਨੂੰ ਮੇਰਾ ਤੇ ਇਹੀ ਖਿਆਲ ਹੈ ਜੇ ਇਨਸਾਨ ਨੂੰ ਸਭ ਤੋਂ ਜ਼ਿਆਦਾ ਚੰਗਾ ਤੇ ਵੀ ਮਨਾਉਂਦਾ ਉਹ ਘਰ ਦਾ माहौल, यानी कि जिथे वो रहंदा बंदा ਆਪਣੇ ਘਰ ਦਾ ਮਾਹੌਲ। ਜੀ जी जी अपने घर का माहौल ठीक हो गया, ठीक हो गया जी। चलो ठीक है, बहुत अल्लाह बहुत हाफिज। बहुत मेहरबानी, अल्लाह हाफिज जी। अस्सलाम वालेकुम। अस्सलाम वालेकुम जी। जी बिस्मिल्लाह। वालेकुम अस्सलाम जी सर जी क्या हाल है, ठीक हो? जी बिस्मिल्लाह जी। मिसेस यूनस जी जी ते हाँ जी आज मौजूद तो मैं ਤੁਹਾਡਾ ਸੁਣ ਰਹੀ ਸਾਂ ਲੇਕਿਨ ਇਹ ਜਿਹੜੀ ਮੇਜਰ ਜ਼ਕੀ ਸਾਹਿਬ ਨੇ ਜਿਹੜੀ ਗੱਲ अच्छा ਉਹ ਗੱਲ ਅਸੀਂ ਕਰ ਲਾਂਗੇ, ਉਹ ਗੱਲ ਕਰ ਲਾਂਗੇ। ਤੁਸੀਂ ਇਹ ਗੱਲ ਕਰੋ ਜਿਹੜੀ ਮੈਂ ਜੀ ਕਹਿ ਜੀ ਰਿਹਾ। हाँ जी हाँ जी ਦੱਸੋ। ਮੌਜੂ ਤੇ ਮੈਂ ਕਿ ਮੈਨੂੰ ਦੱਸੋ। हाँ जी ਦੱਸੋ ਕੀ ਮੌਜੂ। ਮੈਂ ਥੋੜਾ ਜਿਹਾ ਧਿਆਨ ਫਿਰ ਉਸ ਪਾਸੇ ਚਲਾ ਗਿਆ ਸੀ। ਅੱਛਾ ਜਿਹੜਾ ਕੋਈ ਵੱਡਾ ਬੰਦਾ ਹੈ ਉਹ ਜਿਹੜਾ ਨਾਂ ਕੱਢਦਾ ਹੈ, ਅਸੀਂ ਉਹਦੇ 'ਚ ਮਤਲਬ ਇਹ ਕਹਿ ਰਹੇ ਹਾਂ ਕੋਈ ਚੰਗਾ ਜਾਂ ਮਾੜਾ ਨਹੀਂ, ਜਿਹਨੇ ਨਾਂ ਕੱਢਿਆ ਆਪਣਾ ਉਹ ਆਹੋ ਉਹ ਪੈਦਾਇਸ਼ੀ ਤੌਰ ਤੇ ਜ਼ਹੀਨ ਹੁੰਦਾ ਹੈ ਜਾਂ ਉਹਦੇ ਵਡਕੇ ਜਿਵੇਂ ਦੇ ਹੋਣ ਉਹਦੀਆਂ ਆਦਤਾਂ ਉਹਦੇ ਚ ਆਉਂਦੀਆਂ ਨੇ ਜਾਂ ਘਰ ਦਾ ਮਾਹੌਲ ਦੁਆਲ ਦਾ ਉੱਥੇ ਦਾ ਮਾਹੌਲ ਉਹਨੂੰ ਬਣਾਉਂਦਾ ਹੈ। ਗੱਲ ਸਰ ਜੀ ਇਸ ਤਰ੍ਹਾਂ ਹੈ ਕਿ ਪੈਦਾਇਸ਼ੀ ਤੋਂ ਨਹੀਂ ਹੁੰਦਾ, ਥੋੜਾ ਜਿਹਾ ਹੋਏਗਾ ਲੇਕਿਨ ਉਹ ਪੈਦਾਇਸ਼ੀ ਨਹੀਂ ਹੁੰਦਾ, ਉਹ ਘਰੋਂ ਤਰਬੀਅਤ ਮਿਲਦੀ ਹੈ। ਅੱਛਾ ਹਾਂਜੀ ਜਿਸ ਤਰ੍ਹਾਂ ਦੀ ਮਾਂ-ਬਾਪ ਦੀ ਤਰਬੀਅਤ ਕਿਸੇ ਦਾਦੀ ਦੀ ਕਿਸੇ ਨਾਨੇ ਦੀ ਹੋਏਗੀ ਨਾ, ਅਗਰ ਉਹਦੇ ਤੇ ਉਹ ਅਮਲ ਕਰੇਗਾ ਉਹਨ ਘਰ ਦੇ ਵਿੱਚੋਂ ਮਾਹੌਲ ਤਲੀਮੀ ਵਾਲਾ ਚੱਲੇਗਾ
ਬਦਤਮੀਜ਼ੀ ਵਾਲਾ ਨਹੀਂ ਨਾ ਚੱਲੇਗਾ ਤੇ ਉਹ ਦਾਦੇ ਪੜਦਾਦੇ ਦਾ ਅੱਛਾ ਮੈਨੂੰ ਇਹ ਦੱਸੋ ਘਰ 'ਚ 4-5 ਬਾਲ ਹੁੰਦੇ ਨੇ, ਉਸ ਤੋਂ ਜ਼ਿਆਦਾ ਵੀ ਹੁੰਦੇ ਨੇ, ਉਹਨਾਂ 'ਚੋਂ ਇੱਕ ਅੱਧਾ ਬਾਲ ਹੀ ਕਿਉਂ ਨਾ ਕੱਢਦਾ ਹੈ? ਤਰਬੀਅਤ ਤੇ ਸਾਰਿਆਂ ਦੀ ਉੱਥੇ ਘਰ ਦੇ ਵਿੱਚ ਹੀ ਹੋ ਰਹੀ ਹੁੰਦੀ ਹੈ। ਜੀ ਬਿਲਕੁਲ ਹੁੰਦੀ ਹੈ, ਲੇਕਿਨ ਮੈਂ ਕਿਸੇ ਦੀ ਨਹੀਂ ਕਰਾਂਗੀ, ਮੈਂ ਆਪਣੇ ਘਰ ਦੀ ਗੱਲ ਕਰਾਂਗੀ। ਮੇਰੇ ਆਪਣੇ ਮਾਸ਼ਾਅੱਲਾ 6 ਬੇਟੇ ਨੇ, ਸਾਰੇ ਮੁਖਤਲਿਫ ਬੇਟੇ ਨੇ। ਹਾਂ ਤੇ ਫਿਰ ਇਹ ਗੱਲ ਤੇ ਤੁਸੀਂ ਨਹੀਂ ਕਹਿ ਸਕਦੇ। ਇੱਕ ਜਿਹੜਾ ਮੇਰਾ ਬੇਟਾ ਹਾਫਿਜ਼ ਹੈ ਨਾ, ਉਹ ਮਾਸ਼ਾਅੱਲਾ ਆਪਣੇ ਵਾਲਿਦ ਸਾਹਿਬ ਦੇ ਨਕਸ਼ੇ ਕਦਮ ਤੇ ਹੈ, ਔਰ ਮੇਰੇ 7 ਦੇਵਰ ਨੇ। ਅੱਛਾ, ਜਿਹੜੇ ਤੁਹਾਡੇ ਘਰ ਦੇ ਵਿੱਚ ਇੱਕੋ ਜਿਹੇ ਨਹੀਂ ਹੈਗੇ, ਤੁਸੀਂ ਉਸ ਗੱਲ ਦੀ ਫੇਵਰ ਕਰ ਰਹੇ ਹੋ? ਨਹੀਂ ਫੇਵਰ ਨਹੀਂ, ਮੁਖਤਲਿਫ ਇਸ ਤਰ੍ਹਾਂ ਨੇ, ਕੋਈ ਜ਼ਹਿਰ ਦਾ ਭਰਿਆ, 5 ਜਿਹੜੇ ਨੇ ਉਹ ਮਾਸ਼ਾਅੱਲਾ ਮਿੱਠੇ ਨੇ, ਪਿਆਰ ਨਾਲ ਤਲੀਮ ਨਾਲ ਬਾਹਰ ਦੇ ਮਹੱਲੇ ਦੇ ਲੋਕਾਂ ਦੇ ਆਖੇ ਲੱਗਣਾ, ਆਪਣੇ ਕੰਮ ਛੱਡ ਕੇ। ਇੱਕ ਜਿਹੜਾ ਮੇਰਾ ਬੱਚਾ ਜਿਹੜਾ ਬੱਚਿਆਂ ਵਾਲਾ, ਲੇਕਿਨ ਉਹਦੀ ਜ਼ਰਾ ਕੌੜੀ ਆਦਤ ਹੈ। ਤੁਸੀਂ ਕਿਹਾ ਨਾ ਬੇਟਾ ਜੀ ਇਹ ਕੰਮ ਹੈ, ਠੀਕ ਹੈ, ਦੂਸਰੀ ਵਾਰ ਤੁਸੀਂ ਕਿਹਾ ਨਾ ਤਾਂ ਉਹਨੇ ਗੁਆਕੜ ਜਾਣਾ, ਹਾਂਜੀ ਮੈਨੂੰ ਕਿਉਂ ਕਿਹਾ, ਇਹ ਗੱਲ ਹੈਗੀ, ਲੇਕਿਨ ਹੁੰਦਾ ਇੱਕ ਹੀ ਹੈ। ਮੇਰੇ 7 ਨੇ, 6 ਨੇ ਮੇਰੇ ਮੀਆਂ ਮਾਸ਼ਾਅੱਲਾ ਇਸ ਵੇਲੇ 85 ਸਾਲ ਦੀ ਉਮਰ ਦੇ ਨੇ, ਠੀਕ ਹੈ, ਔਰ ਮਾਸ਼ਾਅੱਲਾ 125 ਸਾਲ ਦੇ ਮੇਰੇ ਸੁਸਰ ਜੀ ਫੌਤ ਹੋਏ ਨੇ। ਅੱਛਾ ਮਾਸ਼ਾਅੱਲਾ, ਖਿਦਮਤ ਉਹਨਾਂ ਨੇ ਕੀਤੀ। ਸੱਸ ਮੇਰੀ ਫੁੱਫੋ ਸਨ ਸਕੇ, ਉਹਨਾਂ ਦੀ ਖਿਦਮਤ ਉਹਨਾਂ ਨੇ, ਜੋ 10 ਕਦਮ ਦੁਕਾਨ ਤੋਂ ਘਰ ਦੇ ਨਾ ਤਾਂ ਉਹਨਾਂ ਨੇ ਬੁਲਾਇਆ ਯੂਨਸ ਨੂੰ ਬੁਲਾਓ, ਇਸ ਤਰ੍ਹਾਂ ਹੋਇਆ। ਉਹ 6 ਨਹੀਂ ਖਿਦਮਤ ਕਰ ਸਕੇ ਉਹਨਾਂ ਦੀ, ਤਰਬੀਅਤ ਇੱਕੋ ਹੀ ਹੈ, ਇੱਕੋ ਹੀ ਘਰ, ਇੱਕੋ ਹੀ ਮਾਂ ਦੇ ਜੰਮੇ ਨੇ। ਸਹੀ ਸਹੀ। ਇਸ ਸਦਰ ਕੈਂਟ ਦੇ ਵਿੱਚ ਇੱਕ ਨਾਮ ਹੈ ਉਹਨਾਂ ਦਾ, ਇੰਨਾ ਕੁ ਨਾਮ ਹੈ ਕਿ ਦੁਨੀਆ ਦਵਾਵਾ ਦਿੰਦੀ ਹੈ। ਸਹੀ। ਜਿੱਦਾਂ ਕਿ ਵਾਲਦ ਸਾਹਿਬ ਕੋਲ ਸੋਟੀਆਂ ਖਾਧੀਆਂ ਨੇ, ਉੱਚੀ ਨਹੀਂ ਸਨ ਬੋਲਦੇ। 85 ਸਾਲ ਉਮਰ ਖੈਰ ਨਾਲ ਮੇਰੇ ਮੀਆਂ ਦੀ ਹੋ ਗਈ ਹੈ। ਅੱਛਾ ਮਾਸ਼ਾਅੱਲਾ ਜੀ, ਜਾਮੀਆ ਮਜ਼ਦੂਰੀ ਇਸਲਾਮੀਆ ਚ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਔਰ ਸਿਹਤ ਭਰੀ ਜ਼ਿੰਦਗੀ ਦੇਵੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਓਕੇ ਜੀ, ਅੱਲਾਹ ਹਾਫਿਜ਼ जी। अस्सलाम वालेकुम। अस्सलाम वालेकुम। वालेकुम अस्सलाम। सर सजाद बोल रहे हो जी? सजाद साहब कितों गल कर रहे हो? सर कुल पार्क तो करीम पार्क तो जी। नींद आई है ਤੁਹਾਨੂੰ? नहीं सर, नींद नहीं आई, ਤੁਹਾਡਾ प्रोग्राम सुन रहे जी। सजाद साहब फरमाओ। सर पता की है जी, नहीं पता। जिन्ना मेरा जहन काम करदा है ना जी, मां प्यो दी दुआ होवे ना जी, बाकी किरदार इंसान दे अच्छे होन, तरबियत अच्छी मिली हो जी। ठीक हो गया सजाद साहब, बहुत मेहरबानी, शुक्रिया जी, शुक्रिया। ठीक है, हाफिज हाफिज जी। अस्सलाम वालेकुम। वालेकुम सलाम जी। शाह मोहम्मद कर रहा सर ताजरा स्कीम जी। शाह मोहम्मद साहब फरमाओ। सर मेरी बात है इत्थों तक कि मैं लंबी चौड़ी के भी गल नहीं करता ते हुण भी नहीं करांगा। सब तो पहली गल है कि किस्मत इंसान वादे ते रखदी है ते मेहनत इंसान नूं कामयाब करदी है। ठीक हो गया। वो जिस काम भी करेगा, मतलब है कि अच्छा काम करे या बुरा करे। मुख्तसर जी मेरी ये नाकसी एक राय जी। ठीक हो गया, ठीक हो गया, बहुत मेहरबानी, शुक्रिया, हाफिज जी। अस्सलाम वालेकुम रहमतुल्लाहि व बरकातहू जी। मेहरबानी भाईजान, की हाल है जी? करम अपना नाम दसो। मेरा नाम असलम फ्रूट वाला जी। जी मौजू ते गल करो भाईजान, की हाल है ਤੁਹਾਡਾ? मौजू ते गल करो। मैं क्या मौजू ते गल करी? मौजू ऐसे ही हैगा कि मैं जो नहीं सुनदा पिया जी। चलो तुसी 2-4 केले खाओ ते दोबारा फिर कॉल करना मौजू सुन के, ठीक है? ओके, अल्लाह हाफिज। 042992322167 और 8 जी। अस्सलाम वालेकुम। वालेकुम अस्सलाम जी। यूसुफ पंजाबी साहब की हाल ने? जी मेहरबानी। हाफिज अफसर अली बोल रहा रावी रोड लाहौर तो जी। जी यूसुफ पंजाबी साहब, ਤੁਹਾਡਾ ਅੱਜ ਦਾ ਪ੍ਰੋਗਰਾਮ ਵੀ ਬਹੁਤ ਅੱਛਾ ਹੈ ਤੇ ਮੌਜੂ ਵੀ ਬਹੁਤ ਅੱਛਾ ਜਨਾਬ ਦਾ। ਤੇ ਜਨਾਬ ਨੇ ਜਿਹੜੀ ਗੱਲ ਕੀਤੀ ਹੈ ਇਹਦੇ ਵਿੱਚ ਦੇਖੋ ਜੀ, ਜਿਹੜੀਆਂ ਤਿੰਨੋਂ ਚੀਜ਼ਾਂ ਨੇ ਜੀ, ਇਹ ਬੜੀਆਂ ਜਿਹੜੀਆਂ ਨੇ ਉਹ ਮਾਇਨੇ ਰੱਖਦੀਆਂ ਨੇ। ਠੀਕ ਹੈ। ਸਭ ਤੋਂ ਪਹਿਲੇ ਤਾਂ ਜਿਹੜਾ ਨਾ ਇਨਸਾਨ ਜਿਹੜਾ ਹੈ ਉਹਦੇ ਜਿਹੜੇ ਜੀਨਸ ਨੇ ਉਹਦੇ 'ਚ ਵੀ ਇਹ ਚੀਜ਼ ਸ਼ਾਮਲ ਹੁੰਦੀ ਹੈ, ਕਿਉਂਕਿ ਅਸੀਂ ਜਿਹੜੀ ਸਾਇੰਸ ਨੇ ਹੁਣ ਤਰੱਕੀ ਕੀਤੀ ਹੈ ਉਹਨੂੰ ਵੀ ਅਸੀਂ ਝੁਠਲਾ ਨਹੀਂ ਸਕਦੇ ਕਿ ਜਿਹੜਾ ਸਾਡਾ DNA ਵੇ ਉਹ ਕਹਿੰਦੇ ਨੇ ਜੀ ਵਿਰਾਸਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਉਹ ਬੰਦਾ ਆਪਣੇ ਵਾਲਿदैन ਕੋਲ ਲੈਂਦਾ ਹੈ। ਠੀਕ ਹੈ। ਜਿਵੇਂ ਕਿ ਹੁਣ ਤੁਸੀਂ ਸੁਣਿਆ ਹੋਏਗਾ ਕਿ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਜੀ ਤੁਹਾਡੇ ਅਗਰ ਵਾਲਿदैन ਤੁਹਾਡੇ 'ਚ ਵੀ, ਹਾਂ, ਉਹ ਮਤਲਬ ਹਿਸਟਰੀ ਲੈਂਦੇ ਨੇ ਕਿ ਘਰ ਦੇ ਵਿੱਚ ਜਾਂ ਵੱਡਿਆਂ ਵਿੱਚ ਕਿਸੇ ਨੂੰ ਹੈ ਸੀ, ਉਹ ਮਤਲਬ ਕੋਈ ਵੀ ਖੁਦਾ ਨਾ ਖਾਸਤਾ ਡਿਜ਼ੀਜ਼ ਹੋਵੇ ਤੇ ਉਹ ਪੁੱਛਦੇ ਨੇ। ਜੀ ਜੀ। ਤੇ ਇਸੇ ਤਰ੍ਹਾਂ ਹੀ ਜਿਹੜੀ ਜ਼ਹਾਨਤ ਹੈ ਉਹ ਵੀ ਇਨਸਾਨ ਜਿਹੜਾ ਉਹਨੂੰ ਆਪਣੀ ਵਿਰਾਸਤ 'ਚ ਵੀ ਮਿਲਦੀ ਹੈ।
ਤੇ ਉਸ ਤੋਂ ਬਾਅਦ ਜਿਹੜਾ ਇਨਸਾਨ ਦਾ ਮਾਹੌਲ ਹੈ ਉਹ ਵੀ ਬੜਾ ਉਹਦੇ ਤੇ ਅਸਰ ਕਰਦਾ, ਜਿਹੜਾ ਇਰਦ ਗਿਰਦ ਦਾ ਮਾਹੌਲ ਹੈ ਇਨਸਾਨ ਦਾ। ਔਰ ਫਿਰ ਅੱਛੇ ਉਸਤਾਦ ਜਿਹੜੇ ਨੇ ਜੀ ਉਹ ਇਨਸਾਨ ਨੂੰ ਬਣਾਉਣ ਦੇ ਵਿੱਚ, ਉਹਨੂੰ ਕਿਸੇ ਮੰਜ਼ਿਲੇ ਮੁਕਾਮ ਤੇ ਪਹੁੰਚਾਉਣ ਦੇ ਵਿੱਚ ਜਿਹੜਾ ਉਹਨਾਂ ਦਾ ਵੀ ਇੱਕ ਬੜਾ ਅਹਿਮ ਕਿਰਦਾਰ ਹੈ। ਤੁਹਾਡੇ ਕਹਿਣ ਦਾ ਮਕਸਦ ਹੈ ਆਫਿਸ ਸਾਹਿਬ ਇਹ ਤਿੰਨੇ ਚੀਜ਼ਾਂ ਜਿਹੜੀਆਂ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੀ ਇਹਨਾਂ ਤਿੰਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਔਰ ਇਹਨਾਂ ਚੋਂ ਅਗਰ ਕੋਈ ਇੱਕ ਚੀਜ਼ ਦੀ ਵੀ ਕਮੀ ਵਾਕਿਆ ਹੋ ਜਾਏ ਤਾਂ ਇਨਸਾਨ ਵਾਸਤੇ ਜਿਹੜਾ ਹੈ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਂਦੀਆਂ ਨੇ। ਤੇ ਸਭ ਤੋਂ ਵੱਡੀ ਜਿਹੜੀ ਗੱਲ ਕਰ ਰਹੇ ਨੇ ਸਾਰੇ ਲੋਕ ਉਹ ਇਹ ਕਰ ਰਹੇ ਨੇ ਕਿ ਕਿਸਮਤ ਦਾ ਵੀ ਇਹਦੇ ਵਿੱਚ ਬੜਾ ਅਮਲ ਦਖਲ ਹੁੰਦਾ। ਠੀਕ ਹੈ, ਬਿਨਾਂ ਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਕਿਸਮਤ ਜਿਹੜੀ ਹੈ ਉਹ ਤੇ ਇਨਸਾਨ ਦੀ ਜਿਹੜੀ ਹੈ ਉਸ ਤੋਂ ਬਗੈਰ ਤੇ ਕੁਝ ਵੀ ਨਹੀਂ ਹੈ ਜੀ। ਠੀਕ, ਕਿਉਂਕਿ ਮੌਲਾ ਅਲੀ ਨੇ ਫਰਮਾਇਆ ਕਿ ਮੈਂ ਜਿਹੜਾ ਉਹ ਅੱਲਾਹ ਤਾਲਾ ਨੂੰ ਜਿਹੜਾ ਉਹ ਆਪਣੇ ਇਰਾਦਿਆਂ ਦੇ ਟੁੱਟ ਜਾਣ ਤੋਂ ਪਹਿਚਾਨਿਆ। ਤੇ ਇਨਸਾਨ ਦੇ ਜਿੰਨੇ ਮਰਜ਼ੀ ਇਰਾਦੇ ਹੋਣ, ਜਿੰਨੀ ਮਰਜ਼ੀ ਮਿਹਨਤ ਕਰ ਲਵੇ, ਤੇ ਜੇ ਅੱਲਾਹ ਤਾਲਾ ਦੀ ਜ਼ਾਤ ਨੂੰ ਮਨਜ਼ੂਰ ਨਹੀਂ ਹੈ ਤੇ ਫਿਰ ਉਹਦੇ ਮੁਕੱਦਰਾਂ 'ਚ ਉਹ ਚੀਜ਼ ਨਹੀਂ ਹੈ, ਨਾ ਉਹਨੂੰ ਉਹ ਮਿਲ ਸਕਦੀ। ਉਹਦੇ ਵਾਸਤੇ ਉਹ ਜਿੰਨੇ ਮਰਜ਼ੀ ਯਤਨ ਕਰ ਲਵੇ, ਜਿੰਨੇ ਮਰਜ਼ੀ ਕਸ਼ਟ ਕੱਟ ਲਵੇ, ਤੇ ਉਹ ਉਹਦੇ ਵਾਸਤੇ ਨਹੀਂ ਹੈ। ਉਹ ਇਨਸਾਨ ਦਾ ਕੰਮ ਜਿਹੜਾ ਉਹ ਹੈ ਆਪਣਾ ਮਿਹਨਤ ਕਰਨਾ। ਜੀ ਅਫਸਰ ਬਹੁਤ ਮਿਹਰਬਾਨੀ, ਅੱਲਾਹ ਸ਼ੁਕਰੀਆ। ਤਾਲਾ ਦੀ ਜ਼ਾਤ ਦਾ ਕੰਮ ਹੈ ਉਹਦੇ ਨੂੰ ਕਿਸ ਤਰ੍ਹਾਂ ਦਾ ਫਲ ਲਾਂਦਾ ਜਾਂ ਕਿਸ ਤਰ੍ਹਾਂ ਦਾ ਉਹ ਜਿਹੜੀ ਹੈ ਕਿਸ ਤਰ੍ਹਾਂ ਪਾਰ ਲਾਂਦਾ। ਠੀਕ ਹੋ ਗਿਆ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਜੀ ਬੜੀ ਮਿਹਰਬਾਨੀ। अस्सलाम वालेकुम। वालेकुम सलाम। यूसुफ साहब की हाल है? जी मेहरबानी, अपना नाम दसो। जनाब अपना नाम दसोगे सर? सरकार अपना नाम दसोगे? मैं सर नियामत बोल रहा बदामी बाग। जी नियामत साहब फरमाओ। जी जी करम करम दुआ माता जी। सर मौजू बहुत अच्छा चल रहा ਤੁਹਾਡਾ ਬਹੁਤ। ਜੇ ਆਪਾਂ ਗੱਲ ਕਰਾਂਗੇ ਹੋਰ ਅੱਛਾ ਹੋ ਜਾਏਗਾ। ਗੱਲ ਕਰੋ ਇਹਦੇ ਤੇ, ਗੱਲ ਕਰੋ। ਸਭ ਤੋਂ ਮੁਕਦੀ ਨੇ ਵਾਲਦਾ ਨਾ ਮੁਕਦੀ ਨੇ ਤੇ ਕੁਝ ਉਸਤਾਦ ਅੱਗੇ ਕੰਮ ਦਾ ਹੋਵੇ ਤੇ ਮਾਸ਼ਾਅੱਲਾ ਫਿਰ ਜ਼ਿੰਦਗੀ ਬਣ ਜਾਂਦੀ। ਯਾਨੀ ਤੁਸੀਂ ਕਹਿੰਦੇ ਹੋ ਕਿ ਜੋ ਵਟਕੇ ਹੋਣ ਔਰ ਸੋਸਾਇਟੀ ਇਹ ਦੋਵੇਂ ਮਿਲ ਕੇ ਕੰਮ ਕਰਦੇ ਨੇ, ਜਮਾਂਦਰੂ ਤੌਰ ਤੇ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ। ਹਾਂਜੀ ਹਾਂਜੀ ਮਤਲਬ ਜਮਾਂਦਰੂ ਖੂਬੀਆਂ ਨਹੀਂ ਹੁੰਦੀਆਂ। ਹਾਂਜੀ ਹਾਂਜੀ ਠੀਕ ਹੈ, ठीक हो गया, बहुत मेहरबानी जी, शुक्रिया। ठीक है जी, वालेकुम। 0429921 और 68। अस्सलाम वालेकुम। जी वालेकुम अस्सलाम जनाब अली, मुला खैर। क्या हाल है आपका? क्या हाल है, ठीक हो? शुक्र अल्लाह ने सामने बस आपके शो सुन रहा हूँ, बहुत अच्छा लग रहा है, देख भी रहा हूँ। हाँ ये मैं ਤੁਹਾਨੂੰ ਸਲੂਟ ਕਰ ਰਿਹਾ, ਵੇਖ ਰਹੇ ਹੋ ਨਾ ਤੁਸੀਂ ਇਹ अच्छा स्पेशली आपका एक शो 12 से 2 बजे भी होता है? हाँ वो इतवार ਨੂੰ ਹੁੰਦਾ है ना? हाँ बिल्कुल, वो है। इस टाइम हम लोग सो जाते हैं, हम जो फिक्स 12 बजे या 5 कम 12 बजे हम सो जाता है। ठीक है ठीक है। इस वजह शो माशाल्लाह बड़ी चाहिए, तुम भी बहुत अच्छा लग रहा है। बस बात है हम लोग अमल करना चाहिए। ठीक है, ठीक हो गया, ठीक है। मेहरबानी मेहरबानी, मुला खैर, बहुत मेहरबानी, अल्लाह हाफिज जी। अस्सलाम वालेकुम। वालेकुम सलाम सर, नियामत खोखर गल कर रहा हूं। जी खोखर साहब की हाल है? जी मेहरबानी, जी 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 शुक्रिया। माशाल्लाह मौजू बहुत अच्छा लेके आए हो, तो मैं शुरू तो सुन रहा जनाब। अच्छा तो की ਤੁਸੀਂ ਸਮਝਦੇ ਹੋ ਪੈਦਾਇਸ਼ੀ ਤੌਰ ਤੇ ਬੰਦਾ ਹੁੰਦਾ ਹੈ ਜਾਂ ਮੈਂ ਕਹਿੰਦਾ ਕਿ ਜਿਹੜੇ 5 ਬੱਚੇ ਦਿੱਤੇ ਹਨ ਨਾ ਮਾਂ ਪਿਓ ਨੂੰ ਖੁਦਾ ਦੀ ਜ਼ਾਤ ਨੇ, ਉਹਨਾਂ ਦੇ ਵਿੱਚੋਂ ਲਾਇਕ ਇੱਕ ਹੀ ਨਿਕਲਦਾ। ਮਤਲਬ ਤੁਸੀਂ ਸਮਝਦੇ ਪੈਦਾਇਸ਼ੀ ਤੌਰ ਤੇ ਉਹ ਬੱਚਾ ਉਹ ਹੁੰਦਾ? ਹਾਂਜੀ ਪੈਦਾਇਸ਼ੀ ਤੌਰ ਤੇ ਹੁੰਦਾ ਹੈ, ਕੁਦਰਤੀ ਕੁਦਰ ਲਾਹੀ, ਉਹ ਖੁਦਾ ਦੀ ਜ਼ਾਤ ਨੇ ਉਹਨੂੰ ਤਾਂ ਕੀਤਾ ਹੁੰਦਾ ਤੋੜਾ, ਉਹ ਮਿਲਦਾ ਹਰ ਇੱਕ ਨੂੰ ਨਹੀਂ ਮਿਲਦਾ। ਠੀਕ ਹੋ ਗਿਆ, ਠੀਕ ਹੋ ਗਿਆ। ਹਾਂਜੀ जी बहुत अच्छा शो सर जी, बहुत मेहरबानी जी। अल्लाह हाफिज जी, अल्लाह हाफिज जी। अस्सलाम वालेकुम। अस्सलाम वालेकुम जनाब। जी बिस्मिल्लाह जनाब। बाबियो की हाल है? सलाउद्दीन साहब अल्हम्दुलिल्लाह, अल्लाह का शुक्र है सरकार, ਤੁਸੀਂ ਸੁਣਾਓ? करम करम दुआवां ਤੁਹਾਡੀਆਂ। ਹਾਂਜੀ ਸਰਕਾਰ, ਤੁਹਾਡੇ ਮੌਜੂਦ ਤੇ ਗੱਲ ਹੈ ਮੈਂ ਸੁਣਿਆ ਜੋ ਵੀ ਬਿਸਮਿल्लाह ਸਾਹਿਬ ਆਪੋ ਆਪਣੇ ਖਿਆਲ ਨੇ। ਮੇਰਾ ਖਿਆਲ ਹੈ ਕਿ ਮੇਰੇ ਮਾਂ-ਬਾਪ ਦਾ ਕੋਈ ਗੱਲ ਨਹੀਂ। ਹਾਂਜੀ ਠੀਕ ਹੈ। ਹਾਂ ਮਾਂ-ਬਾਪ ਦਾ ਮੇਰੇ ਤੇ ਖੌਫ ਤਾਰੀ ਗਿਆ, ਕੋਈ ਗਲਤ ਕੰਮ ਨਹੀਂ ਹੋਣ ਦਿੱਤਾ, ਗਲਤ ਰਾਹ ਤੇ ਨਹੀਂ ਚੱਲਣ ਦਿੱਤਾ। ਇਸੇ ਦੌਰਾਨ ਅੱਲਾਹ ਦਾ ਸ਼ੁਕਰ ਹੈ ਕਿ ਤੁਹਾਡੇ ਵਰਗੇ ਪਿਆਰੇ ਉਸਤਾਦ ਮਿਲ ਗਏ ਜਿਨ੍ਹਾਂ ਦੀ ਸੋਬਤ ਚ ਆਏ ਹਾਂ। ਠੀਕ ਹੈ। ਅੱਜ ਤਕਰੀਬਨ 8 ਸਾਲ ਹੋ ਗਏ ਨੇ ਤੁਹਾਡੀ ਸੋਬਤ ਚ ਆਇਆ, ਤੁਹਾਡੇ ਕੋਲ ਇਹ ਸਬਕ ਸਿੱਖਿਆ। ਤੁਹਾਡੀ ਪਿਆਰੀ ਮਿੱਠੀ ਜ਼ਬਾਨ ਨੇ ਸਭ ਕੁਛ ਸਬਕ ਦਿੱਤਾ। ਜਿਸ ਵੇਲੇ ਉਸਤਾਦ ਦੀ ਮਿੱਠੀ ਜ਼ਬਾਨ ਮਿਲ ਜਾਏ ਤੇ ਫਿਰ ਅੱਲਾਹ ਤਾਲਾ ਜ਼ਾਤ खुद बखुद राह दे। जी बिस्मिल्लाह, खैर हो गए,
ਖੈਰ ਹੋਵੇ ਤੁਹਾਡੀ। ਸਭ ਕੁਝ ਜੋ ਕੁਛ ਵੀ ਅੱਜ ਮੈਂ ਹੈਗਾ, ਜਿਹਾ WhatsApp ਕਹਿੰਦੇ ਨੇ ਕਿ ਮੈਂ ਅੱਜ ਜੋ ਵੀ ਹਾਂ ਤੁਹਾਡੀ ਨਜ਼ਰੇ ਕਰੇ, ਮੈਂ ਤੁਹਾਡੀ ਮਿੱਠੀ ਜ਼ੁਬਾਨ ਦਾ ਖੈਰ ਹੋਵੇ, ਸਲਾਮਤ ਰਹੋ, ਮੈਂ ਇਹ ਕਹਿ ਸਕਦਾ। ਖੁਸ਼ ਰਹੋ ਜੀ, ਖੁਸ਼ ਰਹੋ, ਬਹੁਤ ਮਿਹਰਬਾਨੀ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। FM 95 ਪੰਜਾਬ ਰੰਗ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਇੱਕ ਰੰਗ ਜਨਾਬ ਮੇਜਰ ਜ਼ਕੀ ਸਾਹਿਬ, ਭੱਟ ਸਾਹਿਬ, ਜਿੰਨੇ ਵੀ ਮਿੱਤਰ ਪਿਆਰੇ ਸੋਹਣੇ ਸੁਣਨ ਵਾਲੇ, ਉਹਨਾਂ ਸਾਰਿਆਂ ਦੇ ਨਾਮੇ। ਵੇਖੀਆਂ ਬਦੀਦ ਹੋ ਗਈਆਂ, ਅੱਖੀਆਂ ਵੇਖੀਆਂ ਬਦੀਦ ਹੋ ਗਈਆਂ, ਤੇਰੀ ਦੀਦ ਲਈ ਬੜਾਈ ਸਤਾਉਂਦੀਆਂ, ਹੋ ਕੇ ਮੇਰੀਆਂ ਤੇ ਡੱਕੀਆਂ ਨਹੀਂ ਜਾਂਦੀਆਂ ਵੇ, ਅੱਖੀਆਂ ਬਦੀਦ ਹੋ ਗਈਆਂ, ਅੱਖੀਆਂ ਵੇਖੀਆਂ ਬਦੀਦ ਹੋ ਗਈਆਂ। ਕੱਲੀ ਹੋਵਾਂ ਮੈਨੂੰ ਬੜਾ ਕੁਝ ਕਹਿੰਦੀਆਂ, ਕੱਲੀ ਹੋਵਾਂ ਮੈਨੂੰ ਬੜਾ ਕੁਝ ਕਹਿੰਦੀਆਂ, ਮੈਨੂੰ ਕੱਲਿਆਂ ਰਹਿਣ ਨਹੀਂ ਦਿੰਦੀਆਂ, ਮੈਨੂੰ ਕੱਲਿਆਂ ਰਹਿਣ ਨਹੀਂ ਦਿੰਦੀਆਂ, ਤੇ ਦਿਲ ਨੂੰ ਵੀ ਤੇਰੇ ਪਿੱਛੇ ਲਾਉਂਦੀਆਂ, ਹੋ ਕੇ ਮੇਰੀਆਂ ਤੇ ਡੱਕੀਆਂ ਨਹੀਂ ਜਾਂਦੀਆਂ ਵੇ, ਅੱਖੀਆਂ ਬਦੀਦ ਹੋ ਗਈਆਂ, ਅੱਖੀਆਂ ਵੇਖੀਆਂ ਬਦੀਦ ਹੋ ਗਈਆਂ। ਪਿਆਰ ਦੇ ਬਦਲੇ ਤੈਨੂੰ ਪਿਆਰ ਦਿਆਂਗੀ, ਪਿਆਰ ਦੇ ਬਦਲੇ ਤੈਨੂੰ ਪਿਆਰ ਦੇਵਾਂਗੀ, ਜਾਣਵੇਂ ਤੇਥੋਂ ਆਰ ਦਿਆਂਗੀ, ਜਾਣਵੇਂ ਤੇਥੋਂ ਆਰ ਦਿਆਂਗੀ, ਤੱਕ ਬੁਲੀਆਂ ਵੀ ਤੇਰੇ ਗੀਤ ਗਾਉਂਦੀਆਂ, ਹੋ ਕੇ ਮੇਰੀਆਂ ਤੇ ਡੱਕੀਆਂ ਨਹੀਂ ਜਾਂਦੀਆਂ ਵੇ, ਅੱਖੀਆਂ ਬਦੀਦ ਹੋ ਗਈਆਂ, ਅੱਖੀਆਂ ਵੇਖੀਆਂ ਬਦੀਦ ਹੋ ਗਈਆਂ। ਰੱਬਾ ਸੱਚਿਆ ਤੂੰ ਤੇ ਆਖਿਆ ਸੀ, ਜਾਓ ਬੰਦਿਆ ਜਗ ਦਾ ਸ਼ਾਹ ਹੈ ਤੂੰ, ਮੇਰੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ, ਮੇਰਾ ਨਾਇਬ ਤੇ ਆਲੀ ਜਾ ਹੈ ਤੂੰ, ਕਦੀ ਸਾਰ ਵੀ ਲਈ ਉਹ ਰੱਬ ਸਾਈਆਂ, ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇ। ਸੁਣਦੇ ਰਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਅਮਿਤੋਜ ਲਿਖਦੇ ਨੇ, ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ, ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ। ਮੈਂ ਸਰਹੱਦ ਦੇ ਆਰ ਹਾਂ, ਤੂੰ ਪਾਰ ਹੈ। ਮੈਂ ਤੁਹਾਡੀ ਆਪਣੀ ਜੱਸੀ ਸੰਘਾ, ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ।
ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਮਲਕ ਖਾਦਮ ਖੋਖਰ ਸਾਹਿਬ ਸਾਡੇ ਨਾਲ ਨੇ। ਖਾਦਮ ਸਾਹਿਬ ਅੱਜ ਤੁਹਾਡੀ ਫਰਮਾਇਸ਼ ਮੈਂ ਜਾਣ ਲੱਗਿਆ ਪੂਰੀ ਕਰਾਂਗਾ। ਕਾਫੀ ਦਿਨਾਂ ਤੋਂ ਜੀ ਮੇਰੇ ਵੱਲ ਤੁਹਾਡਾ ਉਧਾਰ ਸੀ ਤੇ ਅੱਜ ਮੈਨੂੰ ਬਿਲਕੁਲ ਚੇਤਾ ਹੈ। ਮੈਂ ਫਰਮਾਇਸ਼ ਤੁਹਾਡੀ ਚੁੰਨੀ ਕੇਸਰੀ ਮੈਂ इंशाल्लाह पूरी करांगा। सज्जन प्यारे की फरमा रहे ਅਸੀਂ ਸੁਣਨਾ ਚਾਹ ਰਹੇ ਅੱਜ ਦੇ ਸਰਨਾਮੇ ਬਾਰੇ। अस्सलाम वालेकुम। हेलो अस्सलाम वालेकुम जी। जी वालेकुम अस्सलाम। मैं अकबर अली बोल रहा है शेखपुरे ਤੋਂ। जी बिस्मिल्लाह जी। ਹਾਂਜੀ ਇਹ ਤੁਹਾਡਾ ਟੌਪਿਕ ਜਿਹੜਾ ਨਾ ਇੱਕ ਬੰਦਾ ਸਭ ਤੋਂ ਅੱਗੇ ਨਿਕਲ ਜਾਣਾ, ਤਰੱਕੀ ਕਰ ਜਾਣਾ। ਹਾਂ ਹਾਂ। ਮਾਂ ਬੱਚਿਆਂ ਨੂੰ ਜਨਮ ਦਿੰਦੀ ਹੈ, ਮੁਕੱਦਰ ਨਹੀਂ ਲਿਖਦੀ। ਠੀਕ ਹੈ। 5-4 ਬੱਚੇ ਹੁੰਦੇ, ਇੱਕ ਹੀ ਅੱਗੇ ਨਿਕਲਦਾ ਹੈ। ਤੇ ਸਾਡੇ ਵੱਡੇ ਭਾਈ ਸਨ, ਉਹ ਸਾਡੇ ਦਾਦਾ ਜੀ ਜਿਸ ਟਾਈਮ ਉਹਨਾਂ ਦੀ ਪੈਦਾਇਸ਼ ਹੋਈ ਨਾ ਤੇ ਸਾਡੀ ਵਾਲਦਾ ਬਤਾਉਂਦੀ ਸੀ ਕਿ ਉਹਨਾਂ ਨੇ ਉਹਦਾ ਮੱਥਾ ਚੁੰਮ ਕੇ ਨਾ ਤੇ ਉਹਨੂੰ ਕਿਹਾ ਕਿ ਆਪਣਾ ਨਾ ਇਹ ਮੇਰਾ ਪੁੱਤਰ ਪੋਤਾ ਅੰਗਰੇਜ਼ ਬਣੇਗਾ, ਨੱਕ ਪੂੰਝ ਕੇ ਜੇਲ੍ਹ ਚ ਪਾਇਆ ਕਰੇ। ਅੱਛਾ। ਉਹ ਇਸ ਟਾਈਮ ਅਮਰੀਕਾ ਕੈਨੇਡਾ ਨੌਕਰੀ ਕਰ ਰਹੇ ਆ, ਅਸੀਂ ਲਾਹੌਰ ਚ ਕੰਮ ਕਰ ਰਹੇ ਹਾਂ। ਚਲੋ ਉਹ ਵੀ ਵਿਚਾਰਾ ਕੰਮ ਕਰ ਰਿਹਾ, ਤੁਸੀਂ ਵੀ ਕਰ ਰਹੇ ਹੋ। ਯਾਨੀ ਕਿ ਮਾਂ ਜਨਮ ਦਿੰਦੀ ਏ, ਮੁਕੱਦਰ ਨਹੀਂ ਲਿਖਦੀ, ਇੱਕ ਹੀ ਅੱਗੇ ਨਿਕਲਦਾ, ਦੁਆਵਾਂ ਨਾਲ ਨਿਕਲਦਾ ਹੈ। ਅੱਛਾ, ਮੈਂ ਇਸ ਤੇ ਬਿਲਕੁਲ ਨਹੀਂ ਕਹਿ ਰਿਹਾ ਕਿ ਪੈਸੇ ਨਾਲ ਕੋਈ ਅੱਗੇ ਨਿਕਲੇ। ਪੈਸਾ ਬਹੁਤ ਹੁੰਦਾ ਹੈ ਲੇਕਿਨ ਉਹਦਾ ਨਾਂ ਨਹੀਂ ਹੁੰਦਾ। ਬਜ਼ੁਰਗਾਂ ਦੀਆਂ ਦੁਆਵਾਂ, ਨਾ ਦੀਆਂ ਦੁਆਵਾਂ। ਜੀ ਠੀਕ ਹੈ, ਮਿਹਰਬਾਨੀ, ਸ਼ੁਕਰੀਆ ਜੀ। हाँ जी, ओके जी, अल्लाह हाफिज। अस्सलाम वालेकुम। हेलो अस्सलाम वालेकुम। वालेकुम सलाम। नवीद बुखारी बोल रहा हूँ भाई, की हाल है जी नवीद बुखारी साहब बिस्मिल्लाह जी। आया ਨੂੰ ਤੁਸੀਂ ਕੀ ਹੈ ਅਸੀਂ ਦੇਖੋ ਬਚਪਨ ਵਿੱਚ ਵੀ ਨਹੀਂ ਹੁਸ਼ਿਆਰੀ ਆਉਂਦੀ ਔਰ ਜਦੋਂ ਬਜ਼ੁਰਗਾਂ ਦੀ ਗੱਲਾਂ ਤੇ ਕੀ ਕਹਿੰਦੇ ਨੇ ਸਬਕ ਲੈਣਾ ਚਾਹੀਦਾ ਹੈਗਾ। ਜੋ ਬਜ਼ੁਰਗ ਕਹਿੰਦੇ ਨੇ ਨਾ ਉਹਨਾਂ ਦੇ ਨਸਕੇ ਕਦਮ ਚੱਲਣਾ ਚਾਹੀਦਾ ਹੈਗਾ। ਠੀਕ ਹੈ। ਕਿਉਂਕਿ ਬਜ਼ੁਰਗ ਜੇ ਹੈਗੇ ਨੇ ਉਹ ਅਸੀਂ 5 ਬੱਚਿਆਂ ਦੇ ਮਾਂ-ਬਾਪ ਹੀ ਹੋ ਜਾਣਾ ਤੇ ਉਹਨਾਂ ਵਾਸਤੇ ਬੇਟੇ ਹੀ ਹਾਂ, ਸਾਨੂੰ ਦਾਤਾ ਦਿੰਦੇ ਰਹਿੰਦੇ ਨੇ। ਬਾਕੀ ਹੈ ਕਿ सोसाइटी ਤੁਸੀਂ ਆਪ ਅੱਛੇ ਹੋ, सोसाइटी ਤੁਹਾਨੂੰ ਅੱਛੀ ਮਿਲ ਜਾਏਗੀ। ਠੀਕ ਹੈ ਠੀਕ ਹੈ। ਦੇਖੋ ਅਸੀਂ 1973 ਤੋਂ ਰੇਡੀਓ ਰਿਸਰਚ ਦਾ ਕੰਮ ਕਰ ਰਹੇ ਹਾਂ ਤੇ ਇਨਸ਼ਾਅੱਲਾ ਅੱਛੇ ਬੰਦੇ ਮਿਲੇ ਨੇ ਤੇ ਹੁਣ ਤੱਕ ਅੱਛੇ ਗੱਲਾਂ ਵੀ ਹੁੰਦੀਆਂ, ਗੱਲਾਂ ਬਾਤਾਂ ਵੀ ਹੁੰਦੀਆਂ, ਮਹਿਮਾਨਦਾਰੀ ਵੀ ਹੁੰਦੀ, ਸਭ ਕੁਝ ਹੁੰਦੇ ਨੇ। ਅਸੀਂ ਸਾਨੂੰ ਬੁਰੇ ਬੰਦੇ ਬੁਰੀ सोसाइटी ਮਿਲਦੀ ਅਸੀਂ ਤੁਹਾਡੇ ਨਾਲ ਗੱਲ ਨਾ ਕਰਦੇ ਹੁੰਦੇ। जी बिल्कुल ठीक है, बिल्कुल ठीक है जनाब बुखारी साहब, बहुत मेहरबानी, शुक्रिया जी। बहुत मेहरबानी सर, ओके, खुदा हाफिज। अल्लाह हाफिज। हेलो जी जी। हेलो जी जी। हाँ जी, वो ਉਹਨਾਂ ਦੀ ਮੇਰੇ ਖਿਆਲ ਮੁਸ਼ਾਇਰਾ ਵਗੈਰਾ ਹੋ ਰਿਹਾ ਕੋਈ ਨਾ। हाँ जी, मन भी आज मैं मिले थे ना तो मन कह रहे थे, मैं आज प्रोग्राम है गया उन्होंने मेरे सलाम कह देना। जी वालेकुम अस्सलाम। वालेकुम जी, बहुत मेहरबानी, शुक्रिया जी। हाफिज। अस्सलाम वालेकुम। जी वालेकुम अस्सलाम रहमतुल्लाह व बरकातहू। जी बिस्मिल्लाह जी। सर खालिद भट्ट इकबाल टाउन तो जनाब जी। सब तो पहले दुआ कि अल्लाह ताला तमाम बीमारां नूं शिफाए कामला व आजला अता फरमाए। आमीन। तमाम मरहूमिन दे गुनाह सगीरा कबीरा माफ फरमाए, उन्होंने गरीब रहमत फरमाए, उन्हें दर्जात बुलंद फरमाए। आमीन आमीन आमीन। सर जामिया सूलां दे मुंह तिखे। हां अच्छा। उर्दू कहते हैं। अच्छा अच्छा, जमदिया सूलां दे मुंह तिखे ते होनहार भरवा के चिकने चिकने पात। यानी जानवर परिंदे का बच्चा जिहड़ा है ना वो जमदा, हुण देखो ओदे चिकने चिकने पात, आम आदमी पात कहंदे ने, मतलब परा नूं भी कहंदे ने, पते नूं भी कहंदे कि ओदे जिहदा उडारी अच्छी हुंदी है ना, ओदे हमेशा पर जिहड़े ने ना वो नरम ही हुंदे ने ते चिकने भी हुंदे ने पैदाइशी तौर ते सर। अच्छा हुण आ जाइए तुहाडे आले पासे सर। बच्चा जिसले दुनिया दे उत्ते आंदा है, कुछ चीज़ां फितरत नालों ओनूं तफवीज़ कीतियां होंदियां ने ओनूं, ਜਿਹੜੀਆਂ ਉਹ ਪੈਦਾਇਸ਼ੀ ਤੌਰ ਤੇ ਉਹਦੇ ਚ ਹੁੰਦੀਆਂ ਨੇ। ਤੁਸੀਂ ਦੇਖ ਲਵੋ ਮਸਲਨ 2 ਭਰਾ ਸੇ ਮਾਂ ਪਿਓ ਕੋਈ, ਇੱਕ ਜਿਹੜਾ ਬੜਾ ਤੁਹਾਡੇ ਨਾਲ ਦੇਖੇਗਾ, ਪਿਆਰ ਨਾਲ ਦੇਖੇਗਾ, ਇੱਕ ਬੜਾ ਗੁੱਸੇ ਦੇ ਨਾਲ ਸ਼ੁਰੂ ਹੀ ਜਿਸਲੇ ਕਿ ਕੋਈ ਉਹਨੂੰ ਹੋਸ਼ ਨਹੀਂ ਹੁੰਦੀ, ਬਾਕੀ ਮਗਰ ਉਹਨੂੰ ਪਤਾ ਹੁੰਦਾ ਨੱਕ ਉਹਦਾ ਚੜਿਆ ਹੈਗਾ, ਮਤਲਬ ਪਤਾ ਲੱਗ ਜਾਂਦਾ ਕਿ ਕੀ ਮਤਲਬ। ਜੀ ਬਿਲਕੁਲ ਸਹੀ, ਬਿਲਕੁਲ ਸਹੀ। ਸਭ ਤੋਂ ਪਹਿਲੇ ਤਾਂ ਸਾਰਾ ਹੈਗਾ ਕੁਦਰਤ ਵੱਲੋਂ ਇੱਕ ਫਿਤਰਤ ਜਿਹੜੀ ਹੈ ਨਾ ਇਨਸਾਨ ਆਪਣੇ ਨਾਲ ਲੈ ਕੇ ਆਉਂਦਾ। ਠੀਕ ਹੈ। ਉਸ ਤੋਂ ਬਾਅਦ ਸਰ ਮੈਂ ਸਾਨੂੰ ਯਾਦ ਆ ਜਾਂਦਾ ਹਜ਼ਰਤ ਅਲੀ ਕਰਮੱਲਾ ਵਜਹੋ ਦਾ ਉਹ ਕੌਲ ਕਿ ਜਿੱਥੇ ਉਹਨਾਂ ਨੇ ਫਰਮਾਇਆ ਕਿ
ਬੱਚਾ ਜਿਹੜਾ ਨਾ ਘੁਮਿਆਰ ਦਾ ਉਹ ਜਿਹੜਾ ਚਾਕ ਨਹੀਂ ਹੁੰਦਾ ਜੀ ਜੀ, ਉਹਦੇ ਉੱਤੇ ਮਿੱਟੀ ਦਾ ਤੇ ਵਾਲਦੈਨ ਦਾ ਜਿਹੜਾ ਹੁੰਦਾ ਨਾ ਉਹਨੂੰ ਜਿਸ ਤਰ੍ਹਾਂ ਵੀ ਉਹ ਘੁਮਿਆਰ ਤਰਾਸ਼ਦਾ ਬਰਤਨ ਉਹ ਜਿਹਾ ਤਿਆਰ ਹੋ ਜਾਂਦਾ। ਠੀਕ ਹੈ। ਦੂਸਰੀ ਉਹਦੀ ਉਹ ਜਿਹੜੇ ਸਟੈਪ ਉਹ ਪਹਿਲੇ ਇੱਕ ਤਾਂ ਫਿਤਰਤ ਹੋ ਗਈ ਨਾ ਸਰ, ਉਹ ਤੇ ਉਹਦੇ ਚ ਹੋ ਗਈ ਉਹ ਗਰਜ਼ਾਈ ਨੇ ਜਾਂ ਜੋ ਵੀ ਹੈ। ਦੂਸਰੀ ਗੱਲ ਹੈ ਉਹਦੇ ਕਿ ਉਹਦੀ ਤਰਬੀਅਤ ਗਾਹ ਜਿਹੜੀ ਹੈ ਨਾ, ਜਿਹੜਾ ਮਾਂ ਦੀ ਗੋਦ ਜਿਵੇਂ ਕਹਿੰਦੇ ਨੇ, ਜੋ ਉਹਨੇ ਸਿੱਖਣਾ ਪਹਿਲੇ ਆਪਣੇ ਘਰ ਤੋਂ ਸਿੱਖਣਾ ਸਰ। ਜੀ ਜੀ, ਉਹ ਬਹੁਤ ਅਸਰ ਲੈਂਦਾ ਹੈ ਅਗਰ ਘਰ ਹੀ ਸਕੂਨ ਨੇ, ਪਿਆਰ ਹੈ, ਮੁਹੱਬਤ ਹੈ, ਸਾਰਾ ਕੁਛ ਹੈ, ਉਹਦਾ ਘਰ ਹੀ ਲੜਾਈ ਉਹ ਝਗੜਾ ਹੈ, ਇਹ ਲੈਂਦਾ ਸਰ, ਅਸਰ ਲੈਂਦਾ। ਠੀਕ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਜਨਾਬ ਕੁਛ ਮੈਂ ਜੋ ਅਰਜ਼ ਕੀਤਾ ਨਾ, ਕੁਛ ਆਪਣਾ ਐਸੇ ਜ਼ਹੀਨ ਨਹੀਂ ਹੁੰਦੇ ਨੇ ਕਿ ਜਿਹੜੇ ਥੋੜੇ ਪੋਲਿਸ਼ ਕਰਨ ਦੇ ਨਾਲ ਨਾ ਕੁਦਰਤ ਨੂੰ ਉਹ ਮਜ਼ੀਦ ਉਹ ਜਿਹੜੇ ਨਾ ਚਮਕਤੇ ਹੋ ਜਾਂਦੇ ਨੇ। ਉਹ ਆਪਣਾ ਨਾਂ ਪਿਆ, ਉਹਦੇ ਲਈ ਜ਼ਰੂਰੀ ਨਹੀਂ ਹੈਗਾ ਕਿ ਵਾਲਦੈਨ ਪੜ੍ਹੇ ਹੋਣ, ਵਾਲਦੈਨ ਅਮੀਰ ਹੋਣ, ਵਾਲਦੈਨ ਕੋਠੀ ਬੰਗਲੇ ਹੋਣ, ਨਾ ਇਹ ਨਹੀਂ ਹੈਗਾ ਉਹ। ਔਰ ਇਹ ਵੀ ਮਤਲਬ ਕਿਹਾ ਜਾਂਦਾ ਹੈ ਕਿ ਜੀ ਮਤਲਬ ਬੜਾ ਅਸਰ ਪੈਂਦਾ ਸੁਸਾਇਟੀ ਦਾ। ਠੀਕ ਹੈ, ਮਗਰ ਇਹਦੇ ਤੇ ਵੀ ਸਾਨੂੰ ਥੋੜਾ ਕੰਟਰੋਲ ਕਰਨਾ। ਇਹ ਸਾਨਵੀ ਦੀਆਂ ਚੀਜ਼ਾਂ ਨੇ, ਮਗਰ ਜਿਹਨੂੰ ਰੱਬ ਮਤਲਬ ਜਿਹੜਾ ਚੱਲ ਪੈਂਦਾ ਨਾ ਉਹ ਫਿਰ ਚੱਲ ਹੀ ਪੈਂਦਾ ਸਿੱਧੇ ਰਸਤੇ ਤੇ, ਜੇ ਮਤਲਬ ਚੱਲ ਤੇ ਬਾਜ਼ੇ ਲੋਕ ਐਸੇ ਹੁੰਦੇ ਨੇ ਕਿ ਕਰਨਾ ਵੀ ਚਾਹੁੰਦੇ ਨੇ ਜੀ, ਮਿਹਨਤ ਵੀ ਕਰਦੇ ਨੇ, ਕਰਨਾ ਵੀ ਚਾਹੁੰਦੇ ਨੇ, ਮਗਰ ਉਹਨਾਂ ਦੀ ਕਪੈਸਿਟੀ ਇੰਨੀ ਨਹੀਂ ਹੁੰਦੀ ਸਰ। ਅੱਛਾ, ਹਾਂਜੀ, ਉਹ ਮਤਲਬ ਉਹ ਜ਼ਿਆਦਾ ਪੈਨ ਮਤਲਬ ਤੁਹਾਡੀ ਮੇਰੇ ਤੇ ਮੈਂ ਤੁਹਾਡਾ ਸ਼ਾਗਿਰਦ ਦਾ ਫਰਜ਼ ਕਰੋ ਜਾਂ ਹੋਰ ਸ਼ਾਗਿਰਦ ਦੇ, ਤੁਹਾਡਾ ਉਹ ਸੇਮ ਉਹੀ ਲੈਕਚਰ ਨੇ, ਸੇਮ ਉਹੀ ਨੇ, ਮਿਹਨਤ ਤੁਸੀਂ ਕਰ ਰਹੇ ਹੋ, ਉਹ ਮੇਰੇ ਨਾਲ ਅੱਗੇ ਨਿਕਲ ਗਿਆ, ਮੈਂ ਉਹਦੇ ਨਾਲ ਪਿੱਛੇ, ਮੇਰੇ ਤੁਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਦੇ ਹੋ, ਮਗਰ ਉਹਦੇ ਚ ਕੀ ਵਜ੍ਹਾ ਹੈ? ਮੈਂ ਵੀ ਉਹਦੇ ਨਾਲ ਹੀ ਹੁਣ ਕਪੈਸਿਟੀ ਇੰਨੀ ਨਹੀਂ ਹੈ ਕਿ ਮੈਂ ਉਹਨੂੰ ਆਬਜ਼ਰਵ ਕਰ ਸਕਾਂ, ਤੁਹਾਡੇ ਜਿਹੜਾ ਮਤਲਬ ਉਹਨੂੰ ਫੋਲੋ ਕਰ ਸਕਾਂ। ਬਿਲਕੁਲ ਅੱਛੀ ਗੱਲ। ਮੈਂ ਨਾ ਇਹਦਾ ਮਤਲਬ ਜ਼ਾਤੀ ਤੌਰ ਤੇ ਐਕਸਪੈਰੀਮੈਂਟ ਜਦੋਂ ਅਸੀਂ ਕਰ ਰਹੇ ਸੀ, ਉਹ ਤੁਹਾਡੇ ਕੋਲੋਂ ਨੋਟਸ ਲੈਂਦੇ ਹੁੰਦੇ ਸਨ ਦੂਸਰੇ ਸਟੂਡੈਂਟ, ਜਦੋਂ ਅਸੀਂ ਸੂਫੀਜ਼ਮ ਤੇ ਕੁਝ ਕੋਰਸਿਸ ਕਰ ਰਹੇ ਸਾਂ, ਉਹ ਤੁਹਾਡੇ ਕੋਲੋਂ ਨੋਟਸ ਲੈ ਕੇ ਔਰ ਸਾਰੇ ਉਹ ਕਰਦੇ ਹੁੰਦੇ ਸਨ। ਤੁਹਾਨੂੰ ਮੈਂ ਜਿੰਨੀ ਗੱਲ ਦੱਸਣਾ ਤੁਸੀਂ ਜ਼ਿਆਦਾ ਉਹਦੇ ਨਾਲੋਂ ਆਪਣੇ ਵੱਲੋਂ ਵੀ ਕੁਝ, ਔਰ ਇਹੀ ਹੁੰਦਾ ਹੈ ਕਿ ਤੁਹਾਡਾ ਮਤਲਬ ਰਚਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਸਰ ਕ੍ਰੈਡਿਟ ਗੋਜ਼ ਟੂ ਯੂਸਫ ਪੰਜਾਬੀ। ਅਸੀਂ ਡੰਕੇ ਦੀ ਚੋਟ ਦੇ ਪਿਛਲੇ ਸ਼ੋਅ 'ਚ ਵੀ ਮੈਂ ਕਿਹਾ ਸੀ ਕਿ ਮੇਰੇ ਨਾਲ ਯੂਸਫ ਪੰਜਾਬੀ ਨਾਲ ਜ਼ਾਤੀ ਤੌਰ ਤੇ 100 ਇਖਤਲਾਫਾਤ ਹੋ ਸਕਦੇ ਨੇ, ਮਗਰ ਇੱਕ ਅਟਲ ਹਕੀਕਤ ਡੰਕੇ ਦੀ ਚੋਟ ਤੇ ਕਹਾਂਗਾ ਕਿ ਮੈਂ ਅਗਰ ਇੱਥੇ ਕੁਝ ਬੋਲਣਾ, ਕੋਈ ਮੇਰੇ ਜ਼ਹਿਨ ਜੋ ਮੂੰਹ ਚੋਂ ਅਲਫਾਜ਼ ਨਿਕਲਦੇ ਨੇ ਜਾਂ ਮੇਰੇ ਰੈਕ ਵਿੱਚ ਕੋਈ 100-150 ਕਿਤਾਬ ਪਈ ਹੈ, ਇਹਦਾ ਵੀ ਕ੍ਰੈਡਿਟ ਜਿਹੜਾ ਨਾ ਗੋਜ਼ ਟੂ ਯੂਸਫ ਪੰਜਾਬੀ। ਸਲਾਮਤ ਰਹੋ, ਸਲਾਮਤ ਰਹੋ, ਸਲਾਮਤ ਰਹੋ, ਖੁਸ਼ ਰਹੋ। ਸਰ ਮੈਂ ਪਿਛਲੇ ਸ਼ੋਅ ਦੇ ਹਵਾਲੇ ਨਾਲ ਮੈਂ ਕਮੈਂਟ ਨਹੀਂ ਕਰ ਸਕਿਆ ਸੀ, ਸਾਡੇ ਆਪਣਾ ਉਹ ਜਿਹੜਾ ਦਿਮਾਗ ਦਾ ਤੇ ਉਹ ਦਿਲ ਦਾ ਹੋ ਰਿਹਾ ਸੀ ਨਾ, ਮੇਰੇ ਬੜੇ ਪਿਆਰੇ ਮੁਹਤਰਮ ਗ੍ਰਾਮੀ ਕਦਰ ਬਾਜਵਾ ਸਾਹਿਬ ਨੇ ਫਰਮਾਇਆ ਸੀ ਕਿ ਦਿਮਾਗ ਦੇ ਬਾਰੇ ਦੇ, ਤੇ ਸਰ ਅੱਛਾ ਦੋ ਮੈਂ ਗਵਾਹੀ ਦੇਣਾ ਕਿ ਬਾਜਵਾ ਸਾਹਿਬ ਦਿਮਾਗ 100 ਨਹੀਂ 1000% ਦਿਮਾਗ ਤੋਂ ਹੀ ਕੰਮ ਲੈਂਦੇ। ਠੀਕ ਹੋ ਗਿਆ, ਓਕੇ ਜੀ, ਓਕੇ ਓਕੇ ਓਕੇ, ਥੈਂਕ ਯੂ, ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਜੀ, अस्सलाम वालेकुम। वालेकुम अस्सलाम जी। राणा साहब अगर हैंड फ्री तो गल कर रहे हो तो ला लवो। हाँ जी, मेरा टॉपिक ਦੇ ਬਾਰੇ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਅੱਲਾਹ ਤਾਲਾ ਉਸ ਬੱਚੇ ਦੇ ਵਿੱਚ ਕਿਸਮਤ ਤੇ ਕੁਝ ਲਿਖਿਆ ਹੁੰਦਾ ਹੈ ਤੇ ਉਸ ਨੂੰ ਮਾਸ਼ਰਾ ਤੇ ਮਾਂ-ਬਾਪ ਆਟੋਮੈਟਿਕਲੀ ਚੁੱਕ ਕੇ ਲੈ ਕੇ ਚਲੇ ਜਾਂਦੇ। ਠੀਕ ਹੈ। ਜੇ ਉਸਦਾ ਸਿਤਾਰਾ ਇਸ ਤਰ੍ਹਾਂ ਹੁੰਦਾ, ਹਰ ਚੀਜ਼ ਉਸਨੂੰ ਇਸ ਤਰ੍ਹਾਂ ਹੀ ਮਿਲਦੀ ਹੈ ਫਿਰ। ਠੀਕ ਹੈ, ਯਾਨੀ ਜਿਹਦਾ ਨਹੀਂ ਲਿਖਿਆ ਹੁੰਦਾ ਉਹਨੂੰ ਜਿੰਨਾ ਮਰਜ਼ੀ ਚੁੱਕੋ ਉਹ ਨਹੀਂ ਚੁੱਕਿਆ ਜਾਂਦਾ। ਬਿਲਕੁਲ, ਜੋ ਉਹਨਾਂ ਦੇ ਮੱਥੇ ਵਿੱਚ ਲਿਖਿਆ ਹੋਇਆ ਨਾ ਉਹਨਾਂ ਨੂੰ ਮਿਲਣਾ ਹੀ ਮਿਲਣਾ। ਠੀਕ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਮਾਂਦਰੂ ਤੌਰ ਤੇ ਹੀ ਹੁੰਦਾ ਹੈ। ਬਿਲकुल जी, ठीक है राणा साहब, बहुत मेहरबानी, शुक्रिया, अल्लाह हाफिज, अल्लाह हाफिज जी। अस्सलाम वालेकुम। हेलो हेलो जी, अस्सलाम वालेकुम। वालेकुम अस्सलाम, की हाल जी? बिस्मिल्लाह, सब खैरियत जी जी, करम करम, दुआवां तुहाडियां। मैनू जो कह रहे हो ते मेरे सिर तो लंघ गया, नहीं कहना, लेकिन मैं जिस मकसद ਲਈ ਕਾਲ ਕੀਤੀ ਹੈ ਨਾ ਤੇ ਉਹ ਮੈਂ ਗੱਲ ਕਹਿਣਾ ਚਾਹ ਰਹੀ ਹਾਂ। ਤੇ ਮੈਂ ਤਾਂ ਮੇਰੀ ਜ਼ਿੰਦਗੀ 'ਚ ਜੋ ਹੋ ਰਿਹਾ ਸੀ, ਮੈਂ ਤਾਂ ਉਦੋਂ ਬਣਨਾ ਚਾਹ ਰਹੀ ਸਾਂ ਬਾਗੀ ਜਾਂ ਗਾਜ਼ੀ। ਹਾਂ ਹਾਂ, ਵਾਹ ਵਾਹ, ਬਾਗੀ ਜਾਂ ਗਾਜ਼ੀ।
ਰਾਜ਼ੀ ਠੀਕ ਹੈ ਲੇਕਿਨ ਦੋਵਾਂ ਚ ਤੁਸੀਂ ਕੁਝ ਨਹੀਂ ਬਣੇ ਜੋ ਸ਼ਹੀਦ ਹੋ ਗਏ। ਅੱਲਾ ਨੇ ਸ਼ਹੀਦ ਹੋ ਗਏ। ਅੱਲਾ ਦਾ ਕੰਮ ਸੀ ਅੰਮੀ ਬਣ ਗਈ ਦੂਸਰਾ ਜ਼ਾਦੀ ਬਣ ਗਈ ਪੁੱਛ ਰਿਹਾ ਅੰਮੀ ਬਣਨਾ ਸਭ ਤੋਂ ਵੱਡਾ ਹੈ ਇਹ ਮਤਲਬ ਦੂਸਰਾ ਸਭ ਕੁਝ ਬਣਨਾ ਮੇਰੇ ਖਿਆਲ ਸੌਖਾ ਹੈ ਅੰਮੀ ਬਣਨਾ ਔਖਾ ਹੈ। ਹਾਂ ਅੰਮੀ ਬਣ ਗਈ ਹਾਂ ਸਾਰੇ ਹਾਂ ਕੰਮਾਂ ਤੋਂ ਚਲੋ ਸ਼ੁਕਰ ਹੈ ਤੇ ਅੱਲਾ ਚੰਗਾ ਸਗੋਂ ਤੁਸੀਂ ਉਸ ਤੋਂ ਵੱਡਾ ਰੁਤਬਾ ਲੈ ਲਿਆ ਨਾ ਅੰਮੀ ਬਣ ਗਏ ਤੁਸੀਂ ਹੈ। ਤੇ ਮੈਂ ਕਹਿੰਦੀ ਹਾਂ ਕਿ ਅੱਲਾ ਮਾਫੀ ਦੇ ਅੱਲਾ ਜ਼ਿੰਦਗੀ ਤੰਦਰੁਸਤੀ ਦੇ ਪਰਸੋਂ ਮੈਂ ਸ਼ੋਅ ਸੁਣਿਆ ਤੁਹਾਡਾ ਕਿ ਕਿੰਨੇ ਵਜੇ ਜਦੋਂ ਉਹ ਦਿਲ ਦੇ ਸ਼ੀਸ਼ੇ ਵਿੱਚ ਗਾਣਾ ਲੱਗਾ ਸੀ ਲੇਟ ਹੋ ਗਿਆ ਮੈਂ ਨਹਿਰ ਦੇ ਪੁਲ ਤੇ ਨਾ ਭਣੇਵੇਂ ਰਹਿੰਦੇ ਨੇ ਮੇਰਾ ਦਿਲ ਕਰ ਆਂਦਾ ਕਦੀ 2 ਸਾਲ ਹੋ ਗਏ ਸੀ ਮੈਂ ਚਲ ਗਈ ਮਿਲਣ ਜਦੋਂ ਮੈਂ ਸੁਣਿਆ ਨਾ ਭਣੇਵੇਂ ਕੋਲੋਂ ਛੋਟੇ ਭਣੇਵੇਂ ਦੇ ਬਾਰੇ ਕਿ ਉਹਨੂੰ ਡਾਕਟਰ ਨੇ ਜਵਾਬ ਦਿੱਤਾ ਤੇ ਮੈਂ ਯਕੀਨ ਕਰੋ ਇੰਨਾ ਯਾਨੀ ਕਿ ਦਿਲ ਮੇਰਾ ਹੁੰਦਾ ਸੁਣਿਆ ਕਿ ਮੈਂ ਕਿਉਂ ਇਹੋ ਜਿਹੀਆਂ ਖਬਰਾਂ ਸੁਣਨੀ ਮੈਨੂੰ ਬੜੀ ਤਕਲੀਫ ਹੁੰਦੀ ਹੈ। ਉਹਨਾਂ ਨੇ ਮੈਨੂੰ 10ਵਾਂ ਗਵਾਰਾ ਨਹੀਂ ਸਮਝਿਆ ਮੇਰੇ ਉਸ ਭਣੇਵੇਂ ਨੇ ਦੱਸਿਆ ਮੈਨੂੰ ਕਹਿੰਦਾ ਖਾਲਾ ਤੈਨੂੰ ਪਤਾ ਲੱਗਾ ਕਾਸ਼ੀ ਦਾ ਮੈਂ ਕਿਹਾ ਪੁੱਤਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਹਿੰਦਾ ਮਸਲਾ ਬਣ ਗਿਆ ਹੁਣ ਮੈਂ ਹਰ ਸਵੇਰੇ ਜਾਣਾ ਤੇ ਕਹਿਣ ਦਾ ਮਕਸਦ ਹੈ ਕਿ 2 ਦਿਨ ਹੋ ਗਏ ਮੈਂ ਬੇਚੈਨ ਹੋ ਗਈ ਮੈਨੂੰ ਸੁਣ ਕੇ ਤਕਲੀਫ ਹੁੰਦੀ ਮੇਰਾ ਦਿਲ ਤੜਫਦਾ ਤੇ ਮੈਂ ਕਹਿੰਦੀ ਅੱਲਾ ਸੋਹਣਿਆ ਕਿ ਜਿੱਥੇ ਰਹਿਣ ਖੁਸ਼ ਰਹਿਣ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਲੇਕਿਨ ਇਹ ਚੀਜ਼ਾਂ ਮੈਂ ਸੁਣਨੀਆਂ ਨੇ ਬੜੀ ਦਰਦ ਮਤਲਬ ਸਾਰੇ ਸਿਹਤ ਤੰਦਰੁਸਤੀ ਨਾਲ ਰਹਿਣ ਖੁਸ਼ ਰਹਿਣ ਆਬਾਦ ਰਹਿਣ ਹਾਂ ਬਸ ਖੁਸ਼ ਰਹਿਣ ਆਬਾਦ ਰਹਿਣ ਕਿਉਂਕਿ ਜ਼ਿੰਦਗੀ ਸਭ ਨੂੰ ਅੱਲਾ ਨੇ ਤੋਹਫਾ ਦਿੱਤੀ ਕਿਸੇ ਨੂੰ ਹੱਥ ਜੀ ਬਿਲਕੁਲ ਔਰ ਇਹ ਵੀ ਮਾਜੀ ਜ਼ਿੰਦਗੀ ਦੇ ਰੰਗ ਨੇ ਅਸਲ ਵਿੱਚ ਦੁੱਖ ਤਕਲੀਫਾਂ ਕਿਸੇ ਵੀ ਚੀਜ਼ ਦੀ ਨਾ ਅਹਿਮੀਅਤ ਖਤਮ ਹੋ ਜਾਂਦੀ ਹੈ ਅਗਰ ਦੂਸਰੀ ਨਹੀਂ ਹੁੰਦੀ ਤੇ ਇਸ ਕਰਕੇ ਇਹਨਾਂ ਚੀਜ਼ਾਂ ਦੀ ਅਹਿਮੀਅਤ ਬਰਕਰਾਰ ਹੈ ਕੁਦਰਤ ਦਾ ਕਾਨੂੰਨ ਜਿਹੜਾ ਹੈ ਬੜਾ ਤਵਾਜ਼ਨ ਹੈ ਮੁਤਵਾਜ਼ਨ ਹੈ ਬਹੁਤ ਖੂਬਸੂਰਤ ਉਹ ਬਾਜ਼ੀ ਜਾਂ ਗਾਦੀ ਬਣ ਗਈ ਅੰਮੀ ਇਹ ਤੇ ਛੱਡਦੇ ਇੱਥੇ ਚਲੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਅੰਮੀ ਬਣਨਾ ਮੇਰੀ ਪੂਰੀ ਗੱਲ ਸੁਣੋ ਜੀ ਸੁਣਾਓ ਤੇ ਬਾਕੀ ਸ਼ੁਕਰੀਆ ਮੈਂ ਕਰਦੀ ਆ ਬਸ ਸਾਹਿਬ ਦਾ ਹਾਂ ਮੈਂ ਉਹਨਾਂ ਦੇ ਨਾਲ ਐਗਰੀ ਕਰਦੀ ਆ ਉਹਨਾਂ ਦਾ ਬਹੁਤ ਸ਼ੁਕਰੀਆ ਉਹਨਾਂ ਨੇ ਮੇਜਰ ਸਾਹਿਬ ਦੇ ਬਾਰੇ ਗੱਲ ਕਹੀ ਹਾਂਜੀ ਮੈਨੂੰ ਇੰਨੀ ਤਕਲੀਫ ਹੋਈ ਕਿਉਂ ਤਕਲੀਫ ਹੋਈ ਉਹ ਸਿਆਣੇ ਕਹਿੰਦੇ ਸੀ ਨਾ ਲਾਹੌਰ ਤੇ ਸਿਆਲਕੋਟ ਤੇ ਲਾਹੌਰ ਸਾਨੂੰ ਨਹੀਂ ਕਿਸੇ ਦੀ ਸਪੋਰਟ ਠੀਕ ਹੈ ਤੇ ਕਹਿਣ ਦਾ ਮਕਸਦ ਹੈ ਨਹੀਂ ਜੀ ਜ਼ਿੰਦਾਬਾਦ ਦੇਖੋ ਜਿੰਨੇ ਮੈਂ ਜਿਵੇਂ ਕਹਿੰਦਾ ਇਹ ਜ਼ਿੰਦਗੀ ਤੇ तमाम ਸ਼ਹਿਰ तमाम ਇਲਾਕੇ तमाम ਲੋਕ ਇੱਕ ਫੁੱਲ ਨੇ ਮਤਲਬ ਅਸੀਂ ਇੱਕ ਤੋਂ ਇੱਕ ਨੇ ਇਹਨਾਂ ਦੀ ਆਪੋ ਆਪਣੀ ਖੁਸ਼ਬੂ ਹੈ 4-5 ਸਾਲ ਮੈਂ ਸਿਆਲਕੋਟ ਵੀ ਇਹ ਮਤਲਬ ਕਿ ਨਾ ਅਸੀਂ ਜਿੱਥੇ ਨਹੀਂ ਵੀ ਗੁਜ਼ਾਰੇ ਸਾਡੇ ਮਤਲਬ ਇੱਕ ਸਹਿਰਾ ਨੇ ਥਲ ਨੇ ਪਹਾੜ ਨੇ ਮੈਦਾਨ ਨੇ ਤੇ ਉਹ ਵੇਖੋ ਜਿਹੜਾ ਜ਼ਰਖੇਜ਼ ਤਰੀਨ ਜ਼ਿਹਨੀ ਤੌਰ ਤੇ ਵੀ ਨਾ ਮਾਝੇ ਦਾ ਹਿੱਸਾ ਹੈ ਸਿਆਲਕੋਟ ਮਾਝੇ ਵਿੱਚ ਹੈ ਔਰ ਤੁਸੀਂ ਪੂਰੇ ਇਸ ਖਿੱਤੇ ਦੇ ਵਿੱਚ ਜਿੰਨੀ ਜ਼ਰਖੇਜ਼ੀ ਜਿੰਨਾ ਜ਼ਹਾਨਤ ਇਸ ਖਿੱਤੇ 'ਚ ਹੈ ਸ਼ਾਇਦ ਕਿਤੇ ਹੈ ਆਪੋ ਆਪਣੇ ਫੁੱਲ ਨੇ ਖੁਸ਼ਬੂ ਹੈ ਔਰ ਸਾਰਿਆਂ ਦੀ ਸਾਨੂੰ ਇਹਨਾਂ ਤੋਂ ਬਗੈਰ ਅਸੀਂ ਨਹੀਂ ਕੁਝ ਵੀ ਹੈਗੇ ਮਤਲਬ ਕਮੀ ਹੈ ਬੇਰੰਗੀ ਹੈ ਅਗਰ ਇਹਨਾਂ ਚੋਂ ਇੱਕ ਵੀ ਥੋੜਾ ਘੱਟ ਵੱਧ ਤੇ ਉਹ ਨਹੀਂ ਮੁਕੰਮਲ ਨਹੀਂ ਹੁੰਦਾ ਸੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਲਾਮਤ ਰਹੋ ਨਹੀਂ ਮੇਰਾ ਮਤਲਬ ਕਹਿੰਦਾ ਕਿ ਦੇਖੋ ਉਹਨਾਂ ਨੇ ਅਜੇ ਅਜੇ ਕੋਈ ਗੱਲ ਰਹਿੰਦੀ ਹੈ WhatsApp ਨੇ ਕਹਿਤੀ ਹੈ ਨਾ ਗੱਲ ਮੈਂ ਜਦੋਂ ਕਹਿ ਰਿਹਾ ਮੇਜਰ ਸਾਹਿਬ ਨੂੰ ਕਿਹਾ ਨਾ ਤੇ ਮੈਨੂੰ ਬੜੇ ਦੁੱਖ ਹੋਇਆ ਮੇਜਰ ਸਾਹਿਬ ਨੂੰ ਕਹੋ ਉਹ ਮੇਜਰ ਸਾਹਿਬ ਮਾਸ਼ਾਅੱਲਾ ਬਹੁਤ ਸਿਆਣੇ ਨੇ ਮੇਜਰ ਸਾਹਿਬ ਨਾਲ ਮੁਲਾਕਾਤ ਵੀ ਹੋਣੀ ਹੈ ਤੁਸੀਂ ਹੁਣ ਆਪਾਂ ਗੱਲ ਕਰੀਏ ਪਿੱਛੇ ਜਿਹੜੇ ਹੈ ਨੇ ਅੱਜ ਦੇ ਉਹਨੂੰ ਕਰੀਏ ਚਲੋ ਠੀਕ ਉਹ ਜਿਹੜੀ ਹੋਣੀ ਉਹ ਤੇ ਕਰਨੀ ਹੈ ਨਾ ਜੋ ਗੱਲ ਹਾਂ ਜੀ ਬਿਸਮਿਲ੍ਲਾ ਜੀ ਓਕੇ ਜੀ ਅੱਲਾਹ ਹਾਫਿਜ਼ अस्सलाम वालेकुम जी अस्सलाम वालेकुम वालेकुम अस्सलाम अस्सलाम वालेकुम जी वालेकुम अस्सलाम आप यूसुफ पंजाबी साहब अस्सलाम वालेकुम जी अपना नाम दस दियो मेरा नाम है बदरशद अरशद साहब कितों गल कर रहे ने सूरपुरा रावी रोड लाहौर जी बिस्मिल्लाह अरशद साहब गल करो जनाब माशाल्लाह से बहुत सड़िया गल्लां कर रहे बहुत नाइस प्रोग्राम जी बहुत मेहरबानी प्रोग्राम ते ਆਪਾਂ ਕੋਈ ਗੱਲ ਕਰਾਂਗੇ ਜਿਹੜਾ ਮੌਜੂ ਉਹਦੇ ਤੇ ਸਾਰੇ ਤੁਸੀਂ ਗੱਲ ਕਰ ਰਹੇ ਹੋ ਬੱਚੇ ਦੇ ਹਵਾਲੇ ਦਾ ਹਾਂ ਇਹ ਅੱਲਾਹ ਪਾਕ ਦੀ ਤਰਫੋਂ ਹੀ ਸਾਰਾ ਮਤਲਬ ਜਮਾਂਦਰੂ ਹੁੰਦੇ ਨੇ ਹਾਂਜੀ ਮਤਲਬ ਇਹਨਾਂ ਦਾ ਹੋਰ ਕਿਸੇ ਦੀ ਕੋਈ ਉਸਤਾਦੀ ਕਾਰੀਗਰੀ ਨਹੀਂ ਹੈ ਨਾ ਕੋਈ ਭਟਕਿਆਂ ਦੀ ਤੇ ਨਾ ਮੁਆਸ਼ਰੇ ਦੀ ਜੀ अस्सलाम वालेकुम वालेकुम अस्सलाम ਇਹ ਨਿਗਤ ਲੱਗਦੀ ਹੈ अच्छा लगदी है फिर अच्छा ਹਾਂ ਮੇਰੀ ਤੇ ਕਜ਼ਨ ਲੱਗਦੀ ਹੈ ਤੇ ਹੋਰ ਕੀ ਤੇ ਕਜ਼ਨ ਨਹੀਂ ਜਾਣ ਸਕਦਾ ਆਹੋ ਇੱਕ ਹੋਰ ਵੀ ਕਜ਼ਨ ਹੈਗੀ ਉਹ ਬੜੀ ਮੈਨੂੰ ਲੱਗਦਾ ਉਹਨੂੰ ਨਕਸ਼ੜੀ ਉਹਦਾ ਨਾਂ ਰੱਖਣਾ ਪੈਣਾ ਉਹ ਬੜੀ ਮਤਲਬ ਕੀ ਹੁਣ ਕੀ ਹੈ
ਚਲੋ ਕੁਛ ਨਹੀਂ ਕਹਿੰਦੇ। ਨਹੀਂ ਤੁਸੀਂ ਜ਼ਰੂਰ ਕਹਿਣਾ। ਅੱਛਾ ਤੁਹਾਡੇ ਕਹਿਣ ਦਾ ਮਕਸਦ ਨਾ ਕਹੀਏ ਤੇ ਵੈਸੇ ਹੀ ਪਤਾ ਹੈ ਸਾਰਿਆਂ ਨੂੰ। ਨਹੀਂ ਕਹਿਣਾ ਨਹੀਂ। ਅੱਛਾ ਅੱਛਾ ਠੀਕ ਹੈ ਜੀ, ਠੀਕ ਹੈ, ਗੱਲਾਂ ਹੁੰਦੀਆਂ ਨਹੀਂ ਕਹਿਣੀਆਂ ਚੰਗੀਆਂ ਚਾਹੀਦੀਆਂ। ਹੁੰਦੀਆਂ। ਚਲੋ ਠੀਕ ਹੈ, ਠੀਕ ਹੈ, ਠੀਕ ਨਹੀਂ ਹੈ। ਵੈਸੇ ਮੈਂ ਦੇਖ ਲਿਆ ਤੁਹਾਨੂੰ ਬਹੁਤ ਸ਼ੌਕ ਹੈ ਕਜ਼ਨ ਬਣਨ ਦਾ। ਮੈਂ ਨੈਕਸਟ ਸ਼ੋਅ ਚ ਆਵਾਂਗੀ ਨਾ ਜਦੋਂ, ਹਾਂ, ਤੇ ਮੈਂ ਨਹੀਂ ਕਹਿਣਾ ਹੈਲੋ ਅਸਲਾਮ ਵਾਲੇਕੁਮ, ਮੈਂ ਕਹਿਣਾ ਹਾਈ ਕਜ਼ਨ। ਜਿਉਂਦੇ ਰਹੋ, ਜਿਉਂਦੇ ਰਹੋ, ਸਲਾਮਤ ਰਹੋ। ਠੀਕ ਹੋ ਜੀ ਕਰਮ। ਮਾਸ਼ਾਅੱਲਾ ਠੀਕ ਹੋ। ਮੈਂ ਕਾਫੀ ਦੇਰ ਦੀ ਸੁਣ ਰਹੀ ਮਾਸ਼ਾਅੱਲਾ। ਹਾਂ ਹਾਂ, ਲੇਕਿਨ ਮੈਂ ਜਦੋਂ ਆਨੀ ਹਾਂ ਨਾ ਤੁਸੀਂ ਹੱਸਦੇ ਬਹੁਤ ਹੋ, ਕੀ ਗੱਲ ਹੈ? ਖੈਰ ਹੈ? ਮਤਲਬ ਆਪਣੇ ਆਣ ਤੇ ਸਾਰੇ ਆਪਣੇ ਨੇ, ਲੇਕਿਨ ਕੁਝ ਜੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਹਾਸੇ ਹੁੰਦੇ ਨੇ। ਮੈਂ ਜਿਵੇਂ ਕਿਹਾ ਨਾ, ਹਰ ਬੰਦੇ ਦੀ ਆਪਣੀ ਖੁਸ਼ਬੂ ਹੈ, ਆਪਣੀ ਸ਼ਖਸੀਅਤ ਦੀ ਆਪਣਾ ਰੰਗ ਹੈ। ਮਤਲਬ ਜਿਵੇਂ ਮਤਲਬ ਕੁਝ ਸ਼ਖਸੀਅਤ ਆਉਂਦੀਆਂ ਤੇ ਮੈਨੂੰ ਚੁੱਪ, ਮੈਂ ਬਿਲਕੁਲ ਖਾਮੋਸ਼ੀ ਨਾਲ ਸੁਣਨਾ ਉਹਨਾਂ ਨੂੰ ਕਿ ਜੀ ਦੱਸੋ। ਤੇ ਕੁਝ ਸ਼ਖਸੀਅਤ ਵੇਖ ਕੇ ਮਤਲਬ ਬੰਦਾ ਖੁਸ਼ ਹੁੰਦਾ ਹੈ, ਹੱਸਦਾ ਹੈ, ਖੇਡਦਾ ਹੈ। ਸੋ ਇਹ ਆਪੋ ਆਪਣੇ ਰੰਗ ਨੇ, ਔਰ ਸਾਰੇ ਮੇਰੇ ਖਿਆਲ ਸਿਹਤਮੰਦ ਨੇ। ਮਾਸ਼ਾਅੱਲਾ ਸਾਰੇ ਸਿਹਤਮੰਦ ਹੀ ਰਹਿਣ। ਆਹੋ, ਜ਼ਹੀਨ ਵੀ ਰਹਿਣ, ਹਾਂ, ਖੁਸ਼ਖੁਰਾਮ ਵੀ ਰਹਿਣ। ਆਮੀਨ। ਔਰ ਸਾਰੀਆਂ ਅੱਲਾਹ ਤਾਲਾ ਜਿੰਨੀਆਂ ਰਹਿਮਤਾਂ ਸਾਰੀਆਂ ਉਹਨਾਂ ਦੇ ਵਿੱਚ ਪਾਵੇ, ਹਾਂ, ਔਰ ਸਾਰੀਆਂ ਰਹਿਮਤਾਂ ਉਹਨਾਂ ਦੇ ਘਰ ਪਾ ਦੇਵੇ, ਸਾਰੀਆਂ ਖੁਸ਼ੀਆਂ ਦੇਵੇ ਅੱਲਾਹ ਤਾਲਾ ਸਭ ਨੂੰ। ਆਮੀਨ 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 ਆਮੀਨ। ਕਿਉਂਕਿ ਅਸੀਂ ਬਾਬਿਆਂ ਦੇ ਨਾਲ ਲਾ ਬੈਠੇ ਤਾਂ ਹੁਣ ਬਾਬਾ ਹੀ ਬਣਨਾ। ਆਹੋ ਦੁਆਵਾਂ ਹੀ ਦੇਣੀਆਂ। ਹਾਂ ਠੀਕ ਹੋ ਜੀ। ਮੈਂ ਕਹਿੰਦਾ ਦੁਆ ਇਸ ਤੋਂ ਮਤਲਬ ਦੁਆਵਾਂ ਤੋਂ ਸੋਹਣੇ ਫੁੱਲ ਕਿਹੜੇ ਹੋ ਸਕਦੇ ਨੇ ਦੁਨੀਆ 'ਚ? ਇਸ ਤੋਂ ਸੋਹਣੇ ਫੁੱਲ ਨਹੀਂ ਹੈਗੇ, ਇਸ ਤੋਂ ਸੋਹਣਾ ਅਹਿਸਾਸ ਨਹੀਂ ਹੈਗਾ। ਸਾਰਾ ਗੁਲਸ਼ਨ ਹੀ ਹੈਗਾ ਮਾਸ਼ਾਅੱਲਾ। ਹਾਂ, ਤੇ ਮਾਸ਼ਾਅੱਲਾ ਤੁਹਾਡੇ ਕੋਲ ਤੇ ਆਪਣਾ ਨਿਗਾ ਤੇ ਵੈਸੇ ਪੂਰਾ ਦਾ ਪੂਰਾ ਬਾਗ ਹੈ। ਮੈਂ ਕਹਿ ਦਿੱਤਾ ਪੂਰਾ ਗੁਲਸ਼ਨ। ਚੰਗਾ, ਤੁਸੀਂ ਸਾਰੇ ਪਾਸੇ ਤੁਸੀਂ ਵਲੇਵੇਂ ਦਿੱਤੇ ਹੈਗੇ। ਮਸਲਾ ਦੱਸਾਂ ਕੀ ਹੈ? ਸਾਰੇ ਤੁਸੀਂ ਨਹੀਂ, ਤੁਸੀਂ ਮੈਨੂੰ ਦੱਸੋ ਤੁਹਾਡੇ 3 ਸ਼ੋਅ ਹੀ ਜਾ ਰਹੇ ਨੇ। ਆਹੋ ਆਹੋ, 4 ਫਾਰਮੈਟ ਲੈ ਕੇ ਆ ਜਾਂਦੇ ਹੋ ਇੱਕ ਸ਼ੋਅ 'ਚ। ਅੰਦਾਜ਼ਾ ਕਰੋ। ਤੁਸੀਂ ਬਹੁਤ ਚਲਾਕ ਹੋ ਗਏ ਹੋ। ਹੈ ਕੋਈ ਗੱਲ ਕਰਨ ਵਾਲੀ ਚ? ਅੱਛਾ, ਉਹ ਸਾਰੇ ਪਾਸੇ ਜਿੱਧਰ ਮਰਜ਼ੀ ਨਜ਼ਰ ਘੁਮਾ ਲਓ ਨਾ, ਹਾਂ, ਗੱਲ ਇੱਕੋ ਹੀ ਬਣ ਜਾਂਦੀ ਹੈ। ਆਹੋ, ਉਹਦਾ ਲਿੰਕ ਹੋ ਰਿਹਾ ਹੁੰਦਾ ਨਾ, ਉਹਨੇ ਜੁੜਤ ਬਣ ਰਹੀ ਹੁੰਦੀ ਹੈ। ਜੀ ਜਿਸ ਤਰ੍ਹਾਂ ਅੱਜ ਦਾ ਵੀ ਉਹੀ, ਜਿਸ ਤਰ੍ਹਾਂ ਪਿਛਲਾ ਤੁਸੀਂ ਸ਼ੋਅ ਕੀਤਾ ਮਾਸ਼ਾਅੱਲਾ ਬਹੁਤ ਅੱਛਾ ਸ਼ੋਅ ਗਿਆ। ਕਾਫੀ ਕੋਸ਼ਿਸ਼ ਕਰਦੀ ਰਹੀ ਮੈਂ ਕਿ ਚਲੋ ਸਾਂਝ ਪੜੇ, ਲੇਕਿਨ ਬਹਰਹਾਲ ਜੋ ਵੀ ਹੈ ਬਹੁਤ ਅੱਛਾ ਸ਼ੋਅ ਸੀ। ਹਾਂ ਹਾਂ, ਨਹੀਂ ਗੱਲ ਹੋਈ ਤੇ ਮੇਰੇ ਖਿਆਲ ਬਹੁਤ ਅੱਛਾ ਹੋ ਗਿਆ। ਨਹੀਂ, ਉਹ ਆਪਣੀ ਜਿਹੜੀ ਹੈ ਨਾ ਕਜ਼ਨ, ਉਹ ਬਹੁਤ ਚਲਾਕ ਹੈ। ਅੱਛਾ, ਜਦੋਂ ਉਹਨੇ ਕਰਨਾ ਹੋਵੇ ਨਾ ਤੇ ਉਹਦਾ ਫੋਨ ਕੋਈ ਰੋਕ ਨਹੀਂ ਸਕਦਾ। ਉਹਦੀ ਟੈਕਨੀਕ ਮੈਂ ਸਮਝ ਗਿਆ। ਨਹੀਂ ਖੈਰ ਐਸੀ ਵੀ ਕੋਈ ਗੱਲ ਨਹੀਂ ਹੈ। ਅੱਛਾ, ਹਾਂਜੀ। ਇਹ ਨਿੱਗਤ ਜਿਹੜੀ ਹੈ ਨਾ, ਉਹ ਤੇ ਖੁਦ ਦੱਸਦੇ ਨੇ ਕਿੰਨੇ ਸਾਲਾਂ ਤੋਂ ਸੁਣਨ ਵਾਲੇ ਆ। ਹਾਂ, ਇਹ ਨਿੱਗਤ ਬਹੁਤ ਪੁਰਾਣੀ ਸੁਣਨ ਵਾਲੀ ਹੈ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਉਦੋਂ ਦੇ ਸੁਣਨ ਵਾਲੇ, ਤੁਹਾਨੂੰ ਤੇ ਲੋਕ ਕਹਿੰਦੇ ਨੇ ਨਾ ਕਿ ਤੁਸੀਂ 2 ਵਜੇ ਦਾ ਸ਼ੋਅ ਬਹੁਤ ਲੇਟ ਹੋ ਗਿਆ। ਹਾਂ, ਮੈਨੂੰ ਨਹੀਂ ਲੱਗਦਾ। ਹਾਂ, ਅਸੀਂ ਤੇ 4-4 ਵਜੇ ਤੱਕ ਲੋਕਾਂ ਦੇ ਸ਼ੋਅ ਸੁਣੇ ਨੇ। ਹਾਂ, ਉਹ ਸਾਡੇ ਆਪਣੇ ਸ਼ੋਅ ਹੁੰਦੇ ਸੀ। ਹਾਂ, ਬੜੀ ਤਿਆਰੀ ਕਰਕੇ ਜਾਣਾ ਪੈਂਦਾ ਸੀ। ਹਾਂ ਹਾਂ, ਯਕੀਨ ਕਰੋ ਤੁਸੀਂ, ਇੱਕ ਸਟੇਸ਼ਨ ਬਹੁਤ ਤਿਆਰੀ ਕਰਕੇ ਜਾਣਾ ਪੈਂਦਾ ਸੀ। ਹਾਂ, ਠੀਕ ਹੈ। ਹਾਂ, ਤੇ ਉਹ ਤਾਂ ਖੈਰ ਹੁਣ ਸ਼ੋਅ ਨਹੀਂ ਕਰਦੇ ਅੱਜ ਕੱਲ। ਉਹਨਾਂ ਕੋਲ ਬਹੁਤ ਕੁਝ ਸਿੱਖਿਆ, ਤੁਹਾਡੇ ਕੋਲ ਬਹੁਤ ਕੁਝ ਸਿੱਖਿਆ। ਬੜੇ ਬੜੇ ਮਾਸ਼ਾਅੱਲਾ ਪ੍ਰੈਜ਼ੈਂਟਰ ਬੈਠੇ ਨੇ, ਬੜਾ ਕੁਝ ਸਿਖਾਇਆ ਉਹਨਾਂ ਨੇ। ਤੁਹਾਡੇ ਦੀ ਗੱਲ ਕਰੀਏ ਤਾਂ ਤੁਸੀਂ ਕਿਤਾਬਾਂ ਤੁਹਾਡੀ ਵਜ੍ਹਾ ਨਾਲ ਖਰੀਦ ਲਿੱਤੀਆਂ ਮੈਂ। ਖੈਰ ਹੋਵੇ, ਸਲਾਮਤ ਰਹੋ, ਸਲਾਮਤ ਰਹੋ। ਔਰ ਉਹਨਾਂ ਨੇ ਸਟੱਡੀ ਵੀ ਕਰ ਲਈਦਾ। ਤੁਹਾਨੂੰ ਵੀ ਸਟੱਡੀ ਕੀਤਾ ਕਰ ਲਈਦਾ। ਨਹੀਂ ਨਾ, ਉਹੀ ਗੱਲ ਹੈ ਨਾ ਕਿ ਜਿੰਨਾ ਮਰਜ਼ੀ ਪੜ੍ਹ ਲਓ, ਲੇਕਿਨ ਫਿਰ ਵੀ ਕੁਝ ਨਹੀਂ ਪੜਿਆ। ਅੱਛਾ, ਤੁਹਾਡੇ ਹਵਾਲੇ ਨਾਲ ਨਾ ਅੱਛਾ ਹੋਇਆ ਤੁਸੀਂ ਆ ਗਏ। ਮੈਂ ਵਾਈਂਡ ਅਪ ਤੁਸੀਂ ਬਲਕਿ ਗੱਲਾਂ ਚ ਕਰਤਾ। ਮੈਂ ਤਾਂ ਕਹਿੰਦਾ ਕਿ ਮਾਸ਼ਾਅੱਲਾ ਤੁਸੀਂ ਜ਼ਹੀਨ ਹੋ। ਇਹਦੇ ਨਾਲ ਹੀ ਸਮਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ। ਮੰਗਲ ਦੀ ਰਾਤ 10 ਤੋਂ 12 ਕਲਾਸਿਕ ਟਾਈਮ ਵਿੱਚ। ਉਦੋਂ ਤਿੱਕਰ ਕਹੇ ਹੁਸੈਨ ਫਕੀਰ ਨਿਮਾਣਾ, ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿੱਕਰ ਆਪਣੇ। ਰੱਬ ਰੱਖਾ ਜੀ।